सत श्री अकाल, सलाम, नमस्कार, आदाब, सब सत्कार सज्जनों ਨੂੰ जो इस वक्त जिंदगी ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਤਾਰੀਖ ਅੱਜ ਹੈਗੀ 16 ਅਕਤੂਬਰ ਸਨ 2021 ਸ਼ਨੀਵਾਰ ਦੀ ਸੋਹਣੀ ਸ਼ਾਮ ਹੋ ਚੁੱਕੀ ਹੈ। 6:39 ਹੋ ਗਏ ਨੇ ਭਾਰਤ ਦੀਆਂ ਘੜੀਆਂ ਦੇ ਮੁਤਲਕ ਤੇ असू आखिरी पख 31 असू नानकशाही संमत 553। कत्तक की तैयारी है, कणकां की बजांत शुरू हो गई है। सो कत्तक जट नूं पई ब्याई मोई मां पड़ोले पाई। सो देखिया मैं अज कुछ जिमीदार दुकान ते गए सी एक बीजां वाली ते कणक दे नवे बीज लभ रहे सन। सो कदे किसान मेला हुंदा सी ਜਦੋਂ ਆਉਂਦੇ ਆ ਤੇ ਸਿਰਾਂ ਤੇ ਨਵੀਆਂ ਬੋਰੀਆਂ ਬੀਜ ਦੇ ਕੱਟੇ ਰੱਖ ਕੇ ਕਿਸਾਨ ਆਉਂਦੇ ਹੁੰਦੇ ਸੀਗੇ ਥੱਲੇ। ਅੱਜ ਕੱਲ ਗੱਡੀਆਂ ਚ ਆਉਂਦੇ ਆ, ਚੜ੍ਹਦੀ ਕਲਾ ਆ ਗਈ ਆ, ਉੱਪਰੋਂ ਅੰਦਰੋਂ ਅੰਦਰੀ ਹਾਲਾਤ ਤੁਹਾਨੂੰ ਪਤਾ ਹੀ ਹੈ। ਖੈਰ ਇਸ ਦੌਰਾਨ ਪਰ ਫਿਰ ਵੀ ਕਿਉਂਕਿ ਜੋ ਗੁਰਮਤ ਸੰਦੇਸ਼ ਦਿੰਦੀ ਹੈ ਕਿ ਮਨ ਹਾਲੀ ਕਰਸਾਨੀ ਕਰਨੀ ਰੱਖ ਗਰੀਬੀ ਵੇਸ, ਤੇ ਹਾਲੀਆਂ ਪਾਲੀਆਂ ਦੀ ਜ਼ਿੰਦਗੀ ਬੜੀ ਸਾਦੀ ਮੁਰਾਦੀ ਹੁੰਦੀ ਹੈ। ਵਕਤ ਦੇ ਬਦਲਦੇ ਰੁਝਾਨ ਦੇ ਮੁਤਾਬਕ ਤਬਦੀਲੀਆਂ ਆਉਂਦੀਆਂ ਨੇ, ਆਉਣੀਆਂ ਵੀ ਚਾਹੀਦੀਆਂ ਨੇ। ਤੇ ਸਿਆਸਤ ਦੇ ਵਿੱਚ ਤਬਦੀਲੀਆਂ ਜੋ ਆ ਰਹੀਆਂ ਨੇ ਬਹੁਤ ਮੰਦਭਾਗੀਆਂ ਨੇ। ਅੱਜ ਥੋੜੀ ਜਿਹੀ ਪੁਰਾਤਨ ਤਿਉਹਾਰਾਂ ਤੇ ਗੱਲਬਾਤ ਕਰਾਂਗੇ। ਪਿਛਲੇ 2-3 ਦਿਨ ਤੋਂ ਗੱਲ ਹੋ ਰਹੀ ਸੀ ਸਾਂਝੀ ਦੇ ਤਿਉਹਾਰ ਦੀ। ਤੇ ਸਾਂਝੀ ਦਾ ਤਿਉਹਾਰ ਕੀ ਸੀ? ਇਹ ਪੰਜਾਬ ਦੇ ਵਿਰਾਸਤੀ ਤਿਉਹਾਰ ਨੇ ਜਿਹੜੇ ਮਨਾਏ ਜਾਂਦੇ ਨੇ ਤੇ ਅੱਜ ਕੱਲ ਭਾਵੇਂ ਇਹ ਆਧੁਨਿਕਤਾ ਦੀ ਭੇਂਟ ਚੜ ਗਏ ਨੇ। ਇਹਨਾਂ ਦੇ ਕੀ ਮਾਨੇ ਸੀ, ਕੀ ਮਕਸਦ ਸੀ, ਕਿਉਂ ਮਨਾਏ ਜਾਂਦੇ ਸੀ? ਹਾਲਾਂਕਿ ਹਰ ਧਰਮ ਦੇ ਵਿਸ਼ੇਸ਼ ਦੇ ਵਿੱਚ ਕੋਈ ਤਿਉਹਾਰ ਹੁੰਦੇ ਨੇ, ਪਰ ਜਿਸ ਤਰ੍ਹਾਂ ਹੁਣ ਧਾਰਮਿਕ ਕੱਟੜਵਾਦ ਵੱਧ ਰਿਹਾ ਇਸ ਤਰ੍ਹਾਂ ਬਹੁਤ ਸਾਰੀਆਂ ਸਾਂਝਾਂ ਆਪਸ ਦੇ ਵਿੱਚ ਟੁੱਟੀਆਂ ਨੇ। ਵੈਸੇ ਵੀ ਲੋਕਾਂ ਦੇ ਮਨ ਹੁੰਦਿਆਂ ਸੁਣਦਿਆਂ ਅਚਾਟ ਨੇ। ਅਸੀਂ ਹੱਥਾਂ ਦੀਆਂ ਛੱਡ ਕੇ ਉੜਦੀਆਂ ਦੇ ਮਗਰ ਪਏ ਹਾਂ। ਉਰਦੂ ਲਾਈ ਜਾਂਦੇ ਆ ਮਨ ਨੂੰ ਵੀ ਤੇ ਧਨ ਨੂੰ ਵੀ। ਇਸ ਤਰ੍ਹਾਂ ਦੇ ਵਰਤਾਰੇ ਵਾਪਰ ਰਹੇ ਨੇ। ਹੁੰਦਿਆਂ ਸੁਣਦਿਆਂ ਵੀ ਹਰ ਬੰਦਾ ਬਲੂੰ ਕਰਦਾ ਫਿਰਦਾ, ਦੁਖੀ ਹੋਇਆ ਪਿਆ। ਬਲੱਡ ਹੈ ਨਹੀਂ, ਪ੍ਰੈਸ਼ਰ ਹੀ ਪ੍ਰੈਸ਼ਰ ਹੈ, ਜਿਹਨੂੰ ਮਰਜ਼ੀ ਛੇੜ ਲਓ। ਹਰ ਕੋਈ ਕਹਿੰਦਾ ਮੇਰਾ ਮੁੰਡਾ, ਮੇਰਾ ਮਜ਼ਹਬ ਬਸ ਸਭ ਤੋਂ ਮੋਹਰੀ, ਮੈਂ ਸਭ ਤੋਂ ਮੋਹਰੀ, ਮੈਨੂੰ ਪੈਦਾ ਕਰਕੇ ਤਾਂ ਰੱਬ ਭੜੋਲੇ 'ਚ ਵੜ ਗਿਆ। ਨਾਮ ਸਿਮਰਨ ਕੀਰਤਨ ਜਗਰਾਤੇ ਨਾਤੀਆਂ ਕਵਾਲੀਆਂ ਚੰਗਿਆਈ ਸਭਾਵਾਂ ਤੇ ਰਹਿਣ ਸਬਾਈ ਕੀਰਤਨ ਬੜਾ ਕੁਛ ਹੋ ਰਿਹਾ ਪਰ ਮਨ ਉਚਾਟ ਹੈ। ਇੰਨੇ ਪ੍ਰੀਚਰ ਤੁਰੇ ਫਿਰਦੇ ਨੇ ਜਿਵੇਂ ਉਹ ਕਹਿੰਦੇ ਆ ਨਾ ਕਿ ਬਾਬਿਆਂ ਦਾ ਬੱਗ ਫਿਰਦਾ, ਕਿਹਦੇ ਹੱਥ ਪੈਰੀਂ ਹੱਥ ਲਾਵਾਂ। ਜਿੰਨੇ ਕੁ ਪੰਜਾਬ ਦੇ ਪਿੰਡ ਨੇ ਉਸ ਤੋਂ ਵੱਧ ਕਿਤੇ ਡੇਰੇ ਨੇ, ਪਰ ਫਿਰ ਵੀ ਹਾਲਾਤ ਲੋਕਾਂ ਦੇ ਡਾਂਗ ਤੇ ਡੇਰੇ ਵਾਲੀ ਹੈ। ਇਸ ਰਸਤੇ ਵਿੱਚ ਮਨੁੱਖ ਜਾ ਕਿੱਧਰ ਨੂੰ ਰਿਹਾ? ਜ਼ਿੰਦਗੀ 'ਚੋਂ ਹਾਸੇ ਮਨਫੀ ਹੋ ਗਏ ਨੇ। ਤੇ ਇਸ ਰਸਤੇ ਵਿੱਚ ਪਿਆਰਾ ਸਿੰਘ ਦਾਤਾ ਦਾ ਮੈਂ ਪੜ੍ਹ ਰਿਹਾ ਸੀ ਅੱਜ ਇੱਕ ਹਾਸ ਵਿਅੰਗ, ਗੁਰਨਾਮ ਸਿੰਘ ਤੀਰ ਚਾਚਾ ਚੰਡੀਗੜ੍ਹੀਆ ਦੇ ਹਾਸ ਵਿਅੰਗ। ਅੱਜ ਕੱਲ ਕਪਿਲ ਸ਼ਰਮਾ ਦਾ ਕਮੇਡੀ ਸ਼ੋਅ ਵਧੀਆ ਚੱਲਦਾ। ਵੈਸੇ ਤਾਂ ਬਹੁਤ ਸਾਰੇ ਲੀਡਰ ਕਮੇਡੀ ਸ਼ੋਅ ਹੀ ਕਰਦੇ ਨੇ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ। ਕਿਉਂਕਿ ਨੈਗੇਟਿਵਿਟੀ ਅੱਜ ਆਪਾਂ ਸਵੇਰੇ ਵੀ ਕਿ ਇੱਕ ਇੰਗਲੈਂਡ ਦੀ ਯੂਨੀਵਰਸਿਟੀ ਦੀ ਰਿਪੋਰਟ ਸੀ ਕਿ ਅਗਰ ਤੁਸੀਂ 2 ਮਿੰਟ ਵੀ ਸੋਸ਼ਲ ਸਾਈਟ ਤੇ ਕੋਈ ਨੈਗੇਟਿਵ ਚੀਜ਼ ਵੇਖਦੇ ਹੋ ਤੇ ਤੁਹਾਡਾ ਪੂਰਾ ਦਿਨ ਬਰਬਾਦ ਹੋ ਜਾਂਦਾ। ਇਸ ਤਰ੍ਹਾਂ ਦੇ ਹਾਲਾਤ ਨੇ। ਇਹ ਸਾਇੰਟਿਫਿਕ ਪੱਖ ਹੈ। ਥੱਬਾ ਗੋਲੀਆਂ ਦਾ, ਦਵਾਈਆਂ ਦਾ ਖਾਈ ਜਾਂਦੇ ਆ। ਗੱਲ ਫਿਰ ਵੀ ਕਿਤੇ ਬਣਦੀ ਨਜ਼ਰ ਨਹੀਂ ਆਉਂਦੀ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ। ਖੈਰ ਥੋੜੀ ਸਿਆਸਤ ਤੇ ਗੱਲ ਹੋਏਗੀ, ਵਿਰਾਸਤ ਤੇ ਗੱਲ ਹੋਏਗੀ ਤੇ ਸਾਂਝੀ ਮਾਈ ਦੀ ਗੱਲ ਕਰਾਂਗੇ ਕਿ ਕੀ ਤਿਉਹਾਰ ਸੀ। ਇਸ ਨੂੰ ਸਾਂਝੀ ਵੀ ਝਾਂਜੀ ਵੀ ਕਿਹਾ ਜਾਂਦਾ ਤੇ ਮਾਝੇ ਵਾਲੇ ਕੁਝ ਹੋਰ ਕਹਿੰਦੇ ਨੇ। ਬਾਕੀ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਤੁਸੀਂ ਅਪਡੇਟ ਦੇਣਾ ਤੇ 9876309655। ਮੈਨੂੰ ਯਾਦ ਹੈ 5-6 ਵਰ੍ਹੇ ਪਹਿਲਾਂ ਮੈਂ ਸਾਡੇ ਭੂਆ ਜੀ ਦੇ ਘਰੇ ਗਿਆ ਤੇ ਉੱਥੇ ਉਹਨਾਂ ਨੇ ਬਹੁਤ ਸੋਹਣੀ ਸਾਂਝੀ ਲਾਈ ਹੋਈ ਤੇ ਉਹ ਫੋਟੋ ਵੀ ਖਿੱਚੀ। ਮੈਂ ਉਹਦੇ ਨਾਲ ਕੋਸ਼ਿਸ਼ ਹੋਏਗੀ ਕੋਈ ਫੋਟੋ ਨੂੰ ਅਗਰ ਮੇਰੇ ਕੋਲ ਹੋਏਗੀ ਤੇ ਸ਼ੇਅਰ ਕਰਾਂ। ਤੇ ਇਹ ਮਤਲਬ ਇੱਕ ਆਰਟ ਸੀਗਾ, ਹੈਨਾ। ਕੁੜੀਆਂ ਚਿੜੀਆਂ ਦੇ ਮਨ ਦੇ ਵਲਵਲੇ ਸੀ। ਇੱਕ ਆਰਤੀ ਸੀ, ਇੱਕ ਵੰਦਨਾ ਸੀ, ਨਿੱਕੇ ਨਿੱਕੇ ਚਾਅ ਮਲਾਰ ਹੁੰਦੇ ਸੀ। ਸਾਂਝੀ ਦਾ ਸਾਰਾ ਬਣਾਉਣ ਦਾ ਕੰਮਕਾਜ ਕੁੜੀਆਂ ਦੇ ਲੇਖੇ ਹੁੰਦਾ ਸੀ ਤੇ ਫਿਰ ਉਸ ਨੂੰ ਦਰਿਆ ਟੋਭੇ ਦੇ ਵਿੱਚ ਸਵੇਰੇ ਅਰਗ ਦੇ ਤਾਰ ਕੇ ਆਉਂਦੀਆਂ, ਫਿਰ ਸਾਂਝੀ ਮਾਈ ਦੀ ਆਰਤੀ ਅਰਗ ਲਾਉਂਦੀਆਂ। ਬੜਾ ਕੁਛ ਸੀ। ਹਿੰਦੂ ਸਿੱਖ ਸਾਰੇ ਲੋਕ ਇਕੱਠੇ ਇਸ ਤਰ੍ਹਾਂ ਦੇ ਤਿਉਹਾਰ ਮਨਾਉਂਦੇ ਸੀ। ਖੈਰ
ਜਿਉਂ-ਜਿਉਂ ਧਰਮ ਮਜ਼ਹਬ ਦੇ ਵਿੱਚ ਤਬਦੀਲੀਆਂ ਆਈਆਂ, ਪ੍ਰਚਾਰ ਦੇ ਨਾਂ ਤੇ ਅਖੌਤੀ ਨਫ਼ਰਤਾਂ ਵਧੀਆਂ, ਸਭ ਕੁਝ ਮਨਫੀ ਹੋ ਗਿਆ। ਉਹ ਸਾਂਝਾਂ ਖਤਮ ਹੋ ਗਈਆਂ। ਹਿੰਦੂ ਸਿੱਖ ਮੁਸਲਮਾਨ ਦੀ ਰਾਜਨੀਤੀ ਵੜ ਗਈ। 47 ਦੇ ਹੱਲੇ ਹੋਏ, 84 ਦੇ ਕਤਲੇਆਮ ਹੋਏ, ਗੋਧਰਾ ਦੇ ਕਤਲੇਆਮ ਹੋਏ। ਸਮਾਜ ਇਸ ਤਰ੍ਹਾਂ ਵੰਡਿਆ ਗਿਆ ਕਿ ਜੁੱਟ ਬਣ ਗਏ ਨੇ। ਇੱਥੇ ਹਿੰਦੂ ਸਿੱਖਾਂ ਜਾਂ ਮੁਸਲਮਾਨਾਂ 'ਚ ਨਹੀਂ, ਹਿੰਦੂਆਂ ਦੇ ਹਿੰਦੂਆਂ ਨਾਲ ਹੋ ਗਏ। ਕੋਈ ਕਿਸੇ ਦਾ ਚੇਲਾ, ਸਿੱਖਾਂ ਦੇ ਸਿੱਖਾਂ 'ਚ ਤੁਸੀਂ ਵੇਖੋ ਕਿ ਇੱਕ ਪਾਸੇ ਟਕਸਾਲੀ, ਇੱਕ ਪਾਸੇ ਦੂਸਰੇ ਧੜੇ ਨੇ। ਆਪਣੇ ਆਪਣੇ ਮਤਭੇਦ ਨੇ। ਸਿੱਖਾਂ ਦੇ ਵਿੱਚ ਡੇਰੇ ਕਿੰਨੇ ਹੋ ਗਏ ਨੇ। ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਪਰ ਮੰਨਦਾ ਕਿਸੇ ਨਹੀਂ ਦੀ ਨਹੀਂ। ਇਸ ਤਰ੍ਹਾਂ ਦੇ ਹਾਲਾਤ ਨੇ। ਡੇਰੇਦਾਰਾਂ ਦਾ ਵਧੀਆ ਤੋਰੀ ਫੁਲਕਾ ਚੱਲਦਾ। ਹਰ ਕੋਈ ਕਹਿੰਦਾ ਸਾਡੇ ਬਾਬਾ ਜੀ ਤਾਂ ਬਹੁਤ ਵਧੀਆ ਨੇ, ਪਰ ਜੇ ਬਾਬਿਆਂ ਦੀ ਸੱਚ ਕਹਾਣੀ ਪੁੱਛੋ ਨਾ, ਕਈ ਸਾਰੇ ਲੋਕ ਕਹਿਣਗੇ ਨਾ ਕਿ ਮੈਂ ਸ਼ਾਇਦ ਨਾਸਤਿਕ ਹਾਂ। ਮੈਂ ਨਾਸਤਿਕ ਨਹੀਂ, ਧਰਮ ਦੇ ਵਿੱਚ ਮੇਰਾ ਵਿਸ਼ਵਾਸ ਹੈ। ਧਰਮ ਆਪਣੇ ਆਪ 'ਚ ਬਹੁਤ ਵਧੀਆ ਚੀਜ਼ ਹੈ, ਪਰ ਉਹ ਤਰਕ ਵਾਲਾ ਧਰਮ ਜਿਹੜਾ ਹਰ ਧਰਮ ਦੇ ਮੁੱਢ 'ਚ ਸੀ, ਬਾਅਦ ਦੇ ਵਿੱਚ ਉਸ ਨੂੰ ਤਿਕੜਮਬਾਜੀ ਦੀ ਜਿਹੜੀ ਆ ਤਾਣ ਲੱਗ ਪਈ, ਪੁੱਠ ਦੇਤੀ ਤਿਕੜਮਬਾਜੀ। ਜਦੋਂ ਧਰਮ ਪੁਜਾਰੀ ਦੇ ਧੱਕੇ ਚੜਿਆ, ਮੌਲਵੀ ਦੇ ਧੱਕੇ ਚੜਿਆ, ਜਥੇਦਾਰਾਂ ਦੇ ਧੱਕੇ ਚੜਿਆ, ਪੰਡਤ ਦੇ ਧੱਕੇ ਚੜਿਆ, ਤਾਂ ਧਰਮ ਪੰਖ ਕਰ ਉੱਡਿਆ। ਇਹ ਸਮੇਂ ਦੇ ਸੱਚ ਨੇ ਜਿਹੜੇ ਅਸੀਂ ਸਮਝਣ ਨੂੰ ਤਿਆਰ ਨਹੀਂ। ਫਿਰ ਕਹਿਣਗੇ ਜੀ ਇਹ ਧਰਮ ਦੀ ਆਲੋਚਨਾ ਕਰਦਾ, ਇਹਨੂੰ ਤਾਂ ਪਾਪ ਲੱਗਣਾ। ਪਾਪ ਪੁੰਨ ਕੁਛ ਨਹੀਂ ਹੈ, ਸਿਰਫ ਇੱਕ ਡਰਾਵਾ ਆ ਤੁਹਾਡੇ ਮਨ ਦੀ ਦਸ਼ਾ ਸਮਝਣ ਦੀ। ਇਹ ਉਹਨਾਂ ਸਮਿਆਂ ਦੇ ਵਿੱਚ ਸਮਝਾਇਆ ਗਿਆ ਸੀ ਕਿ ਬੰਦੇ ਇੱਕ ਧਰਮ ਕਰਮ, ਇੱਕ ਮਰਿਆਦਾ ਦੇ ਵਿੱਚ ਰਹਿਣ। ਖੈਰ, ਪਹਿਲਾਂ ਆਪਾਂ ਥੋੜੀ ਸਿਆਸਤ ਦੀ ਅਪਡੇਟ ਦੇ ਦਿਆਂ ਕਿ ਹੁਣ ਤੱਕ ਵਾਪਰਿਆ ਕਿ ਦਿੱਲੀ ਦੇ ਵਿੱਚ ਨਿਹੰਗਾਂ ਵੱਲੋਂ ਜੋ ਕਤਲ ਕੀਤਾ ਗਿਆ ਸੀ ਇੱਕ ਵਿਅਕਤੀ ਦਾ, ਜਿਸ ਨੇ ਸਰਬਲੋਕ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰੀ ਸੀ। ਉਹ ਸਰਬਲੋਕ ਗ੍ਰੰਥ ਦੀ ਪੋਥੀ ਨੂੰ ਚੁੱਕ ਕੇ ਭੱਜਿਆ ਸੀ ਜਦੋਂ ਗੁਰੂ ਘਰ ਸੁਣਨਾ ਸੀ, ਕਿਉਂਕਿ ਗ੍ਰੰਥੀ ਇਸ਼ਨਾਨ ਕਰਨ ਵਾਸਤੇ ਗਿਆ ਹੋਇਆ ਸੀ। ਤੇ ਉਸ ਤੋਂ ਬਾਅਦ ਫਿਰ ਨਿਹੰਗ ਸਿੰਘ ਉਸ ਦੇ ਪਿੱਛੇ ਭੱਜੇ ਤੇ ਉਸ ਤੋਂ ਫਿਰ ਉਸਨੇ ਦੱਸਿਆ ਕਿ ਉਸਨੇ ਉਹ ਜਿਹੜਾ ਸਰਬਲੋਕ ਗ੍ਰੰਥ ਸੀ, ਜਿਹਦੇ ਬਾਰੇ ਮੈਂ ਸਵੇਰੇ ਤੁਹਾਨੂੰ ਦੱਸਿਆ, ਕਿ ਉਹ ਕੂੜੇ ਵਾਲੇ ਟੋਕਰੀ ਦੇ ਵਿੱਚ ਸੁੱਟ ਦਿੱਤਾ। ਤੇ ਉਸ ਤੋਂ ਬਾਅਦ ਫਿਰ ਉਸ ਨਿਹੰਗ ਦੀ ਬਾਂਹ ਕੱਟ ਦਿੱਤੀ ਗਈ, ਕੁੱਟਮਾਰ ਕੀਤੀ ਗਈ। ਰਿਪੋਰਟ ਦੇ ਵਿੱਚ ਬਲੀਡਿੰਗ ਦੇ ਕਾਰਨ ਉਸ ਦੀ ਮੌਤ ਹੋਈ ਹੈ। ਵੱਖ-ਵੱਖ ਬਿਆਨ ਉਸ ਤੇ ਲਗਾਤਾਰ ਆ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਅਮਿਤ ਮਾਲਵੀਆ ਜਾਂ ਹੋਰ ਨੇਤਾ ਇਸ ਨੂੰ ਬੜਾ ਘਿਨਾਉਣਾ ਜੁਰਮ ਦੱਸ ਰਹੇ ਨੇ ਕਿ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਤਾਲਿਬਾਨੀ ਲੋਕ ਬੈਠੇ ਨੇ। ਸਰਬਜੀਤ ਸਿੰਘ ਨੇ ਇਸ ਮਾਮਲੇ 'ਚ ਗ੍ਰਿਫਤਾਰੀ ਦਿੱਤੀ ਹੈ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਦਾ ਰਿਮਾਂਡ 7 ਦਿਨ ਦਾ ਦੇ ਦਿੱਤਾ, ਭਾਵੇਂ 15 ਦਿਨਾਂ ਦਾ ਰਿਮਾਂਡ ਲਿਆ ਗਿਆ ਸੀ, ਮੰਗਿਆ ਗਿਆ ਸੀ। ਇਸ ਦੌਰਾਨ ਸਰਬਜੀਤ ਦੇ ਨਾਲ ਇੱਕ ਹੋਰ ਨਿਹੰਗ ਅਮਰਕੋਟ ਦਾ ਰਹਿਣ ਵਾਲਾ ਸੀ, ਨਾਰਾਇਣ ਸਿੰਘ, ਉਸ ਨੇ ਵੀ ਅੱਜ ਆਤਮ ਸਮਰਪਣ ਕਰ ਦਿੱਤਾ। ਅੰਮ੍ਰਿਤਸਰ ਉਹ ਪਹੁੰਚ ਗਿਆ ਸੀ ਤੇ ਪੁਲਿਸ ਨੂੰ ਉਸਨੇ ਜਿਹੜਾ ਗ੍ਰਿਫਤਾਰੀ ਦੇ ਵਾਸਤੇ ਕਿਹਾ ਤੇ ਉਸਨੇ ਗੁਰਦੁਆਰੇ ਜਾ ਕੇ ਅਰਦਾਸ ਕੀਤੀ। ਤੇ ਨਾਰਾਇਣ ਸਿੰਘ ਨੇ ਆਖਿਆ ਕਿ ਲਖਵੀਰ ਸਿੰਘ ਨੇ ਗੁਰੂ ਦੀ ਬੇਇੱਜ਼ਤੀ ਕੀਤੀ ਹੈ। ਲਖਵੀਰ ਸਿੰਘ ਟੀਟੇ ਨੇ ਜੋ ਚੀਮਾ ਪਿੰਡ ਦਾ ਸੀ। ਸੋ ਇਸ ਮਾਮਲੇ ਦੇ ਵਿੱਚ ਦੋਸ਼ੀ ਸਰਬਜੀਤ ਸਿੰਘ ਪਹਿਲਾਂ ਹੀ ਆਤਮ ਸਮਰਪਣ ਕਰ ਚੁੱਕਾ ਹੈ। ਨਾਰਾਇਣ ਸਿੰਘ ਨੇ ਕਿਹਾ ਜੇ ਸਰਬਜੀਤ ਸਿੰਘ ਕਸੂਰਵਾਰ ਹੈ ਤਾਂ ਉਹ ਵੀ ਕਸੂਰਵਾਰ ਹੈ, ਤੇ ਇਸ ਕਰਕੇ ਹੁਣ ਇਸ ਨਾਰਾਇਣ ਸਿੰਘ ਨਿਹੰਗ ਨੇ ਵੀ ਗ੍ਰਿਫਤਾਰੀ ਦੇ ਦਿੱਤੀ ਹੈ। ਹਾਲਾਂਕਿ ਜਿਸ ਤਰ੍ਹਾਂ ਪਰਿਵਾਰ ਨੇ ਦੋਸ਼ ਲਾਇਆ ਸੀ, ਜਸਮੀਤ ਜੋ ਵਾਈਫ ਹੈ ਇਸ ਦੀ ਮਾਰੇ ਗਏ ਵਿਅਕਤੀ ਲਖਵੀਰ ਟੀਟਾ ਦੀ, ਕਿ ਇੱਕ ਸੰਧੂ ਨਾਂ ਦਾ ਵਿਅਕਤੀ ਉਸ ਨੂੰ ਅਕਸਰ ਫੋਨ ਕਰਦਾ ਸੀ। ਉਹ ਸੰਧੂ ਕੌਣ ਹੈ? ਚਾਹੇ ਤਾਂ ਪੰਜਾਬ ਪੁਲਿਸ ਵੀ ਇਸ ਕੇਸ ਨੂੰ ਲੱਭ ਸਕਦੀ ਹੈ। ਜ਼ਰੂਰੀ ਨਹੀਂ ਕਿ ਕੇਸ ਹਰਿਆਣਾ ਪੁਲਿਸ ਕੋਲ ਹੈ। ਕਾਲ ਟਰੇਸ ਕਰਨੀ ਸਾਈਬਰ ਸੈੱਲ ਵਾਲਿਆਂ ਦਾ ਖੱਬੇ ਹੱਥ ਦਾ ਕੰਮ ਹੈ। ਸਭ ਟਰੇਸ ਹੋ ਸਕਦਾ ਜੇ ਪੰਜਾਬ ਸਰਕਾਰ ਦਿਲਚਸਪੀ ਦਿਖਾਵੇ। ਦਲਿਤਾਂ ਦੇ ਰਹਿਬਰ ਕਹੇ ਜਾਂਦੇ ਮੁੱਖ ਮੰਤਰੀ ਬਣੇ ਨੇ, ਪਰ ਇਸ ਕੇਸ ਦੇ ਵਿੱਚ ਉਹ ਕੋਈ ਬਹੁਤੀ ਸ਼ਮੂਲੀਅਤ ਨਹੀਂ ਕਰ ਰਹੇ। ਚਾਹੇ ਤਾਂ ਸੱਚ ਸਾਹਮਣੇ ਇਹ ਲਿਆ ਸਕਦੇ ਨੇ, ਪਰ ਇਹਨਾਂ ਨੇ ਵੀ ਸ਼ਾਇਦ ਨਹੀਂ ਲਿਆਉਣਾ, ਕਿਉਂਕਿ ਮੁੱਖ ਮੁੱਦਾ ਖਤਮ ਹੈ, ਮੌਕੇ ਤੇ ਵਿਅਕਤੀ ਖਤਮ ਹੈ। ਤੇ ਜਿਹੜਾ ਸੰਧੂ ਹੈ ਜਾਂ ਜੋ ਨਿਹੰਗ ਸਿੰਘ ਦੇ ਰੂਪ ਦੇ ਵਿੱਚ ਵਿਅਕਤੀ ਆਇਆ ਸੀ, ਜੋ ਪਰਿਵਾਰ ਨੇ ਦੋਸ਼ ਲਾਇਆ ਕਿ ਉਹ ਨਿਹੰਗ ਸਿੰਘ ਹੀ ਉਸ ਨੂੰ ਲੈ ਕੇ ਗਿਆ ਸੀ ਇੱਕ ਵਿਆਹ ਦੇ ਵਿੱਚੋਂ, ਉਹ ਨਿਹੰਗ ਸਿੰਘ ਦਾ ਕੋਈ ਪਤਾ ਨਹੀਂ ਜਿਹੜਾ ਉਸ ਨੂੰ ਦਿੱਲੀ ਲੈ ਕੇ ਗਿਆ ਸੀ। ਕਈ ਸਾਰੇ ਸਬੂਤ ਨੇ, ਬਹੁਤ ਸਾਰੀਆਂ ਗੱਲਾਂ ਇਸ ਤੇ ਹੋ ਸਕਦੀਆਂ ਨੇ, ਪਰ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਹੈ। ਜਿਸ ਤਰ੍ਹਾਂ ਮਨਿੰਦਰਜੀਤ ਸਿੰਘ ਬਿੱਟਾ ਨੇ, ਰਵਨੀਤ ਬਿੱਟੂ ਨੇ ਇਸ ਨੂੰ ਘਿਨਾਉਣਾ ਕਤਲ ਦੱਸਿਆ, ਇਸ ਦੇ ਖਿਲਾਫ ਬੋਲੇ। ਹੋਰ ਤੇ ਹੋਰ ਵਿਜੇ ਸੰਪਲਾ ਨੇ ਇਸ ਨੂੰ ਦਲਿਤ ਨੌਜਵਾਨ ਦੀ ਹੋਈ ਹੱਤਿਆ ਦੇ ਮਾਮਲੇ 'ਚ 24 ਘੰਟੇ ਦੇ ਵਿੱਚ ਰਿਪੋਰਟ ਮੰਗੀ ਹੈ ਹਰਿਆਣਾ ਪੁਲਿਸ ਵੱਲੋਂ ਕਿ ਇੱਕ SC ST ਭਾਈਚਾਰੇ ਦੇ ਵਿਅਕਤੀ ਦਾ ਕਤਲ ਹੋਇਆ। ਤੇ ਇਸ ਦੌਰਾਨ ਇਸ ਦੀ ਸਾਰੀ ਰਿਪੋਰਟ ਹੈ ਜਿਹੜੀ ਉਹ 24 ਘੰਟੇ ਦੇ ਵਿੱਚ
नशर की जाए कि इस दे वास्ते जिम्मेवार कौन है। इस तो इलावा इस ते जिस तरह सियासत अगे अगे वध रही है ते दूसरा मीडिया ने चंगे लाइक बटोरे ने, मीडिया विशेष ने, गोदी मीडिया ने, मोदी मीडिया ने अपने वधिया हथ रंगे ने, एन सेंसेशनल टाइटल ला ला के वधिया रिपोर्ट कमा लिया, विचों भावें कुछ ना निकले, मीडिया ने अपना बनदा तणदा पूरा इहदे च लाग खट्टिया। ते इस सिलसिले विच अज भी जिवें सरबजीत सिंह नूं पेश किया गया तां कुछ मीडिया ने उस तो कुछ पुछण दी कोशिश की, जिस तरह माइक उसके मूँह दे फेस दे इन्ने नेड़े कीते गए कि उसकी दस्तार भी हिल गई। इस सिलसिले नूं लैके जट बनाम दलित दी सियासत, जट बनाम SC ST दी सियासत भारत पद्धर ते मग गई, खास करके बीजेपी असल दे विच तां उही लाना हुण जिहड़ा खुल के सामने आ गया, क्योंकि पंजाब दे विच जट बनाम दलित दा रौला कौन पाउंदा है, ਜਿਹੜਾ ਇਹਨਾਂ ਨੂੰ ਇਕੱਠੇ ਬੈਠਿਆ ਨਹੀਂ ਵੇਖ ਸਕਦਾ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸਾ ਸਾਜਨਾ ਕੀਤੀ ਤੇ ਹਿੰਦੂ ਪਹਾੜੀ ਰਾਜਿਆਂ ਦਾ ਪਹਿਲਾ ਵਿਰੋਧ ਕੀ ਸੀ ਕਿ ਤੁਹਾਡਾ ਸਭ ਕੁਝ ਪ੍ਰਵਾਨ ਹੈ, ਪਰ ਅਸੀਂ ਇਹਨਾਂ ਮਨੂ ਦੇ ਮੁਤਾਬਕ ਭਗਵਾਨ ਦੇ ਪੈਰਾਂ ਤੋਂ ਬਣੇ ਹੋਏ ਲੋਕਾਂ ਨੂੰ ਬਰਾਬਰ ਨਹੀਂ ਬੈਠਣ ਦੇਵਾਂਗੇ। ਪਰ ਗੁਰੂ ਸਾਹਿਬ ਦਾ ਤਾਂ ਇਹ ਸੀ ਕਿ ਇਨਹੀ ਕੀ ਕਿਰਪਾ ਸੇ ਸਜੇ ਹੈ ਹਮ, ਮੋਹ ਸੇ ਗਰੀਬ ਕਰੋੜ ਪੜੇ। ਇੱਥੇ ਗੱਲ ਨੂੰ ਲੈ ਕੇ ਕੱਟੜ ਪਹਾੜੀ ਹਿੰਦੂ ਰਾਜਿਆਂ ਨੇ ਵਿਰੋਧ ਕੀਤਾ। गुरु साहब दियां 14 जंगां दे विचों 13 जंगां इन्हां पहाड़ी राजियां दी किसी न किसी रूप दे विच खिलाफ सी। सो इस वर्तारे नूं समझण दी जरूरत है कि पंजाब दे विच भावें 1/3 जमीन दा मसला होवे जां इह जिहड़ी जात विशेष दी वंड है इह मनु ब्राह्मण ने पाई है ते इहनूं इंप्लीमेंट की नहीं करता, उहदे खिलाफ कोई नहीं बोलेगा। जट दे हलके च सलंघ देण थी जांदे SC वर्ग दे लोग ते जिहड़े जट ने ਉਹ ਸਦੀਆਂ ਤੋਂ ਇਸ ਭਾਈਵਾਲ ਖੜੇ ਜੱਗੇ ਪੁੱਤ ਦੀ ਜਾਨ ਦੇ ਵੈਰੀ ਨੇ। ਵਿਚਲਾ ਦੁਸ਼ਮਣ ਕੌਣ ਹੈ ਸਭ ਨੂੰ ਪਤਾ ਹੈ, ਪਰ ਅਫਸੋਸ ਕਿ ਉਹਦੇ ਬਾਰੇ ਸੋਚਣਾ ਤਾਂ ਕੀ ਬੋਲਣ ਨੂੰ ਵੀ ਤਿਆਰ ਨਹੀਂ। ਹੁਣ ਕਈ ਸਾਰੇ ਦਲਿਤ ਸੰਗਠਨ ਉੱਠੇ ਨੇ ਜਿਨ੍ਹਾਂ ਨੇ ਇਸ ਸਿੰਘੂ ਵਿਖੇ ਕਿਸਾਨਾਂ ਦੇ ਸਥਾਨ ਤੇ ਇੱਕ ਜਿਹੜੀ ਲਖਵੀਰ ਸਿੰਘ ਟੀਟਾ ਦੀ ਹੱਤਿਆ ਹੋਈ ਹੈ, ਦਰਸ਼ਨ ਸਿੰਘ ਦੇ ਮੁੰਡੇ ਦੀ, ਚੀਵੇਂ ਪਿੰਡ ਵਾਲੇ ਦੀ, ਉਸ ਹੱਤਿਆ ਦੇ ਮਾਮਲੇ ਦੇ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਪੱਤਰ ਸੌਂਪਿਆ। ਇਹ 15 ਦਲਿਤ ਸੰਗਠਨ ਨੇ ਜਿਨ੍ਹਾਂ ਦੇ ਵਿੱਚ ਆਲ ਇੰਡੀਆ ਖਟੀਕ ਸਮਾਜ ਹੈ, ਆਲ ਇੰਡੀਆ ਵਿਰਵਾ ਵਿਕਾਸ ਸੰਘ ਹੈ, ਧਨਕ ਕਲਿਆਣ ਸੰਘ ਹੈ, ਦਲਿਤ ਕਰਮਚਾਰੀ ਤੇ ਹੋਰ ਪੇਸ਼ੇਵਰਾਂ ਦੀਆਂ ਸੰਸਥਾਵਾਂ ਨੇ, ਜਿਨ੍ਹਾਂ ਨੇ ਕੌਮੀ ਜਾਤੀ ਅਨੁਸੂਚਿਤ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਤੋਂ ਪੱਤਰ ਮੰਗਿਆ। ਹੁਣ ਇਹ ਤਾਂ ਮੰਗ ਲਿਆ ਤੇ ਦੂਸਰੇ ਪਾਸੇ ਕਤਲ ਕਰਨ ਵਾਲੇ ਕੌਣ ਨੇ ਉਹ ਕਿਸੇ ਨੇ ਪੁੱਛਿਆ। ਆਪਣੇ ਜਿਹੜਾ ਸਵੇਰੇ ਬਲੋਚ ਕੇ ਰਾਏ ਸੀ ਕਹਿੰਦਾ ਉਹ ਕਿਹੜਾ ਲਾਲੀ ਬਾਦਲ ਦੇ ਭਣੇਵੇਂ ਨੇ, ਹੈਨਾ। ਇਹ ਜਿਹੜਾ ਵਰਤਾਰਾ ਨਾ, ਇਸ ਤਰ੍ਹਾਂ ਦੇ ਵਰਤਾਰੇ ਨੂੰ ਕਿਉਂਕਿ ਕਿਉਂ ਇਹ ਚੀਜ਼ਾਂ ਕੈਸ਼ ਕੀਤੀਆਂ ਜਾਂਦੀਆਂ ਨੇ। ਹਿੰਦੂ ਤੇ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ, ਫਿਰ ਜਦੋਂ ਨਾਂ ਪਤਾ ਲੱਗਿਆ ਸੁਖਬੀਰ ਸਿੰਘ ਹੈ। ਸੋ ਇਸ ਕਰਕੇ ਨਿਹੰਗ ਸਿੰਘ ਆਪੋ ਆਪਣੇ ਚ ਬਾਗੋ ਬਾਗ ਨੇ, ਜਿਸ ਤਰ੍ਹਾਂ ਜਕਾਰਿਆਂ ਦੇ ਨਾਲ ਨਰੈਣ ਸਿੰਘ ਨੇ ਗ੍ਰਿਫਤਾਰੀ ਦਿੱਤੀ ਹੈ ਤੇ ਮੀਡੀਆ ਵਿਸ਼ੇਸ਼ ਇਸ ਨੂੰ ਵੱਡੀ ਪ੍ਰਾਪਤੀ ਦੱਸ ਰਿਹਾ। ਬੇਅਦਬੀਆਂ ਇਸ ਨਾਲ ਰੁਕ ਜਾਣਗੀਆਂ, ਸ਼ੁਕਰ ਕਰੀਏ ਰੁਕ ਜਾਣ, ਬੇਅਦਬੀਆਂ ਦਾ ਦੌਰ ਰੁਕੇ, ਪਰ ਇਹਦੇ 'ਚ ਸਿਆਸਤਦਾਨਾਂ ਨੂੰ ਸਭ ਤੋਂ ਸਖਾਲਾ ਕੰਮ ਹੈ ਇਹ। ਸੋ ਇਸ ਮੁਤਲਕ ਜਿਸ ਪਾਸੇ ਨੂੰ ਕਹਾਣੀ ਜਾ ਰਹੀ ਹੈ ਬਹੁਤ ਮੰਦਭਾਗੀ ਹੈ। ਇਸ ਨੂੰ SC ST ਵਰਗ ਦੇ ਨਾਂ ਨਾਲ ਜੋੜ ਕੇ ਰਾਜਨੀਤੀ ਕਰਨੀ, ਸਾਰਾ ਕੁਝ ਕਰਨਾ, ਕਿਉਂਕਿ ਲਖੀਮਪੁਰ ਕਾਂਡ ਜਾਂ ਹੋਰ ਚੀਜ਼ਾਂ ਤੋਂ ਕਿਤੇ ਨਾ ਕਿਤੇ ਨਿਜਾਤ ਮਿਲਦੀ ਹੈ। ਕਿਉਂਕਿ ਲਖੀਮਪੁਰ ਕਾਂਡ ਵਕਤ ਵੀ ਇਹੀ ਕੁਝ ਕਿਹਾ ਗਿਆ ਕਿ ਸਿੱਖਾਂ ਨੇ ਮਹਾਰਾਜਾਂ ਦੀ ਹੱਤਿਆ ਕਰ ਦਿੱਤੀ, 3 ਵਿਅਕਤੀ ਕੁੱਟ ਕੇ ਮਾਰਤੇ ਕਿਸਾਨਾਂ ਨੇ। ਯਾਰ ਜੇ ਸਿੱਖ ਨੇ ਉਹ ਵੀ ਤੇ BC ਨੇ, ਉਹ ਕਿਹੜਾ ਬ੍ਰਾਹਮਣ ਨੇ। ਸੋ ਇਹ BC ਨਾ ਵੀ ਹੋਣ, ਸਵਰਨ ਵਰਗ 'ਚ ਹੋਣ, ਕਿਸੇ 'ਚੋਂ ਵੀ ਹੋਣ, ਸੋ ਇਸ ਦੌਰਾਨ ਇਹ ਵਰਤਾਰੇ ਜਿਹੜੇ ਨੇ ਵੱਡੇ ਅੰਦੋਲਨਾਂ ਨੂੰ, ਆਵਾਮ ਨੂੰ ਸੁਚੇਤ ਕਰਦੇ ਲੋਕਾਂ ਨੂੰ ਡੰਗਣ ਦੇ ਵਾਸਤੇ ਇੱਕ ਵਧੀਆ ਔਜ਼ਾਰ ਨੇ। ਜ਼ਰੂਰੀ ਖਬਰਾਂ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਨੂੰ ਡੇਂਗੂ ਵੀ ਹੈ, ਪਰ ਉਹਨਾਂ ਦੇ ਹਾਲਾਤ ਖਤਰੇ ਤੋਂ ਬਾਹਰ ਨੇ ਤੇ ਇਸ ਕਰਕੇ ਸਿਹਤ ਉਹਨਾਂ ਦੀ ਪਲ ਦਰ ਪਲ ਦੁਰਸਤ ਹੋ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਏਮਜ਼ ਦੇ ਵਿੱਚ ਉਹ ਖਤਰੇ ਤੋਂ ਬਾਹਰ ਨੇ। ਏਮਜ਼ ਦੇ ਅਧਿਕਾਰੀਆਂ ਨੇ ਇਹ ਗੱਲ ਅੱਜ ਦੇ ਬੁਲੇਟਿਨ 'ਚ ਸਪਸ਼ਟ ਕਰ ਦਿੱਤੀ ਕਿ ਉਹਨਾਂ ਨੂੰ ਡੇਂਗੂ ਹੋਇਆ, ਕਮਜ਼ੋਰੀ ਵੀ ਹੈ, ਉਹਨਾਂ ਦੇ ਪਲੇਟਲੈਟ ਸੈੱਲ ਵਧ ਰਹੇ ਨੇ ਤੇ ਹੁਣ ਉਹ ਖਤਰੇ ਤੋਂ ਬਾਹਰ ਨੇ। ਕੁਛ ਉਮਰ ਦਾ ਤਕਾਜ਼ਾ ਵੀ ਹੈ, ਕੁਛ ਹੋਰ ਕਾਰਨ ਨੇ, ਕੁਛ ਸਿਹਤ ਵੀ ਉਹਨਾਂ ਦੀ ਪਹਿਲਾਂ ਸੋ ਹੈ।
ਤੇ ਇਸ ਦੌਰਾਨ ਆਪਣੀ ਗੱਲਬਾਤ ਚੱਲ ਰਹੀ ਸੀ ਲਖਵੀਰ ਸਿੰਘ ਦੇ ਮਾਮਲੇ 'ਚ। ਤੁਸੀਂ ਇਸ ਤੇ ਕੁਝ ਗੱਲਬਾਤ ਕਰਨੀ ਹੋਵੇ ਤਾਂ ਆਪ ਦਾ ਸਵਾਗਤ ਹੈ। 9863 ਜਾਂ ਹੋਰ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਹੋਵੇ ਤਾਂ ਆਪ ਦਾ ਸਵਾਗਤ ਹੈ। ਤੇ ਕਿਸਾਨ ਅੰਦੋਲਨ ਜਿਉਂ ਦੀ ਤਿਉਂ ਚੜ੍ਹਦੀ ਕਲਾ ਨੂੰ ਜਾ ਰਿਹਾ ਇਸ ਸਿਲਸਿਲੇ ਵਿੱਚ। ਤੇ ਦੇਸ਼ ਦੀਆਂ ਸਿਆਸੀ ਸਰਗਰਮੀਆਂ ਦੇ ਵਿੱਚ ਸੋਨੀਆ ਗਾਂਧੀ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਲਈ ਹੈ, ਜਿਸ ਦੇ ਵਿੱਚ ਗਰੁੱਪ 23 ਨੇ ਇਤਰਾਜ਼ ਕੀਤਾ ਕਿਉਂਕਿ ਉਹ ਹੋਰ ਪ੍ਰਧਾਨ ਲਾਉਣ ਦੀ ਮੰਗ ਕਰਦੇ ਨੇ। ਸੋ ਗਰੁੱਪ 23 ਵਾਲਿਆਂ ਨੂੰ, ਬਗਾਵਤੀ ਸੁਰਾਂ ਵਾਲਿਆਂ ਨੂੰ ਬਹੁਤ ਸਖਤ ਸ਼ਬਦਾਂ ਦੇ ਵਿੱਚ ਸੋਨੀਆ ਗਾਂਧੀ ਨੇ ਆਖਿਆ ਕਿ ਮੈਂ ਹਮੇਸ਼ਾ ਸਪਸ਼ਟਤਾ ਦੀ ਪ੍ਰਸ਼ੰਸਕ ਰਹੀ ਹਾਂ, ਮੈਨੂੰ ਮੀਡੀਆ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ, ਆਓ ਆਪਾਂ ਸਪਸ਼ਟ ਚਰਚਾ ਕਰੀਏ। ਮੈਂ ਕਾਂਗਰਸ ਦੀ ਪੂਰਨਕਾਲ ਤੇ ਸਰਗਰਮ ਪ੍ਰਧਾਨ ਹੈ, ਜੇ ਕਿਸੇ ਨੂੰ ਕੋਈ ਸ਼ਿਕਵਾ ਸ਼ਿਕਾਇਤ ਹੈ ਤੇ ਮੇਰੇ ਨਾਲ ਸੰਵਾਦ ਰਚਾ ਸਕਦਾ ਹੈ। ਇਸੇ ਦੌਰਾਨ ਭਾਵੇਂ ਪੰਜਾਬ ਦੇ ਜਾਂ ਹੋਰ ਕੁਝ ਚਾਪਲੂਸ ਕਾਂਗਰਸੀਆਂ ਨੇ ਵੀ, ਜਿਸ ਤਰ੍ਹਾਂ ਕਪਤਾਨ ਸਾਹਿਬ ਵੀ ਕਹਿੰਦੇ ਸੀ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦੇ ਬਿਲਕੁਲ ਯੋਗ ਹੈ, ਉਹਨਾਂ ਕਾਂਗਰਸੀਆਂ ਨੇ ਵੀ ਫਿਰ ਆਖਿਆ ਕਿ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਪਰ ਜਿਸ ਤਰ੍ਹਾਂ ਅਗਲੇ ਵਰੇ 2022 ਦੇ ਵਿੱਚ 7 ਸੂਬਿਆਂ ਦੇ ਵਿੱਚ ਚੋਣ ਹੈ, ਖਾਸ ਕਰਕੇ 5 ਸੂਬਿਆਂ ਦੇ ਵਿੱਚ ਤਾਂ ਪੰਜਾਬ, ਯੂਪੀ, ਉੱਤਰਾਖੰਡ, ਇਹਨਾਂ ਸੂਬਿਆਂ ਦੇ ਵਿੱਚ ਤਾਂ ਸ਼ੁਰੂਆਤ ਦੇ ਵਿੱਚ ਹੀ ਹੈ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜੀ ਚੋਣ ਹੈ ਉਹ ਲੇਟ ਹੈ। ਸੋ ਜਿਸ ਮੁਤਾਬਕ ਅਗਲੀਆਂ ਜਿਹੜੀਆਂ ਚੋਣਾਂ ਨੇ ਉਹ ਤਾਂ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਹੀ ਲੜੀਆਂ ਜਾਣਗੀਆਂ। ਪਰ ਇਸ ਦੇ ਨਾਲ ਜਿਹੜੀਆਂ ਅਗਲੇ ਸਾਲ ਜਿਹੜੀਆਂ ਸਤੰਬਰ ਦੇ ਵਿੱਚ ਜਾਂ ਅਗਸਤ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਤੇ ਰਾਹੁਲ ਨੇ ਆਖਿਆ ਕਿ ਮੈਂ ਉਸ ਵਕਤ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੇ ਵਿਚਾਰ ਕਰਾਂਗਾ। ਫਿਲਹਾਲ ਸੋਨੀਆ ਗਾਂਧੀ ਹੀ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਕਰਦੇ ਰਹਿਣਗੇ। ਇਸ ਸੰਬੰਧੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਪਾਰਟੀ ਦੇ ਸੀਨੀਅਰ ਨੇਤਾ ਅੰਬਿਕਾ ਸੋਨੀ ਦੀ ਤਰਫੋਂ ਇਹ ਪ੍ਰਪੋਜ਼ਲ ਕੀਤੀ ਗਈ ਸੀ ਕਿ ਪ੍ਰਧਾਨ ਰਾਹੁਲ ਨੂੰ ਬਣਾਇਆ ਜਾਵੇ। ਇਸ ਦੌਰਾਨ ਜਿਹੜੇ ਕਾਂਗਰਸ ਦੇ ਸੈਕਟਰੀ ਨੇ ਕੇ.ਸੀ. ਵੇਣੂਗੋਪਾਲ ਨੇ ਕਿਹਾ ਸੀਗਾ ਕਿ ਅਗਲੇ ਸਾਲ 21 ਅਗਸਤ ਤੋਂ 20 ਸਤੰਬਰ ਤੱਕ ਦੇ ਦਰਮਿਆਨ ਕਾਂਗਰਸ ਦਾ ਜਿਹੜਾ ਪ੍ਰਧਾਨਗੀ ਦਾ ਚੋਣ ਹੋਵੇਗੀ ਤਾਂ ਕਾਂਗਰਸ ਵਰਕਿੰਗ ਕਮੇਟੀ ਦੀ ਦੂਸਰੀ ਬਾਡੀ ਦੀ ਚੋਣ ਦੀ ਤਾਰੀਖ ਦੀ ਘੋਸ਼ਣਾ ਪਾਰਟੀ ਦੇ ਇਜਲਾਸ ਤੋਂ ਬਾਅਦ ਕੀਤੀ ਜਾਵੇਗੀ। ਇਸ ਦੌਰਾਨ ਅੰਬਿਕਾ ਸੋਨੀ ਨੇ ਇਸ ਮੀਟਿੰਗ ਦੇ ਵਿੱਚ ਇਹ ਵੀ ਆਖਿਆ ਕਿ ਸਾਰੇ ਚਾਹੁੰਦੇ ਨੇ ਕਿ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਹਾਲਾਂਕਿ ਉਹਨਾਂ ਤੇ ਨਿਰਭਰ ਹੈ ਕਿ ਉਹ ਕਦੋਂ ਪ੍ਰਧਾਨ ਬਣਨ ਦਾ ਨਿਰਣਾ ਲੈਂਦੇ ਨੇ। ਇਸ ਤੋਂ ਪਹਿਲਾਂ ਅਸ਼ੋਕ ਗਹਿਲੋਤ ਨੇ ਵੀ ਬੈਠਕ ਦੇ ਵਿੱਚ ਇਹ ਗੱਲ ਉਠਾਈ ਸੀ ਕਿ ਰਾਹੁਲ ਨੂੰ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ। ਤੇ ਇਸ ਸੰਬੰਧੀ ਜਿਹੜੀਆਂ ਅਗਲੇ ਵਰੇ 2022 ਦੇ ਵਿੱਚ 7 ਰਾਜਾਂ ਦੀਆਂ ਚੋਣਾਂ ਹੋਣੀਆਂ ਨੇ, ਉਹਨਾਂ ਚੋਣਾਂ ਤੇ ਵੀ ਚਰਚਾ ਕੀਤੀ ਗਈ ਕਿਉਂਕਿ ਕਾਂਗਰਸ ਦੀ ਸਥਿਤੀ ਇਹ ਹੈ ਕਿ 7 MLA ਨੇ ਯੂਪੀ ਦੇ ਵਿੱਚ, ਇਹਨਾਂ ਦੀ ਸਥਿਤੀ ਬਹੁਤ ਪੇਤਲੀ ਹੈ। ਉਮੀਦ ਵੀ ਕੋਈ ਨਹੀਂ ਹੈ ਜਿਸ ਤਰ੍ਹਾਂ ਦੀ ਸਥਿਤੀ ਹੈ, ਪਰ ਫਿਰ ਵੀ ਕਈ ਸਾਰੇ ਮੁੱਦੇ ਨੇ, ਜਿਵੇਂ ਪ੍ਰਿਯੰਕਾ ਗਾਂਧੀ ਯੂਪੀ ਦੇ ਵਿੱਚ ਲਗਾਤਾਰ ਸਰਗਰਮ ਹੈ ਲਖੀਮਪੁਰ ਕਾਂਡ ਤੋਂ ਬਾਅਦ। ਤੇ ਉਸ ਦੌਰਾਨ ਉਸ ਨੇ ਇਸ ਦੀ ਵੀ ਨਿੰਦਾ ਕੀਤੀ ਕਿ ਬੀਜੇਪੀ ਦੀ ਮਾਨਸਿਕ ਅਵਸਥਾ ਦੱਸਦੀ ਹੈ ਕਿ ਉਹ ਕਰਨਾ ਕੀ ਚਾਹੁੰਦੀ ਹੈ ਤੇ ਕਿਸਾਨ ਅੰਦੋਲਨ ਨੂੰ ਉਹ ਕਿਸ ਤਰ੍ਹਾਂ ਦੇਖ ਰਹੇ ਨੇ। ਸੋ ਬਾਰਡਰ ਦੇ ਚੱਲ ਰਹੇ ਤਣਾਅ ਤੇ ਉਹਨਾਂ ਨੇ ਆਖਿਆ ਕਿ ਵਿਦੇਸ਼ ਨੀਤੀ ਹੈ ਜਿਹੜੀ ਰਾਜਨੀਤਿਕ ਧਰੁਵੀਕਰਨ ਦੇ ਜ਼ਰੀਏ ਬਣ ਗਈ ਹੈ ਤੇ ਅਸੀਂ ਬਾਰਡਰ ਦੇ ਮਾਮਲੇ ਤੇ ਜੋ ਦੇਸ਼ ਦੀਆਂ ਸਰਹੱਦਾਂ ਨੇ ਉਹ ਤੇ ਜੋ ਕੁਝ ਹੋ ਰਿਹਾ ਸਾਨੂੰ ਸੋਚਣਾ ਚਾਹੀਦਾ। ਇਸ ਦਾ ਸਰਕਾਰ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਜੰਮੂ ਕਸ਼ਮੀਰ ਦੇ ਵਿੱਚ ਜਿਵੇਂ ਘੱਟ ਗਿਣਤੀਆਂ ਤੇ ਹਮਲੇ ਹੋਏ ਨੇ ਤੇ ਇਸ ਸੰਬੰਧੀ ਇਹ ਮਸਲਾ ਜਿਹੜਾ ਗਰੁੱਪ 23 ਦੇ ਵਿੱਚ ਸ਼ਾਮਲ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਵੀ ਇਹ ਅੱਜ ਦੀ ਬੈਠਕ ਦੇ ਵਿੱਚ ਇਹ ਮੁੱਦਾ ਉਠਾਇਆ ਸੀ। ਤੇ ਜਿਸ ਤਰ੍ਹਾਂ ਸੋਨੀਆ ਨੇ ਉਸ ਤੇ ਵੀ ਜਵਾਬ ਦਿੱਤਾ। ਸੋ ਇਸ ਸੰਬੰਧੀ CWC ਦੀ ਮੀਟਿੰਗ ਦੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਆਖਿਆ ਸੀ ਕਿ ਰਾਹੁਲ ਗਾਂਧੀ ਕਾਂਗਰਸ ਦੀ ਸਹੀ ਤਰੀਕੇ ਨਾਲ ਅਗਵਾਈ ਕਰ ਸਕਦੇ ਨੇ। ਗਰੁੱਪ 23 ਦੇ ਵਿੱਚ ਜਿਸ ਤਰ੍ਹਾਂ ਕਪਿਲ ਸਿੱਬਲ ਹੈ, ਗੁਲਾਮ ਨਬੀ ਆਜ਼ਾਦ ਹੈ, ਇਹ ਗਰੁੱਪ 23 ਹਮੇਸ਼ਾ ਸੋਨੀਆ ਨੂੰ ਇਹ ਯਾਦ ਦਿਵਾਉਂਦਾ ਕਿ ਜ਼ਮੀਨੀ ਸਤਰ ਤੇ ਪਾਰਟੀ ਦੇ ਵਿੱਚ ਅਜੇ ਕੋਈ ਬਦਲਾਅ ਨਹੀਂ ਹੋਇਆ ਤੇ ਕਾਂਗਰਸ ਦਾ ਗ੍ਰਾਫ ਲਗਾਤਾਰ ਥੱਲੇ ਜਾ ਰਿਹਾ। ਅੰਦਰੂਨੀ ਕਲੇਸ਼ ਤੋਂ ਨਿਪਟਣ ਤੋਂ ਬਾਅਦ ਹੀ ਕਾਂਗਰਸ ਪਾਰਟੀ ਅੱਗੇ ਵਧੇਗੀ। ਇਸ ਸੰਬੰਧੀ ਨਟਵਰ ਸਿੰਘ ਕਪਤਾਨ ਸਾਹਿਬ ਦੇ ਭਣੋਈਏ ਨੇ, ਇਹਨਾਂ ਨੇ ਆਖਿਆ ਕਿ ਸਾਬਕਾ ਵਿਦੇਸ਼ ਮੰਤਰੀ ਨੇ ਕਿ ਕਾਂਗਰਸ ਪਾਰਟੀ ਦੇ ਵਿਗੜਦੇ ਹਾਲਾਤ ਦੇ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ ਤੇ ਅਗਲੇ ਸਾਲ ਪੰਜਾਬ ਸਮੇਤ 5 ਰਾਜਾਂ ਦੇ ਵਿੱਚ ਜਿਹੜੀ ਚੋਣ ਹੋਣੀ ਹੈ ਉਹਦੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰੇਗੀ। ਇਸ ਗੱਲ ਦੀ ਭਵਿੱਖਬਾਣੀ ਨਟਵਰ ਸਿੰਘ ਹੋਰਾਂ ਨੇ ਵੀ ਕਰ ਦਿੱਤੀ ਹੈ। ਤੇ ਇਸ ਸਿਲਸਿਲੇ ਵਿੱਚ ਕਾਂਗਰਸ ਦੀ ਅੰਦਰੂਨੀ ਜਿਹੜੀ ਦਸ਼ਾ
उस ते चर्चा की गई है, पर हाल की घड़ी जिहड़ी प्रधानगी ਉਹ सोनिया गांधी ਕੋਲ ही बनी रहेगी। खास करके पंजाब की स्थिति की भी चर्चा की गई, पर इस दे विच बहुता कुछ परले जिहड़ा नहीं पैंदा। ते इस तो इलावा अगलियां खबरां दे विच अगर चर्चा करिए तां अगलियां खबरां दे विच जिस तरह मैं ये भी अपडेट दे दियां कि अपने भाई सुरिंदर सिंह होरें दी सेहत ठीक है। गलबात मेरी हुई सी, हुणे अपनी दुरुस्ती वाल नूं आ रहे ने, सेहत उन्हां दी ठीक हो रही है। लॉ एंड आर्डर की स्थिति ही साडे मुल्क च ठीक नहीं है। छत्तीसगढ़ दे विच जिस तरह कल दुसहरे के मौके भी किसी सिरफिरे ने भीड़ ते हमला कर दिता सी, जान गई सी, कई लोग जख्मी हुए सन। ते इस दौरान छत्तीसगढ़ दे विच CRPF की जिहड़ी विशेष रेलगड्डी सी उस दे विच धमाका होया ते CRF दे 4 जवान उस दे विच फट्टड़ होए ने, क्योंकि उस इलाके दे जिहड़े माओवादी ने उन्हां दा काफ़ी गढ़ है। सो रायपुर काफ़ी मशहूर जिला है उत्थों दा, जिथे रायपुर रेलवे स्टेशन ते जिहड़ा झारसुगुड़ा तो जम्मू तो भी जा रही सी CRPF की गड्डी, जिस दौरान समान रखने के दौरान यह धमाका होया, जिस दौरान 4 लोग इस दे विच जख्मी हुए ने। हालांकि धमाके की की इनपुट है इस बारे स्पष्ट नहीं होया। ते इस दे नाल लॉ एंड आर्डर की स्थिति के मद्देनज़र यह है कि औरंगाबाद की जेल दे विच अज कैदियों ने काफ़ी हंगामा किया ते 33 कैदी जेल तोड़ के फरार हो गए ने, जिन्हां दे विचों 15 नूं मुड़ काबू कर लिया। सो औरंगाबाद के मुफसल थाना इलाके के भविंडी दे विच घटना वापरी है। सो यह भी पता लगा कि कैदियों ने जिहड़े सिक्योरिटी वाले पुलिस वाले सी उन्हां ते भी भरमां हमला कीता है। ते बटाला माझे दे विच जिहड़ी लॉ एंड आर्डर की स्थिति यह है कि एक सुनियारे दे डाका पिया अलीवाल के नेड़े दिन दिहाड़े नकाबपोश 3 लुटेरियां ने एक ज्वैलरी की दुकान ते हमला किया। पिस्टल की नोक ते 6 तोले सोना ते 50,000 रुपए की नकदी लुटी है। सो अड्डा अलीवाल के ये दीपक ज्वैलर के मालिक रविंदर सिंह ने दस्सिया कि जदों उन्होंने सवेरे दुकान खोली तो कार सवार 3 नौजवान कार च दाखिल होए, जिन्होंने दुकान च दाखिल होए कार च उतर के, जिन्होंने मूँह ते मास्क लाए हुए सन। ते दुकान ते आके तो पहले उन्होंने चांदी की चेन की मांग की। जदों चेन विखा रहा सी तो उन्होंने पिस्टल कढ़ लिया ते 6 तोले सोना ते 50,000 की नकदी लैके फरार हो गए ने। ते इस तरह होर भी एकड़ दुकड़ घटनावां किते न किते इस मुतलक वापर रही ने। पर किसान अंदोलन के मद्देनज़र जिस तरह हुण भारत सरकार तिकड़बाजियां ते उतरी है कि किवें न किवें इस अंदोलन नूं खत्म किया जाए, क्योंकि यूपी की सियासत के मद्देनज़र एक बड़ी समस्या बन रहा यूपी दी चोणां के मद्देनज़र, क्योंकि लखीमपुर खीरी कांड तो बाद इसकी जिहड़ी स्थिति है जां इसका जिहड़ा वेग है वो पूरे भारत वाल नूं वध रहा सी, जिसनों किते न किते काबू दे विच करन दी कवायद दे अधीन सुप्रीम कोर्ट भी कार्रवाई करदी है। ते इस हस्ते विच सुप्रीम कोर्ट ने अज एक सुनवाई करने की अपील पाई सी कि जिहड़ा बॉर्डर दे किसान बॉर्डर ते बैठे ने इसका मसला जल्दी सुलझाया जाए। उधर जिहड़ा कल निहंग सिंह द्वारा एक व्यक्ति लखवीर सिंह का कतल किया गया, उस मामले दे विच भी एक पटिशन अज सुप्रीम कोर्ट दे विच दाखिल हुई है कि एक अनुसूचित जाति के व्यक्ति नूं बड़ी बेरहमी दे नाल कतल किया गया ते उसकी लाश नूं तालिबानी तरीके नाल लटकाया गया। सो इस पटिशन दे विच यह भी दलील दी गई कि बोलण ते प्रगटावे की आज़ादी ते जीवन दा आज़ादी जीवन के अधिकार तो उपर नहीं हो सकती। इस संबंधी स्वाति गोल ते संजीव नवार ने एडवोकेट शशांक शेखर झा के जरिए यह पटिशन दायर की है, जिस विच कहा गया कि जेकर इन्हां विरोध प्रदर्शन इसी तरह जारी रहन दिता गया तो देश नूं वड्डे पद्धर ते नुकसान झेलना पै सकदा है। इस करके राज्यां ते केंद्र शासित प्रदेशां नूं सुप्रीम कोर्ट निर्देश देवे कि इस तरह के सारे प्रदर्शन ने जिहड़े वो महामारी खत्म होने तक करोना तक इन्हां प्रदर्शनां की आग्या ना होवे। ते खास करके इस दलित भाईचारे नाल संबंधित व्यक्ति की हुई हत्या का मामला भी उठाया गया ते इस संबंधी ये भी कहा गया कि इन्हां पटिशनां ते तुरंत सुनवाई की जाए ते इन्हां प्रदर्शनकारियों नूं दिल्ली के बार्डरां तो जल्द हटाया जाए तां जो लोकां दी रोज़मर्रा दे विच कोई दिक्कत ना आवे। ये मार्च जिहड़ी पटिशन सी भावें इसे साल मार्च दे विच पाई गई सी ते पर इस पटिशन ते सुनवाई नहीं सी हो रही, जिस करके एक ताज़ा अर्जी अज दायर की गई, जिस दे विच सुप्रीम कोर्ट नूं फिर ये अपील की गई
कि वो इस मामले दे विच जल्द तो जल्द सुनवाई करे ते तां जो लोगों नूं राहत दा साह आवे। उधर पंजाब की नवी बनी वजारत अपनी कारगुजारी दिखाती है। इस संबंधी पंजाब के उप मुख्यमंत्री सुखजिंदर सिंह रंधावा ने सरहदी इलाकों का दौरा किया ते पुलिस की जिहड़ी है निरीखण भी किया, जदों कि पुलिस के हालात ये भी ने मंदभागे ने। डिप्रैशन बहुत लोगों को हो रहा। सो मानसा दे विच तैनात एक पुलिस के कर्मचारी अर्शदीप ने ड्यूटी के वक्त अपने आप को गोली मार के कतल कर लिया, जो कि मानसा के नेड़ले पिंड खारा का रहने वाला सी। हालांकि उसनों अपने पिता की थां ते नौकरी मिली सी ते उसके पिता नहीं सन ते परिवार दे विच अपनी माता दे नाल ही रह रहा सी। पर इस सिपाही अर्शदीप किन्हां कारणों करके अपनी सरकारी सर्विस राइफल दे नाल ही सुसाइड कर गया, अजे ये कारण स्पष्ट नहीं है। क्योंकि इस ਵਰਤਾਰਿਆਂ ਨੂੰ ਜੇ ਵਾਚਿਆ ਜਾਵੇ ਤਾਂ बहुत सारा डिप्रैशन लोगों ਦੇ ਵਿੱਚ ਹੁੰਦਾ, ਇਹਦੇ ਵਿੱਚ ਕੋਈ ਦੁਹਰਾਵਾਂ नहीं ने। ਇਸ ਸੀ ਦੋਸਤੋ ਕੁਝ ਖਬਰਾਂ ਤੇ ਨਜ਼ਰਾਂ ਤੇ ਲਓ ਹੁਣ ਥੋੜੀ ਵਿਰਾਸਤ ਦੀ ਗੱਲ ਕਰਾਂਗੇ। ਸਿਆਸਤ ਦੀ ਗੱਲਬਾਤ ਹੋ ਗਈ ਹੈ ਤੇ ਇਸ ਦੌਰਾਨ ਜਿਹੜਾ ਸਾਂਝੀ ਮਾਈ ਦਾ ਤਿਹਾਰ ਸੀ ਉਸ ਤੇ ਚਰਚਾ ਕਰਾਂਗੇ। ਤੁਸੀਂ ਕੋਈ ਨਾਲ ਆਪਣੀ ਯਾਦ ਤਾਜ਼ਾ ਕਰਨੀ ਹੈ ਤਾਂ ਆਪ ਦਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਰਹੇਗਾ। ਇੱਕ ਬੇਨਤੀ ਕਰਦੇ ਹਾਂ ਕਿ ਇਹ ਲਾਈਵ ਪ੍ਰੋਗਰਾਮ ਨੂੰ ਆਪਾਂ ਬਾਅਦ ਦੇ ਵਿੱਚ ਨਾ ਐਡਿਟ ਕਰਕੇ ਰਿਕਾਰਡਿੰਗ ਕਰਕੇ ਪਾਈਦਾ, एडिटिंग करी है नाल थोड़ी रिकॉर्डिंग भी करी दिया करके कमी पेशी होंदी है। सो इस करके लाइव प्रोग्राम जिहड़ा बाद विच प्राइवेट कर देने जां डिलीट कर देने कह लईए। इस तो बाद फिर उस दी जगह आपां एडिट प्रोग्राम पाईदा जिस दे विच अंक लिखिया हुंदा, जिवें 516 इवनिंग दा ई लिखिया होएगा। सो वो जरूर वो स्टडी करिया करो, इन्नी क बेनती है। ते प्रोग्राम नूं पसंद कर दिओ तां अगे शेयर ते साझा भी करिया करो। ते सांझी माई असल दे विच इह है कि एक पेंडू देवी है जिसनों ग्राम देवी भी कहा जाता, जिसकी पूजा नरात्यां दे दिनां दे दौरान छोटियां छोटियां कुड़ियां कंजकां जां वड्डियां कुड़ियां जां कंज कुवारियां करदियां ने। चेतर ते अस्सू दा जिहड़ा चानण पक्ष दे पहले 9 दिन ने उन्हां नूं नवराते कहा जाता। 9 नराते ते 10वां दशहरा ते नरात्यां दे दौरान विआहां दी आमद हो जाती है, क्योंकि श्राद्धां दे खात्मा हुंदियां ही नवरात्यां दी शुरुआत हुंदी है। ते जिस दौरान अस्सू दे नरात्यां दे विच देवी पूजन का वधेरे महत्व हिंदू धर्म दे विच मन्निया गया। असल दे विच सांझी माई जिहड़ी दुर्गा देवी का एक रूप है। सांझी शब्द की उत्पत्ति बारे भी कई धारनावां प्रचलित ने। जिवें एक विचार तां इह है कि सांझी जिहड़ा लफज है ये सांझ तो बनिया, शाम तो बनिया, जिसका अर्थ है शाम। इसे करके इसकी देवी की पूजा ना जिहड़ी सांझ दे वक्त कीती जांदी है। तां हुण आपां खैर भुल गए हां, ਆਪਾਂ शाम कहन लग गए। हालांकि ये लफज हिंदी भाषी है। पहला इहदी जगह हुंदा सी आथण तड़के, सवेरे शाम। जिहड़ा टकसाली लफज सी सवेरे शाम लिखिया जांदा है। आम भाषा दे विच इह आथण तड़के कहा जांदा सीगा, जां सांझ सवेरे ये जुड़दा सीगा। सांझ शाम नूं भी सांझ नूं आई यार, ते जां सवेरे आई जां तड़के तड़के आई, है ना। तड़का ते आथण ये भी हुंदा सी, आथण वेला। ये जिहड़ा हुण सवेर ते शाम हो गया, मॉर्निंग इवनिंग हो गया। सो ये जिहड़ा क्योंकि ये पूजा शाम नूं कीती जांदी सी। अमूमन जिहड़ी पूजा ज़्यादा पवित्र मनी जाती है वो सवेर दे वक्त ही लोग मानते हैं। ये ठीक है कि जिस तरह सिख धर्म दे विच जां होरां धर्मां दे विच, सिख धर्म दे विच रहरास है, हिंदू धर्म दे विच भी शाम दी आरती है, पर बहुता पूजा का महत्व सवेरे अमृत वेले मन्निया जाता है। अमृत वेला सच नौ वड्याई विचार, जिस तरह वाक भी ने। तो क्योंकि फुल एनर्जी का वक्त होंदा। उन्हीं दिनी पिछले दिनी डॉक्टर आसा सिंह घुम्मन होरां ने भी दस्सिया सी। अजकल का मौसम बहुत मफीद है, भावें सैर करनी है ते भावें शराब कढ़नी है। जिवें एक बाई ने कमेंट किया सी खैरा साहब होरां ने, और मेरे ते ना शक करो कि मैं शराब कढ़दा। खैर वो क्योंकि उहदी फर्टिलेशन वास्ते ना ये वधिया मौसम मन्निया जाता है। खैर इस करके सांझ वेले हुंदी पूजा तो ही इस देवी का नाम सांझी माई कहा गया। एक होर विचार है कि राजस्थान दे विच इस त्योहार नूं संभिया कहा जाता है। उत्तर प्रदेश दे विच इसनूं झांजी कहंदे ने ते इह झांजी ना विगड़ के पंजाब दे विच सांझी बन गया। दूजी धारणा यह भी है कि सांझी की पूजा दे नाल सुशील सुनक्खा ते दीर्घ आयु वाला पति प्राप्त करना हुंदा है। जिवें कई कुड़ियां जड़ियां ने और शिव का वर्त रखदियां ने, सोमवार का वर्त रखदियां ने। सो सांझी माई तो एक सोहने वर दी मंग भी की जाती है।
ਤੇ ਸਾਂਝੀ ਦੀ ਪੂਜਾ ਵਾਸਤੇ ਜਿਸ ਤਰ੍ਹਾਂ ਅੱਜ ਕੱਲ੍ਹ ਕਣਕ ਦੀ ਬਿਜਾਈ ਹੁੰਦੀ ਹੈ, ਨਾਲ ਜੌਆਂ ਦੀ ਖੇਤੀ ਹੁੰਦੀ ਸੀਗੀ ਪਹਿਲਾਂ। ਹਾਲਾਂਕਿ ਜੌਂ ਬਹੁਤ ਅੱਛੀ ਚੀਜ਼ ਹੈ, ਬਾਹਰਲੇ ਖਾਣ ਨੂੰ ਵੀ ਬੜੇ ਗੁੱਡ ਹੁੰਦੇ ਆ, ਤੇ ਜੌਆਂ ਦੀ ਬੀਅਰ ਬਹੁਤ ਬਣਾਉਂਦੇ ਆ ਲੋਕੀ, ਤੇ ਬੜਾ ਮਫੀਦ ਚੀਜ਼ ਹੈ। ਤੇ ਸੱਤੂ ਵੀ ਹੁੰਦੇ ਸੀਗੇ ਜੌਆਂ ਦੇ। ਹੁਣ ਤਾਂ ਸੱਤੂ ਲੋਕਾਂ ਦੇ ਵੀ ਮੁੱਕ ਗਏ ਨੇ, ਤੇ ਸੱਤੂ ਸੁਦਾਮਾ ਜੀ ਦੇ ਵੀ ਮੁੱਕ ਗਏ ਨੇ। ਸੁਦਾਮਾ ਤੇ ਕ੍ਰਿਸ਼ਨ ਦੀ ਦੋਸਤੀ ਦੀ ਗੱਲ ਹੁੰਦੀ ਹੈ ਨਾ, ਫਿਰ ਉਦੋਂ ਸੱਤੂ ਦੀ ਗੱਲ ਹੁੰਦੀ ਹੈ। ਤੇ ਗਰਮੀ 'ਚ ਬਹੁਤ ਢੰਡੀਰ ਬਖਸ਼ਦੇ ਆ। ਵੈਸੇ ਸ਼ੂਗਰ ਜਾਂ ਹੋਰ ਜਿਹੜੇ ਮਰਜ਼ਾਂ ਦੇ ਮਰੀਜ਼ ਨੇ ਉਹਨਾਂ ਦੇ ਵਾਸਤੇ ਜਿਹੜੀ ਜੌਂ ਬਹੁਤ ਚੰਗੀ ਹੈ, ਪਰ ਉਹ ਕਹਿੰਦੇ ਨੇ ਨਾ ਜੌਂ ਭਨਾਵੇ ਗੌਂ, ਹਨਾ। ਤੇ ਇਸ ਦੇ ਵਿੱਚ ਜੌਂ ਦੇ ਆਟੇ ਦੀ ਰੋਟੀ ਵੀ ਸਵਾਦਲੀ ਬਣਦੀ ਹੈ, ਮਰੀਜ਼ ਲੋਕਾਂ ਦੇ ਵਾਸਤੇ ਕਾਫੀ ਫਾਇਦੇਮੰਦ ਹੈ, ਮਫੀਦ ਹੈ। ਤੇ ਇਸ ਕਰਕੇ ਸਾਂਝੀ ਮਾਈ ਦੀ ਪੂਜਾ ਦੇ ਵਾਸਤੇ ਘਰ ਦੇ ਵਿੱਚ ਜੌਆਂ ਦੀ ਖੇਤੀ ਬੀਜੀ ਜਾਂਦੀ ਸੀ। ਕਿਸੇ ਕੰਧ ਉੱਤੇ ਸਾਂਝੀ ਦੀ ਮੂਰਤੀ ਮਿੱਟੀ ਆਦਿ ਬਣਾਈ ਜਾਂਦੀ ਸੀ। ਸੋ ਨਰਾਤਿਆਂ ਨੂੰ ਕੁੜੀਆਂ ਕਿਸੇ ਕੋਰੇ ਭਾਂਡੇ ਦੇ ਵਿੱਚ ਪਹਿਲਾਂ ਜਿਵੇਂ ਕੋਈ ਠੂਠਾ ਹੋ ਗਿਆ, ਕੋਈ ਤੌੜੀ ਫੁੱਟੀ ਹੋ ਗਈ, ਕੋਈ ਡੱਬਾ ਹੋ ਗਿਆ, ਜਾਂ ਮਿੱਟੀ ਦੇ ਵਿੱਚ ਹੀ ਜੌਂ ਬੀਜ ਦਿੰਦੀਆਂ ਸੀ ਜੇ ਕੋਈ ਭਾਂਡਾ ਨਾ ਮਿਲੇ। ਇਹ ਵੀ ਇੱਕ ਕਰਸਾਨੀ ਦੇ ਨਾਲ ਜੁੜਿਆ ਜਿਵੇਂ ਖੇਤਾ ਹੈ। ਇੱਥੇ ਲੋਕ ਫਿਰ ਉਹ ਇੱਕ ਜੌਆਂ ਦਾ ਟ੍ਰਾਇਲ, ਇੱਕ ਸੈਂਪਲ ਹੋ ਜਾਂਦਾ ਸੀਗਾ ਬੀਜਣ ਦਾ, ਤੇ ਉਹ ਜੌਂ ਥੋੜੇ ਜਿਹੇ ਰੱਖ ਕੇ ਤੇ ਫਿਰ ਦੁਸਹਿਰੇ ਵਾਲੇ ਦਿਨ ਉਹ ਜੌਂ ਵੀ ਟੰਗੇ ਜਾਂਦੇ ਸੀ। ਜੌਂ ਟੰਗਣ ਦੀ ਰਸਮ ਜਿਵੇਂ ਘਾਹ ਦੀ ਦੁੱਬ ਟੰਗੀ ਜਾਂਦੀ ਹੈ। ਤੇ ਇਸ ਦੌਰਾਨ ਇਸ ਨੂੰ ਅੱਕ ਜਾਂ ਰਿੰਡ ਦੇ ਪੱਤਿਆਂ ਨਾਲ ਢੱਕਿਆ ਜਾਂਦਾ ਸੀ। ਤੇ ਹਰ ਨਾਤੇ ਨੂੰ ਸਵੇਰੇ ਉੱਠ ਕੇ ਉਹ ਖੇਤਰੀ ਨੂੰ ਸਭ ਤੋਂ ਪਹਿਲਾਂ ਪਾਣੀ ਦਿੰਦੀਆਂ ਥੋੜਾ ਥੋੜਾ ਜੌਆਂ ਨੂੰ, ਤੇ ਫਿਰ ਆਰਤੀ ਉਤਾਰਦੀਆਂ। ਤੇ 9 ਦਿਨਾਂ ਦੇ ਵਿੱਚ ਜੌਆਂ ਦੇ ਬੰਬਲ ਨਿਕਲ ਆਉਂਦੇ। ਤੇ 10ਵੇਂ ਦਿਨ ਕੁੜੀਆਂ ਆਪਣੇ ਭਰਾਵਾਂ ਤੇ ਅੰਗਾ ਸਾਕਾਂ ਦੀਆਂ ਪੱਗਾਂ ਦੇ ਵਿੱਚ ਇਹ ਜੌਂ ਟੰਗਦੀਆਂ, ਤੇ ਜੌਂ ਟੰਗਾਈ ਵਜੋਂ ਕੁਝ ਰੁਪਈਏ ਜਾਂ ਕੁਝ ਬੰਦੇਜ ਵੀ ਲੈਂਦੀਆਂ, ਸ਼ਗਨ ਵੀ ਲੈਂਦੀਆਂ। ਸੋ 10ਵੀਂ ਨੂੰ ਕੁੜੀਆਂ ਗੀਤ ਗਾਉਂਦੀਆਂ ਹੋਈਆਂ ਇਸ ਖੇਤੀ ਨੂੰ, ਜਾਣੀ ਕਿ ਉਹਨਾਂ ਜੌਆਂ ਨੂੰ ਵੀ, ਤੇ ਉਹ ਸਾਂਝੀ ਨੂੰ ਕਿਸੇ ਪਿੰਡ ਦੇ ਟੋਭੇ ਜਾਂ ਨਦੀ ਨਾਲੇ ਦੇ ਵਿੱਚ ਪ੍ਰਵਾਹ ਕਰਦੀਆਂ। ਖੇਤਰੀ ਪੂਜਾ ਤੋਂ ਇਲਾਵਾ ਜਿਹੜੀ ਸਾਂਝੀ ਪੂਜਣ ਦੇ ਲਈ ਪਹਿਲੇ ਨਰਾਤੇ ਨੂੰ ਵਿਹੜੇ ਦੀ ਕਿਸੇ ਕੰਧ ਨੂੰ ਲਿਪ ਪੋਚ ਕੇ ਉਸ ਦੇ ਉੱਤੇ ਗੋਹੇ ਤੇ ਮਿੱਟੀ ਦੀਆਂ ਟਿੱਕੀਆਂ ਦੇ ਨਾਲ, ਖਾਸ ਕਰਕੇ ਜਿਹੜੇ ਗੋਹੇ ਨਾਲ ਉਹ ਪੇਸਟ ਹੁੰਦੀਆਂ ਸੀ, ਜਾਣੀ ਪੇਸਟ ਦਾ ਕੰਮ ਗੋਹਾ ਕਰਦਾ ਸੀਗਾ, ਤੇ ਉਹ ਟਿੱਕੀਆਂ ਪਹਿਲਾਂ ਮਿੱਟੀ ਦੀਆਂ ਬਣਾਈਆਂ ਹੁੰਦੀਆਂ ਸੀ। ਫਿਰ ਉਹਨਾਂ ਨੂੰ ਕਲੀਆਤ ਕਰਕੇ ਸ਼ਿੰਗਾਰਿਆ ਹੁੰਦਾ ਸੀ, ਉਹਦੇ ਵਿੱਚ ਦੇਵੀ ਦਾ ਮੂੰਹ ਜਿਹਾ ਵੀ ਬਣਾਇਆ ਹੁੰਦਾ ਸੀ, ਫਿਰ ਉੱਤੇ ਲਾਲ ਦੁਸ਼ਾਲਾ ਰੁਮਾਲ ਵੀ ਪਾਇਆ ਹੁੰਦਾ ਸੀ ਸਾਂਝੀ ਮਾਈ ਦਾ। ਸੋ ਉਹ 2 ਦਿਨ ਪਹਿਲਾਂ ਮਿੱਟੀ ਦੇ ਚੰਨ ਤਾਰੇ, ਚਿੜੀਆਂ ਆਦਿ ਬਣਾ ਕੇ ਸੁਕਾ ਲਈਆਂ ਜਾਂਦੀਆਂ ਸੀ। ਫਿਰ ਉਹਨਾਂ ਨੂੰ ਕਲੀ ਦਾ ਪੇਂਟ ਕੀਤਾ ਜਾਂਦਾ, ਰੰਗ ਕੀਤਾ ਜਾਂਦਾ ਹੈ। ਸਾਂਝੀ ਦੇ ਸਿਰ ਉੱਤੇ ਚੰਨ ਤਾਰਿਆਂ ਦੇ ਚੰਦੋਏ ਤਾਣ ਕੇ ਚਿੜੀਆਂ ਬਣਾਈਆਂ ਹੁੰਦੀਆਂ, ਜਿਹੜੀ ਦਰਬਾਰ ਸਜਾਇਆ ਹੁੰਦਾ ਹੈ। ਤੇ ਕਈ ਵਾਰ ਘੁਮਿਆਰ ਤੋਂ ਸਾਂਝੀ ਦੇ ਮੂੰਹ ਮੱਥੇ, ਹੱਥ ਅਤੇ ਪੈਰ ਖਰੀਦ ਕੇ ਕੰਧ ਉੱਤੇ ਚਿਪਕਾ ਲੈ ਜਾਂਦੇ। ਅੱਜ ਕੱਲ੍ਹ ਤਾਂ ਸਾਂਝੀ ਬਣੀ ਬਣਾਈ ਵੀ ਆਉਂਦੀ ਹੈ। ਤੇ ਪਹਾੜੀ ਇਲਾਕਿਆਂ ਦੇ ਵਿੱਚ ਸਾਂਝੀ ਦੇ ਨਾਲ ਨਾਲ ਗਊ ਬੱਚੇ ਦੀ ਵੀ ਮੂਰਤੀ ਬਣਾਈ ਜਾਂਦੀ ਸੀ, ਕਿਉਂਕਿ ਹਿੰਦੂ ਧਰਮ ਦੇ ਵਿੱਚ ਗਾਂ ਤੇ ਬੱਚਾ ਜਿਹੜੇ ਪਵਿੱਤਰ ਮੰਨੇ ਜਾਂਦੇ ਨੇ। ਸੋ ਕਈ ਜਿਹੜੇ ਹਿਮਾਚਲ ਦੇ ਲੋਕ ਨੇ ਉਹ ਗਾਂ ਤੇ ਬੱਚੇ ਦੀ ਮੂਰਤੀ ਵੀ ਨਾਲ ਬਣਾ ਦਿੰਦੇ। ਫਿਰ ਸਾਂਝੀ ਮਾਈ ਨੂੰ ਕਿਉਂਕਿ ਗਹਿਣਿਆਂ ਦਾ ਬੜਾ ਮੋਹ ਹੁੰਦਾ ਸੀ, ਇਸ ਵਾਸਤੇ ਸਾਂਝੀ ਦੀ ਮੂਰਤੀ ਨੂੰ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ, ਤੇ ਕੰਨਾਂ ਦੇ ਵਿੱਚ ਝੁਮਕੇ, ਨੱਕ 'ਚ ਨੱਥ, ਹੱਥਾਂ ਤੇ ਅੰਗੂਠੀਆਂ, ਬਾਹਾਂ ਦੇ ਵਿੱਚ ਕੰਗਣ ਜਾਂ ਹੋਰ ਗਹਿਣਾ ਗੱਟਾ ਪਾਇਆ ਜਾਂਦਾ। ਸੋ ਇਹ ਧਾਰਨਾ ਮੰਨੀ ਜਾਂਦੀ ਸੀ ਕਿ ਇਸ ਮੂਰਤੀ ਨੂੰ ਜਿੰਨਾ ਵਧੇਰੇ ਗਹਿਣੇ ਕੋਈ ਕੰਨਿਆ ਦੇਵੀ ਦੇ ਸਰੀਰ ਤੋਂ ਸਜਾਏਗੀ, ਓਨੇ ਜ਼ਿਆਦਾ ਗਹਿਣੇ ਉਸ ਨੂੰ ਵਰੀ ਦੇ ਵਿੱਚ ਢੋਏ ਜਾਣਗੇ। ਇਹ ਇੱਕ ਮਤਲਬ ਇੱਕ ਇੱਛਾ ਪੈਦਾ ਹੋ ਜਾਂਦੀ ਸੀ ਸਹੁਰਿਆਂ ਪ੍ਰਤੀ ਕਿ ਜਿੰਨੀ ਰੀਝ ਦੇ ਨਾਲ ਆਪਣੀ ਸਾਂਝੀ ਉਹ ਵਧੀਆ ਬਣਾਏਗੀ। ਇੱਕ ਮਤਲਬ ਕਲਾ ਉਪਜਾਉਣ ਦਾ ਤਰੀਕਾ ਸੀ ਕੁੜੀਆਂ ਦੇ ਵਿੱਚ ਕਿ ਮੇਰੀ ਸਾਂਝੀ ਬਹੁਤ ਸੋਹਣੀ ਆ। ਫਿਰ ਪਿੰਡ ਦੀਆਂ ਔਰਤਾਂ ਨੇ, ਵਡੇਰੀਆਂ ਔਰਤਾਂ ਨੇ ਉਹਨਾਂ ਦਾ ਨਿਰੀਖਣ ਕਰ ਦਿੱਤਾ ਕਿ ਫਲਾਣਿਆਂ ਦੀ ਲੜਕੀ ਨੇ ਤਾਂ ਬਹੁਤ ਸੋਹਣੀ ਸਾਂਝੀ ਬਣਾਈ, ਬਲਾ ਬਲਾ। ਤੇ ਮੈਨੂੰ ਯਾਦ ਹੈ ਸਾਡੇ ਉਹ ਬਾਣੀਆਂ ਦੇ ਮਹੱਲੇ ਸਾਂਝੀ ਲਾਉਂਦੇ ਹੁੰਦੇ ਸੀ, ਤੇ ਅਸੀਂ ਉੱਥੇ ਕਈ ਵਾਰੀ ਸ਼ਾਮ ਨੂੰ ਜਿਹੜਾ ਸਾਂਝੀ ਦਾ ਭੋਗ ਲੈਣ ਚਲਿਆ ਜਾਣਾ। ਤੇ ਇਸ ਤਰ੍ਹਾਂ ਸਭਨਾਂ ਗਹਿਣਿਆਂ ਦੇ ਉੱਥੇ ਸਾਂਝੀ ਦੇ ਗੀਤ ਵੀ ਗਾਏ ਜਾਂਦੇ ਸੀਗੇ, ਜਿਸ ਤਰ੍ਹਾਂ ਮੇਰੀ ਤਾਂ ਸਾਂਝੀ ਮੰਗਦੀ ਛੱਜ ਭਰਿਆ ਗਹਿਣਾ, ਕਿੱਥੋਂ ਮੈਂ ਦੇਵਾਂ ਗਹਿਣਿਆਂ ਦਾ ਛੱਜ ਨਹੀਂ, ਵੀਰ ਤਾਂ ਮੇਰਾ ਸੁਨਿਆਰਾਂ ਦੇ ਬੈਠਾ, ਕਢਵਾ ਲਿਆਉਂਦਾ ਛੱਜ ਗਹਿਣਿਆਂ ਦਾ। ਤੇ ਕਿਉਂਕਿ ਗਹਿਣਿਆਂ ਪ੍ਰਤੀ ਦਿਲਚਸਪੀ ਵੀ ਸੀ। ਉਹ ਕਹਿੰਦੇ ਸੀ ਨਾ, ਜਿਵੇਂ ਜੇ ਕਿਸੇ ਨੇ ਫਿਰ ਜ਼ਿਆਦਾ ਗਹਿਣੇ ਪਾਏ ਤੇ ਉਹਨਾਂ ਨੇ ਮਿਹਣਾ ਵੀ ਮਾਰਨਾ, ਬੱਕਰੀ ਦੀ ਖੁਰਜੇ ਨਹੀਂ ਤੈਨੂੰ ਛੱਜ ਗਹਿਣਿਆਂ ਦਾ ਪਾਇਆ, ਹੈ ਨਾ। ਮਤਲਬ ਕਈ ਵਾਰੀ ਛੋਟੀ ਜਿਹੀ ਦੁਲਹਨ ਹੁੰਦੀ, ਛੱਜ ਭਰ ਕੇ ਗਹਿਣੇ ਪਾਏ ਜਾਂਦੇ। ਤੇ ਇਸ ਤਰ੍ਹਾਂ ਸਾਰੇ ਗਹਿਣਿਆਂ ਨੂੰ, ਹਾਰ ਹਮੇਲਾਂ ਨੂੰ, ਬਾਕੀ ਬਾਂਕਾਂ ਬਿੰਦੀਆਂ ਨੂੰ ਤੇ ਗਜਰੇ ਆਦਿ ਨੂੰ, ਇਹ ਜਿਹੜੇ ਨੇ ਉਹਨਾਂ ਸਾਰਿਆਂ ਗਹਿਣਿਆਂ ਦੇ ਨਾਂ ਇਸ ਤਰ੍ਹਾਂ ਗੀਤਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕੁਝ ਗਿਣ ਸਕਾਂ ਕਿਹੜੇ ਕਿਹੜੇ ਗੀਤ ਵੱਖ-ਵੱਖ ਗਹਿਣਿਆਂ ਨਾਲ ਹੁੰਦੇ ਸੀਗੇ।
ਤੇ ਕਈ ਲੋਕ ਸਾਂਝੀ ਮਾਈ ਦੇ ਸਿਰ ਵੱਲ ਮਿੱਟੀ ਦੇ ਚੰਨ, ਸੂਰਜ ਤੇ ਤਾਰੇ ਜਾਨੀ ਪੂਰਾ ਅਸਮਾਨ ਸਜਾ ਦਿੰਦੇ। ਸਾਂਝੀ ਦੇ ਸਰੀਰ ਤੇ ਕਈ ਪਿੰਡੂ ਡੋਮਣੇ ਤੇ ਕਾਲੇ ਚੋਰ ਦੀ ਮੂਰਤੀ ਵੀ ਬਣਾਉਂਦੇ ਸੀ। ਡੋਮਣੀ ਤੇ ਕਾਲਾ ਚੋਰ, ਤੇ ਉਹ ਵੀ ਗੋਹੇ ਦੇ ਵਿੱਚ ਟਿਕਾ ਦਿੱਤੀ ਜਾਂਦੀ ਸੀ। ਚੋਰ ਦਾ ਮੂੰਹ ਕਾਲਾ ਕੀਤਾ ਹੁੰਦਾ ਸੀ। ਕਹਿੰਦੇ ਨੇ ਕਿ ਇੱਕ ਅਮੀਰ ਤੀਵੀਂ ਨੇ ਸਾਂਝੀ ਦੀ ਮੂਰਤੀ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ ਪਹਿਨਾਏ ਤੇ ਕੋਈ ਚੋਰ ਉਸ ਸਾਂਝੀ ਦੀ ਮੂਰਤੀ ਤੋਂ ਰਾਤ ਨੂੰ ਗਹਿਣੇ ਚੋਰੀ ਲੈ ਕੇ ਆਇਆ। ਉਦੋਂ ਤੋਂ ਉਸ ਮੂਰਤੀ ਦੇ ਨਾਲ ਚੋਰ ਦਾ ਚਿੱਤਰ ਵੀ ਬਣਾਇਆ ਜਾਣ ਲੱਗਾ, ਜਿਸ ਦਾ ਮੂੰਹ ਕਾਲਾ ਕੀਤਾ ਹੁੰਦਾ ਸੀ। ਤੇ ਸੰਝ ਵੇਲੇ ਹਰ ਰੋਜ਼ ਕੁੜੀਆਂ ਮੂਰਤੀ ਦੇ ਸਾਹਮਣੇ ਬੈਠ ਕੇ ਮਾਈ ਨੂੰ ਪੂਜਦੀਆਂ ਤੇ ਆਰਤੀ ਉਤਾਰਦੀਆਂ ਤੇ ਮਾਈ ਦਾ ਜਸ ਗਾਉਂਦੀਆਂ। ਡੋਲਾ ਡੋਲੜੀਆ ਵੇ, ਡੋਲਾ ਭਰਿਆ ਸੰਧੂਰ ਵੇ, ਮੇਰੀ ਸਾਂਝੀ ਦੇ ਮੱਥੇ ਨੂਰ ਵੇ, ਮੇਰੀ ਸਾਂਝੀ ਦੇ ਮਨ ਧੀਰ ਵੇ, ਜੀਵਨ ਸਾਂਝੀ ਦੇ ਵੀਰ ਵੇ। ਤੇ ਪੂਜਾ ਦੇ ਵੇਲੇ ਮੂਰਤੀ ਦੇ ਅੱਗੋਂ ਘਿਓ ਦੀਆਂ ਜੋਤਾਂ ਜਗਾਈਆਂ ਜਾਂਦੀਆਂ ਤੇ ਆਰਤੀ ਦੇ ਗੀਤ 7 ਵਾਰ ਗਾਏ ਜਾਂਦੇ, ਜਿਸ ਕਰਕੇ ਉਹਨਾਂ ਨੂੰ 7 ਆਰਤੀਆਂ ਵੀ ਕਹਿੰਦੇ ਸਨ। ਤੇ ਫਿਰ ਸ਼ੱਕਰ ਤੇ ਚੌਲਾਂ ਨੂੰ ਰਲਾ ਕੇ ਬਣਾਇਆ ਪ੍ਰਸ਼ਾਦ, ਜਿਸ ਨੂੰ ਸ਼ੱਕਰ ਚੌਲੀ ਕਹਿੰਦੇ ਸੀਗੇ, ਹਨਾ। ਜਿਵੇਂ ਤਿਲ ਚੌਲੀ ਹੁੰਦੀ ਹੈ ਨਾ, ਕਈ ਕੀੜੇ ਆਦਿ ਨੂੰ ਪਾਉਂਦੇ ਨੇ, ਇਸੇ ਤਰ੍ਹਾਂ ਸ਼ੱਕਰ ਚੌਲੀ ਜਿਸ ਨੂੰ ਆਖਦੇ ਨੇ, ਉਹ ਸਾਂਝੀ ਮਾਈ ਨੂੰ ਪ੍ਰਸ਼ਾਦ ਚੜਾਇਆ ਜਾਂਦਾ ਤੇ ਪੂਜਾ ਤੋਂ ਮਗਰੋਂ ਇਹ ਪ੍ਰਸ਼ਾਦ ਕੁੜੀਆਂ 'ਚ ਵੰਡਿਆ ਜਾਂਦਾ ਤੇ ਮਾਈ ਦੀ ਪੂਜਾ ਕਰਨ ਵਾਲੀਆਂ ਕੁੜੀਆਂ ਨੂੰ ਵਾਰੋ ਵਾਰੀ ਆਪਣੇ ਘਰੋਂ ਪ੍ਰਸ਼ਾਦ ਲਿਆਉਣਾ ਪੈਂਦਾ ਸੀ ਤੇ ਵੰਡਣਾ ਪੈਂਦਾ ਸੀ। ਤੇ ਇਹ ਨਰਾਤਿਆਂ ਦੇ 9 ਦਿਨ ਸਾਂਝੀ ਪੂਜੀ ਜਾਂਦੀ ਸੀ ਤੇ 10ਵੇਂ ਨਰਾਤੇ ਨੂੰ ਦੁਸਹਿਰੇ ਵਾਲੇ ਦਿਨ ਸਾਂਝੀ ਦੀ ਮੂਰਤੀ ਪਿੰਡੋਂ ਬਾਹਰ ਕਿਸੇ ਵਗਦੇ ਸੂਏ ਟੋਭੇ ਦੇ ਵਿੱਚ ਸਵੇਰੇ ਤਾਰ ਦਿੱਤੀ ਜਾਂਦੀ ਸੀ। ਫਿਰ ਉਹ ਦੀਵੇ ਵਗੈਰਾ ਲਾ ਕੇ, ਜਿਵੇਂ ਆਪਣੇ ਇੱਕ ਸਰੋਤੇ ਨੇ ਦੱਸਿਆ ਸੀਗਾ ਕਿ ਉਹ ਤਸਲਾ, ਤਗਾਰ ਜਾਂ ਟੋਕਰੇ ਦੇ ਵਿੱਚ ਸਾਰੀ ਮਿੱਟੀ ਪਾ ਕੇ ਉਸ ਦੇ ਵਿੱਚ ਫਿਰ ਉਹ ਦੀਵੇ ਲਾ ਕੇ, ਦੀਵੇ ਕਿਉਂਕਿ ਉਸ ਵਕਤ ਮੂੰਹ ਹਨੇਰਾ ਹੁੰਦਾ ਸੀ ਤੇ ਉੱਥੇ ਫਿਰ ਉਹ ਔਰਤਾਂ ਦੀਵੇ ਲਾ ਕੇ ਇਸ ਤਰ੍ਹਾਂ ਜਾਂਦੀਆਂ ਸੀਗੀਆਂ ਸਵੇਰੇ ਸਾਂਝੀ ਮਾਈ ਨੂੰ ਸਵੇਰੇ ਉਸ ਟੋਭੇ ਦੇ ਵਿੱਚ ਜਾਂ ਵਹਿੰਦੇ ਪਾਣੀ ਦੇ ਵਿੱਚ ਸੂਆ ਕੱਸੀ ਦੇ ਵਿੱਚ ਤਾਰ ਆਉਂਦੀਆਂ ਤੇ ਮਾਈ ਦੀ ਮਹਿਮਾ ਦਾ ਗੀਤ ਆਲਾਪਦੀਆਂ। ਰਾਹ ਦੇ ਵਿੱਚ ਕਿਧਰੇ ਕੀੜਿਆਂ ਦਾ ਭੌਣ ਨਾ ਜਾਵੇ ਤਾਂ ਉਸ ਦੇ ਵਿੱਚ ਕੁੜੀਆਂ ਤਿਲ ਚੌਲੀ ਬਖੇਰਦੀਆਂ। ਜੇ ਕੋਈ ਭੌਣ ਨਾ ਆਵੇ ਤਾਂ ਮੂਰਤੀ ਤਾਰਨ ਦੇ ਮਗਰੋਂ ਉਸ ਤਿਲ ਚੌਲੀ ਨੂੰ ਜਿਹੜਾ ਭੌਣ ਜਾਂ ਉਸ ਪਾਣੀ ਦੇ ਵਿੱਚ ਵੀ ਵਹਾ ਦਿੰਦੀਆਂ। ਸਾਂਝੀ ਦੀ ਮੂਰਤੀ ਦੇ ਚਿੱਤਰ ਸਾਡੀ ਲੋਕ ਕਲਾ ਦੀ ਸੁੰਦਰ ਵੰਨਗੀ ਨੇ, ਜਿਨ੍ਹਾਂ ਦੇ ਵਿੱਚ ਲੋਕ ਪ੍ਰਤਿਭਾ ਜਾਣੀ ਕਿ ਉਹਨਾਂ ਦਾ ਆਰਟ, ਉਹਨਾਂ ਦਾ ਸੰਸਕ੍ਰਿਤਿਕ ਪਸਾਰ ਇਹ ਰੂਪਵਾਨ ਸੀ। ਇੱਕ ਕ੍ਰੀਏਸ਼ਨ ਸੀ ਜਿਹੜੀ ਕਿ ਇੱਕ ਤਾਂ ਇਹ ਸੀ ਕਿ ਛੋਟੀਆਂ ਬੱਚੀਆਂ ਦੀ ਧਰਮ ਦੇ ਨਾਲ ਆਸਥਾ ਇਸ ਦੇ ਵਿੱਚ ਜੋੜੀ ਜਾਂਦੀ ਸੀ ਕਿ ਉਹਨਾਂ ਛੋਟੀਆਂ ਹੁੰਦੀਆਂ ਦੇ ਮਨਾਂ ਦੇ ਵਿੱਚ ਇਹ ਆਸਥਾ ਹੋ ਜਾਵੇ, ਨਾਸਤਿਕਤਾ ਦੂਰ ਹੋ ਜਾਵੇ ਕਿ ਸਹੁਰੇ ਘਰ ਜਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਸੁੱਖ ਲੈਣੇ ਨੇ ਉਹ ਤਾਂ ਹੀ ਮਿਲਣਗੇ ਜੇ ਉਹਨਾਂ 'ਚ ਉਹ ਸੁਹੰਦਰਾਪਣ ਹੋਏਗਾ। ਇਸ ਕਰਕੇ ਉਹਨਾਂ 'ਚ ਜਿਹੜਾ ਆਰਟ ਸੀ, ਉਹਨਾਂ 'ਚ ਜਿਹੜੀ ਕਲਾਕ੍ਰਿਤੀ ਸੀ, ਜਿਸ ਤਰ੍ਹਾਂ ਉਹ ਬਚਪਨ ਦੇ ਵਿੱਚ ਹੀ ਆਪਣੇ ਦੈਵੀ ਕਲਚਰ ਦੇ ਨਾਲ ਲੜਕੀਆਂ ਨੂੰ ਜੋੜਦੇ ਸੀ। ਉਹ ਕਹਿੰਦੇ ਨਾ ਕਿ ਜਿਵੇਂ ਇੱਕ ਮਾਂ ਪੜ੍ਹ ਜਾਵੇ, ਇੱਕ ਔਰਤ ਪੜ੍ਹ ਜਾਵੇ ਤਾਂ ਪੂਰਾ ਖਾਨਦਾਨ ਪੜ੍ਹ ਜਾਂਦਾ। ਜੇ ਮਾਂ ਧਾਰਮਿਕ ਹੋਵੇਗੀ ਤਾਂ ਧਰਮ ਕਰਮ ਬੱਚਿਆਂ ਦਾ ਰਹੇਗਾ। ਇਸ ਕਰਕੇ ਖਾਨਦਾਨੀ ਔਰਤਾਂ ਦੀ ਪਦਾਇਸ਼ ਦੇ ਵਾਸਤੇ ਜ਼ਰੂਰੀ ਸੀ ਕਿ ਬੱਚੀਆਂ ਨੂੰ ਹੀ ਬਚਪਨ ਦੇ ਵਿੱਚ ਇਸ ਤਰ੍ਹਾਂ ਧਰਮ ਆਸਥਾ ਨਾਲ ਜੋੜ ਦਿੱਤਾ ਜਾਵੇ। ਸੋ ਇਸ ਕਰਕੇ ਇਹ ਛੋਟੀਆਂ ਬੱਚੀਆਂ ਕੰਜਕਾਂ ਜਾਂ ਵੱਡੀਆਂ ਕੁੜੀਆਂ, ਇਹ ਉਹਨਾਂ ਦਾ ਤਿਉਹਾਰ ਸੀਗਾ। ਉਹਨਾਂ ਦੇ ਜਿਹੜੇ ਅਰਮਾਨ ਸੀ ਕਿ ਕਿੱਦਾਂ ਦਾ ਉਹਨਾਂ ਨੂੰ ਪਤੀ ਮਿਲੇ, ਜਾਣੀ ਇੱਕ ਸੁਪਨਿਆਂ ਦਾ ਉਹਨਾਂ ਦਾ ਜਿਹੜਾ ਸ਼ਰੀਕੀ ਹਯਾਤ ਸਿਰਜ ਦਿੱਤਾ ਜਾਂਦਾ ਸੀ। ਉਹਦੇ ਨਾਲ ਉਹਨਾਂ 'ਚ ਕਿਤੇ ਨਾ ਕਿਤੇ ਜਿਹੜਾ ਸਦਾਚਾਰ ਹੈ ਉਹ ਬਣਿਆ ਰਹਿੰਦਾ ਸੀ ਕਿ ਉਹਨੂੰ ਬਹੁਤ ਗਹਿਣੇ ਮਿਲਣਗੇ। ਕਿਉਂਕਿ ਲੜਕੀਆਂ ਨੂੰ ਕੀ ਹੁੰਦਾ ਹੈ, ਆਮ ਤੌਰ ਤੇ ਤੁਸੀਂ ਮਾਨਸਿਕਤਾ ਵੇਖੋ ਕਿ ਕਈ ਵਾਰੀ ਹੁਣ ਜਿਵੇਂ ਛੱਲੇ ਮੁੰਦੀਆਂ ਵਟਾਏ ਜਾਂਦੇ ਨੇ, ਰੁਮਾਲ ਵਟਾਏ ਜਾਂਦੇ ਸੀ ਪੰਜਾਬ ਦੇ ਵਿੱਚ, ਕਿ ਬਚਪਨ ਦੇ ਵਿੱਚ ਜਾਂ ਜਵਾਨੀ 'ਚ ਪੈਰ ਧਰਦਿਆਂ ਹੀ ਹਰ ਮਨ ਦੇ ਵਿੱਚ ਮੰਗ ਹੁੰਦੀ ਹੈ, ਪਿਆਰ ਮੁਹੱਬਤ ਦੀਆਂ ਵਲਗਣਾਂ ਦੇ ਵਿੱਚ ਵਗਲੇ ਜਾਂਦੇ ਨੇ। ਤੇ ਕਿਤੇ ਨਾ ਕਿਤੇ ਉਸ ਨੂੰ ਤੋੜਨ ਦੇ ਵਾਸਤੇ ਕਿ ਤੂੰ ਤਾਂ ਸਾਂਝੀ ਐਡੀ ਸੋਹਣੀ ਬਣਾਉਣੀ ਆ, ਤੇਰਾ ਤਾਂ ਸੁਪਨਿਆਂ ਦਾ ਸਾਗਰ ਪਤਾ ਨਹੀਂ ਕਿੱਡਾ ਕੁ ਸੋਹਣਾ ਹੋਵੇਗਾ। ਇਸ ਕਰਕੇ ਕਿ ਉਹ ਕਿਸੇ ਐਰੇ ਗੈਰੇ ਦੇ ਮੋਹ ਜਾਲ ਦੇ ਵਿੱਚ ਨਾ ਫਸੇ। ਇਹ ਵੀ ਇੱਕ ਸੀ ਕਿ ਉਹਦਾ ਜਿਹੜਾ ਪਤੀ ਹੋਏਗਾ ਉਹਨੂੰ ਤਾਂ ਵੱਡੇ ਘਰਾਂ ਦੇ ਵਿੱਚੋਂ ਵੱਡੇ ਛੱਜ ਭਰ ਕੇ ਗਹਿਣੇ ਦੇਉਣਗੇ, ਉਹਨੇ ਕਿਸੇ ਤੋਂ ਚਾਂਦੀ ਦੇ ਗਹਿਣੇ ਜਾਂ ਸ਼ਾਂਪ ਛੱਲਾ ਟੋਮ ਛੱਲਾ ਕੀ ਲੈਣਾ, ਹੈ ਨਾ। ਸੋ ਇਹ ਇੱਕ ਉਸ ਦਾ ਜਿਹੜਾ ਮਾਨਸਿਕ ਦਾਇਰਾ ਸੀ ਉਸ ਦਾ ਬਹੁਤ ਵੱਡਾ ਕਰ ਦਿੱਤਾ ਜਾਂਦਾ ਸੀ। ਬਾਅਦ ਦੇ ਵਿੱਚ ਮਿਲੇ ਭਾਵੇਂ ਕਿੱਕਰ ਦਾ ਜਾਤੂ, ਹੈ ਨਾ, ਵਿਆਹ ਕੇ ਲੈ ਗਿਆ ਤੂਤ ਦੀ ਛਟੀ, ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਅਦ ਦੇ ਵਿੱਚ ਭਾਵੇਂ ਉਹ ਕਿੱਕਰ ਤੋਂ ਵੀ ਕਾਲਾ ਹੋਵੇ, ਉਹ ਬਾਅਦ 'ਚ ਫਿਰ ਤੁਹਾਨੂੰ ਪਤਾ ਹੀ ਹੈ। ਤੇ ਫਿਰ ਸਬਰ ਸਬੂਰੀ,
ਸੋ ਇਹ ਵੀ ਇੱਕ ਕਾਰਨ ਸੀ ਕਿ ਬਚਪਨ ਦੇ ਵਿੱਚ ਹੀ ਲੜਕੀਆਂ ਦੀ ਅਜਿਹੀ ਮਾਨਸਿਕਤਾ ਡਿਵੈਲਪ ਹੁੰਦੀ ਸੀ ਇਹਨਾਂ ਤਿਉਹਾਰਾਂ ਦੇ ਪਿੱਛੇ। ਫਿਰ ਉਹਨਾਂ ਨੂੰ ਗਾਉਣ ਦਾ ਵੱਲ, ਆਰਤੀ ਕਰਨ ਦਾ ਵੱਲ, ਗਹਿਣਿਆਂ ਦੇ ਨਾਲ ਉਹਨਾਂ ਨੂੰ ਜੋੜਨ ਦੇ ਤੌਰ ਤਰੀਕੇ, ਗਹਿਣਿਆਂ ਦੇ ਬਾਰੇ ਉਹਨਾਂ ਦੀ ਜਿਗਿਆਸਾ, ਉਹਨਾਂ ਦੇ ਵਿੱਚ ਉਹ ਗਹਿਣੇ ਘੜਨੇ ਕਿ ਕਿੱਦਾਂ ਗਹਿਣੇ ਬਣਾਉਣੇ ਨੇ। ਤੇ ਜਿਸ ਤਰ੍ਹਾਂ ਉਹਦੇ 'ਚ ਚੋਰ ਦੀ ਮੂਰਤੀ ਲਾਈ ਜਾਂਦੀ ਸੀ ਨਾਲ ਡੋਮਣੇ ਦੀ, ਉਹਦੇ 'ਚ ਇਹ ਵੀ ਦੱਸਿਆ ਸੀ ਕਿ ਕਿਸੇ ਦੀ ਜੇ ਚੋਰੀ ਕਰਦੇ ਹੋ ਤਾਂ ਸਾਰੀ ਉਮਰ ਮੂੰਹ ਕਾਲਾ ਹੋਣਾ। ਇੱਕ ਡਰ ਪਾ ਦਿੱਤਾ ਜਾਂਦਾ ਸੀ ਤਾਂ ਜੋ ਬੱਚਾ ਕਿਤੇ ਸਕੂਲ ਦੇ ਵਿੱਚ ਵੀ ਜਾਂ ਗਲੀ ਗੁਆਂਢ ਦੇ ਵਿੱਚ ਵੀ ਕੋਈ ਕਾਪੀ, ਪੈਨਸਲ, ਕੋਈ ਕਢਾਉਣਾ ਜਾਂ ਕਿਸੇ ਦੀ ਪੰਜੀ, ਦਸੀ, ਟਕਾ, ਢੇਲਾ ਵੀ ਚੋਰੀ ਨਾ ਕਰੇ। ਉਹ ਇੱਕ ਸਿੰਬਲ ਸੀ। ਉਹਨਾਂ ਕੰਜਕਾਂ ਦੇ ਵਿੱਚ, ਉਹਨਾਂ ਲੜਕੀਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਇਹ ਇਲਮ ਹੈ ਜਿਹੜਾ ਪਹਿਲਾਂ ਹੀ ਪਾ ਦਿੱਤਾ ਜਾਂਦਾ ਸੀ, ਇਹ ਗਿਆਨ ਪਹਿਲਾਂ ਹੀ ਭਰ ਦਿੱਤਾ ਜਾਂਦਾ ਸੀ ਕਿ ਇਹ ਜਿਹੜਾ ਕਾਲਾ ਚੋਰ ਹੈ ਨਾ, ਕਿਤੇ ਕੱਲ ਨੂੰ ਤੇਰੀ ਮੂਰਤੀ ਵੀ ਇਸ ਤਰ੍ਹਾਂ ਜਲੀਲ ਨਾ ਹੋਵੇ। ਸੋ ਇਹ ਇੱਕ ਉਸ ਦੇ ਵਿੱਚ ਕਾਰਨ ਸੀਗੇ ਇਹਨਾਂ ਸਾਂਝੀ ਦੀ ਮੂਰਤੀ ਦੇ ਵਿੱਚ ਕਾਲੇ ਚੋਰ ਦੀ ਆਮਦ। ਇਹ ਪਹਿਲੇ ਸਮਿਆਂ ਦੇ ਵਿੱਚ ਨਹੀਂ ਸੀ ਹੁੰਦੀ, ਬਾਅਦ ਦੇ ਵਿੱਚ ਫਿਰ ਇਹ ਕਾਲਾ ਚੋਰ ਦਾ ਵੀ ਉੱਥੇ ਨਾ ਜਿਹੜਾ ਮੂਰਤੀ ਬਣਨ ਲੱਗੀ ਜੀ। ਇਸ ਦੌਰਾਨ ਕਰਨ ਸਿੰਘ ਕਹਿੰਦੇ ਵੀਡੀਓ ਸਟਾਰਟ ਕਰੋ, ਜ਼ਿਆਦਾ ਫੇਮਸ ਹੋ ਜਾਵੇਗਾ ਪ੍ਰੋਗਰਾਮ। ਕੋਈ ਨਹੀਂ ਜੀ, ਪ੍ਰਸਿੱਧੀ ਬੜੀ ਘੱਟ ਰੱਖੀ ਹੈ, ਕੋਈ ਗੱਲ ਨਹੀਂ। ਹੁਣ ਤਾਂ ਇਹ ਹੈ ਨਾ ਵੀ ਬੜਾ ਕੁਝ ਵੇਖ ਚੁੱਕੇ ਹਾਂ, ਪ੍ਰਸਿੱਧੀ ਦੀ ਟੌਪ ਵੇਖ ਚੁੱਕੇ ਹਾਂ। ਹੁਣ ਠੀਕ ਹੈ, ਵੀਡੀਓ ਸ਼ੁਰੂ ਕਰਾਂਗੇ, ਅਜੇ ਸਿਸਟਮ ਦਰੁਸਤ ਨਹੀਂ ਹੈ ਤੇ ਜ਼ਿਆਦਾ ਕੰਫਰਟੇਬਲ ਹੈਗਾ ਇਸ ਤੇ ਕਰਾਂਗੇ ਸਟਾਰਟ। ਹੈ ਸਾਰਾ ਕੁਝ ਕਰਨਾ ਸੀ, ਫਿਰ ਉਹ ਸੁਰਿੰਦਰ ਬਾਈ ਜੀ ਹੋਰਾਂ ਨੂੰ ਦਿੱਕਤ ਆ ਗਈ ਤੇ ਕਰਾਂਗੇ ਜਲਦ। ਥੈਂਕ ਯੂ ਕਰਨ ਸਿੰਘ, ਮਿਹਰਬਾਨੀ। ਕਿਉਂਕਿ ਅੱਜ ਕੱਲ ਟ੍ਰੈਂਡ ਜਿਹੜਾ ਹੈਗਾ ਨਾ ਵੀਡੀਓ ਦਾ, ਅੱਜ ਕੱਲ ਤਾਂ ਕੋਈ ਕੱਚ ਕਰੜ ਜਿਹਾ ਬੰਦਾ ਲਾਈਵ ਹੋ ਜਾਵੇ ਤਾਂ ਲੋਕ ਮੱਲੋ ਮੱਲੀ ਵੇਖੀ ਜਾਂਦੇ ਨੇ। ਸੋ ਇਸ ਕਰਕੇ ਵੀਡੀਓ ਦਾ ਟ੍ਰੈਂਡ ਹੈ, ਫਿਰ ਅਸੀਂ ਟ੍ਰੈਂਡ ਤੋਂ ਉਲਟ ਚੱਲਣ ਵਾਲੇ ਲੋਕ ਹਾਂ। ਤੇ ਹਾਲਾਂਕਿ ਕੰਮ ਨਾਲ ਜਿਹੜੇ ਜੁੜੇ ਲੋਕ ਨੇ ਉਹਨਾਂ ਦੇ ਵਾਸਤੇ ਰੇਡੀਓ ਬਹੁਤ ਮੁਫੀਦ ਮਾਧਿਅਮ ਹੈ। ਸੋ ਇਸ ਦੇ ਵਿੱਚ ਜਿਸ ਤਰ੍ਹਾਂ ਉਹ ਚੋਰ ਦੀ ਮੂਰਤੀ ਲਾਉਣਾ ਤੇ ਬੱਚਿਆਂ ਦੇ ਮਨ ਦੇ ਵਿੱਚ ਚੋਰੀ ਦੇ ਪ੍ਰਤੀ ਘਿਰਣਾ ਪੈਦਾ ਕਰਨਾ ਜਾਂ ਇੱਕ ਡਰ ਪੈਦਾ ਕਰਨਾ, ਇਹ ਵੀ ਇਸ ਤੇ ਕੋਈ ਮੰਤਵ ਸੀਗੇ ਇਹਨਾਂ ਚੀਜ਼ਾਂ ਦੇ। ਤੇ ਇਸੇ ਕਰਕੇ ਕਈ ਲੋਕ ਜਿਹੜੇ ਸੀਗੇ, ਜਿਸ ਤਰ੍ਹਾਂ ਉਹ ਸ਼ਿੰਗਾਰ ਸੀ, ਆਕਾਸ਼ ਤਾਰੇ, ਕੁਦਰਤ ਜਿਹੜੀ ਹੈ, ਚੰਨ ਸੂਰਜ, ਉਹਦੀ ਪੂਜਾ। ਸੋ ਇਹ ਜਿਹੜਾ ਨੇਚਰ ਨਾਲ ਜੋੜਨ ਦਾ ਇੱਕ ਵੱਲ ਸੀ ਨਿਆਣਿਆਂ ਨੂੰ ਬਚਪਨ ਦੇ ਵਿੱਚ, ਇੱਕ ਐਕਟੀਵਿਟੀ ਸੀ ਕਿ 9 ਦਿਨ ਉਹਨਾਂ ਦੇ ਇਸ ਕਾਰਜ ਦੇ ਵਿੱਚ ਵਧੀਆ ਨਿਕਲ ਜਾਂਦੇ ਸੀ। ਤੇ ਫਿਰ ਉਹਦੀ ਕਿੰਨੀ ਦੇਰ ਤੋਂ ਪਲੈਨਿੰਗ ਕਰਦੇ ਸੀ, ਮਿੱਟੀ ਲਿਆਉਣੀ, ਫਿਰ ਉਸ ਨੂੰ ਗੁੰਨਣਾ, ਤਿਆਰ ਕਰਨਾ ਉਸ ਨੂੰ, ਤੇ ਫਿਰ ਉਹਦੇ ਟਿੱਕੀਆਂ ਨੂੰ ਕਲੀ ਕਰਨੀ। ਸੋ ਇਹ ਇੱਕ ਐਕਸਰਸਾਈਜ਼ ਸੀ, ਇੱਕ ਐਂਟਰਟੇਨ ਸੀ। ਕਿਉਂਕਿ ਜਿਹੜਾ ਮਨੁੱਖੀ ਮਨ ਹੈ ਨਾ, ਜਿਹੜਾ ਬੱਚਾ ਆ, ਅਸੀਂ ਸਮੁੰਦਰ ਦੇ ਕੰਢੇ ਜਾ ਕੇ ਰੇਤੇ ਤੇ ਕਿੰਨਾ ਖੁਸ਼ ਹੁੰਦੇ ਹਾਂ। ਸੋ ਇਹ ਕੁਦਰਤੀ ਹੈ, ਮਿੱਟੀ ਤੇ ਪਾਣੀ ਅਜਿਹੀਆਂ ਦੋ ਛਾਏ ਨੇ ਜਿਸ ਦੇ ਵਿੱਚ ਮਨ ਬਹੁਤ ਖੁਸ਼ ਹੁੰਦਾ ਹੈ। ਸੋ ਇਸ ਕਰਕੇ ਮਿੱਟੀ 'ਚ ਖੇਡਣਾ, ਮਿੱਟੀ 'ਚ ਜੰਮਣਾ ਪਾਲਣਾ, ਕਿਉਂਕਿ ਸਰੀਰ ਵੀ ਬਾਅਦ 'ਚ ਮਿੱਟੀ ਹੋ ਜਾਂਦਾ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਸੋ ਉਹ ਵਾਕ ਧਰਮ ਦੇ ਵਿੱਚ ਵੀ ਹੈ ਕਿ ਮੈਂ ਮਿੱਟੀ ਤੇ ਮੇਰੀ ਜ਼ਾਤ ਵੀ ਮਿੱਟੀ, ਇੰਨੀ ਮਿੱਟੀਏ ਬਾਹ ਲੱਗਿਆ ਉੱਡ ਜਾਣਾ, ਫਰੀਦਾ ਖਾਲਕ ਖਲਕ ਮੈਂ। ਉਹ ਫਰੀਦ ਸਾਹਿਬ ਦੇ ਵੀ ਵਾਕ ਨੇ। ਤੇ ਇਸ ਕਰਕੇ ਕਈ ਲੋਕ ਸਾਂਝੀ ਨੂੰ ਪੁਰਾਣਕ ਦੇਵੀ ਮੰਨਦੇ ਨੇ ਤੇ ਇਸ ਦਾ ਏਕੀਕਰਨ ਬ੍ਰਹਮਾ ਦੀ ਪੁੱਤਰੀ ਸੰਧਿਆ ਨਾਲ ਵੀ ਕਰਦੇ ਨੇ। ਇਸ ਦਾ ਦੂਸਰਾ ਪੱਖ ਹੈ ਕਿ ਸੰਧਿਆ ਤੋਂ ਹੀ ਇਸ ਦਾ ਨਾਂ ਜਿਹੜਾ ਸਾਂਝੀ ਪਿਆ, ਪਰ ਸਾਂਝੀ ਪੁਰਾਣਕ ਨਹੀਂ ਹੈ, ਇਹ ਗ੍ਰਾਮ ਦੇਵੀ ਹੈ। ਯੂਪੀ ਦੇ ਵਿੱਚ ਜੋ ਸਾਂਝੀ ਦੇ ਗੀਤ ਨੇ, ਉਹਨਾਂ ਅਨੁਸਾਰ ਸਾਂਝੀ ਦੇ ਪੇਕੇ ਸਾਗਨੇਰ ਦੇ ਵਿੱਚ ਸਨ। ਸਾਗਨੇਰ ਇੱਕ ਇਲਾਕਾ ਹੈ, ਉਸ ਦਾ ਵਿਆਹ ਅਜਮੇਰ ਦੇ, ਰਾਜਸਥਾਨ ਦਾ ਇਲਾਕਾ ਹੈ ਸਾਗਨੇਰ, ਅਜਮੇਰ ਦੇ ਇੱਕ ਗੱਭਰੂ ਕਲਿਆਣ ਦੇ ਨਾਲ ਹੋਇਆ। ਪਰ ਬ੍ਰਿਜ ਦੇ ਗੀਤਾਂ ਦੇ ਵਿੱਚ ਸਾਂਝੀ ਦੇ ਪਤੀ ਦਾ ਨਾਂ ਸਲਜਦੇ ਹੈ ਤੇ ਜਾਪਦਾ ਹੈ ਕਿ ਸਾਂਝੀ ਮੂਲ ਰੂਪ ਦੇ ਵਿੱਚ ਰਾਜਸਥਾਨ ਦੀ ਪੇਂਡੂ ਦੇਵੀ ਸੀ, ਗ੍ਰਾਮ ਦੇਵੀ ਸੀ, ਜਿਸ ਦੀ ਮਾਨਤਾ ਹੌਲੀ ਹੌਲੀ ਰਾਜਸਥਾਨ ਤੋਂ ਉੱਤਰੀ ਭਾਰਤ, ਖਾਸ ਕਰਕੇ ਪੰਜਾਬ, ਉੱਤਰ ਪ੍ਰਦੇਸ਼, ਮਾਲਵਾ, ਰਾਜਸਥਾਨ ਤੇ ਪੂਰੇ ਉੱਤਰੀ ਭਾਰਤ ਦੇ ਵਿੱਚ ਹੋ ਗਈ। ਇਸੇ ਤਰ੍ਹਾਂ ਸਾਂਝੀ ਦੇ ਨਾਲ ਇੱਕ ਰਲਦਾ ਮਿਲਦਾ ਤਿਉਹਾਰ ਰਲੀ ਵੀ ਆ ਕਾਂਗੜੇ ਦੇ ਵਿੱਚ, ਉਹਦਾ ਵੀ ਹੋ ਸਕਿਆ ਤਾਂ ਜ਼ਿਕਰ ਕਰਾਂਗੇ ਤੁਹਾਡੇ ਨਾਲ। ਉਹ ਵੀ ਇਸੇ ਤਰ੍ਹਾਂ ਦਾ ਤਿਉਹਾਰ ਹੈ, ਰਲੀ। ਤੇ ਇਹ ਸਾਂਝੀ ਦਾ ਕੰਸੈਪਟ ਮੇਰੇ ਖਿਆਲ ਤੁਹਾਡਿਆਂ ਚੋਂ ਬਹੁਤਿਆਂ ਨੇ ਵੇਖਿਆ ਹੋਣਾ। ਗੂਗਲ ਮਾਰੋ ਤੇ ਬਹੁਤ ਸਾਰੀ ਇਨਫੋਰਮੇਸ਼ਨ, ਫੋਟੋਆਂ ਤੁਹਾਨੂੰ ਸਾਂਝੀ ਦੇ ਮੁਤਲਕ ਮਿਲ ਜਾਣੀਆਂ ਨੇ। ਸੋ ਇਹ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਕੋਈ ਧਰਮ ਵਿਸ਼ੇਸ਼ ਨੂੰ ਜਿਹੜਾ ਹੈਗਾ ਪ੍ਰਮੋਟ ਜਾਂ ਡਿਮੋਟ ਕਰਨਾ ਨਹੀਂ ਹੁੰਦਾ। ਤੇ ਉਹਦੇ ਵਿੱਚ ਦਿਖਾਇਆ ਗਿਆ ਕਿ ਅਸਲ ਦੇ ਵਿੱਚ ਇਹ ਸਾਡੀ ਇੱਕ ਸ਼ਿਲਪ ਕਲਾ ਸੀ, ਜਿਸ ਦੇ ਵਿੱਚ ਕੁੜੀਆਂ ਆਪਣੀ ਕਾਰੀਗਰੀ ਦਿਖਾਉਂਦੀਆਂ ਸੀ ਤੇ ਕਿਹੜੇ ਕਿਹੜੇ ਚਮਤਕਾਰ ਸੀ ਜਿਹੜੇ ਉਹ ਰਹਿ ਜਾਂਦੇ ਸੀ। ਸਾਂਝੀ ਦਾ ਜਿਹੜਾ ਮੂੰਹ ਸੀ ਉਹ ਕਿਸ ਤਰ੍ਹਾਂ ਉਹ ਸ਼ਿੰਗਾਰਦੀਆਂ ਸੀ
ਤੇ ਉੱਠ ਮੇਰੀ ਸਾਂਝੀ ਪਟੜੇ ਖੋਲ ਕੁੜੀਆਂ ਆਈਆਂ ਪੂਜਣ ਨੂੰ, ਇਹ ਵੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਜਿਸ ਤਰ੍ਹਾਂ ਇਹਦੀ ਮੰਗਲਾਚਰਨ ਧੁਨੀ ਸੀ, ਉਸ ਤੋਂ ਬਾਅਦ ਹੱਲੇ ਦੀ ਧਾਰਨਾ ਵਰਗਾ ਇੱਕ ਲੰਮਾ ਗੀਤ ਸ਼ੁਰੂ ਹੁੰਦਾ ਸੀ। ਪਹਿਲਾਂ ਕਿਹਾ ਜਾਂਦਾ ਸੀ ਉੱਠ ਮੇਰੀ ਸਾਂਝੀ ਪਟੜੇ, ਉੱਠ ਮੇਰੀ ਸਾਂਝੀ ਖੋਲ ਪਟੜੇ ਕੁੜੀਆਂ ਆਈਆਂ ਪੂਜਣ ਨੂੰ, ਨੀ ਤੂੰ ਜਾਗ ਸਾਂਝੀ ਤੇਰੇ ਮੱਥੇ, ਨੀ ਤੂੰ ਜਾਗ ਸਾਂਝੀ ਜਾਗ ਤੇਰੇ ਮੱਥੇ ਭਾਗ, ਤੇਰੀਆਂ ਪੱਟੀਆਂ ਸਿਰ ਸੁਹਾਗ, ਮੱਥਾ ਤੇਰਾ ਹਰਿਆ ਤਿਲ ਚੌਲੀ ਸ਼ੱਕਰ ਭਰਿਆ, ਮੇਰੀ ਸਾਂਝੀ ਦੇ ਆਲੇ ਦੁਆਲੇ ਹਰੀ ਹੈ ਚਲਾਈ, ਮੈਂ ਪੁੱਛਾਂ ਸਾਂਝੀ ਤੇਰੇ ਕਿੰਨੇ ਕੁ ਨੇ ਭਾਈ, ਚਲਾਈ ਸਾਗ ਵਾਲੀ ਚਲਾਈ। 8-7 ਭਤੀਜੇ ਭੈਣੋ ਮੇਰੇ 16 ਮੇਰੇ ਭਾਈ, ਮੇਰੀ ਸਾਂਝੀ ਦੇ ਆਲੇ ਦੁਆਲੇ ਹਰੀ ਹਰੀ ਚਲਾਈ ਸਾਗ ਵਾਲੀ। ਤੇ ਇਸ ਚਿੰਨ ਰੂਪ ਦੇ ਵਿੱਚ ਇਹ ਜਿਹੜੀ ਜੀਵਨ ਦੇ ਜੋ ਦੁੱਖ ਸੁੱਖ ਨੇ, ਕਮੀਆਂ ਖਾਮੀਆਂ ਨੇ, ਉਹਨਾਂ ਦੇ ਵਿੱਚ ਉਸ ਤੰਦ ਤਾਣੇ ਦੀ ਇਹ ਇੱਕ ਪ੍ਰਕਿਰਿਆ। ਸੋ ਮਨੁੱਖ ਦੇ ਜਿਹੜੇ ਰਿਸ਼ਤੇ ਨੇ ਉਸ ਦੇ ਵਿੱਚ ਉਸ ਦੇ ਰਚੇ ਚਿੱਤਰ ਨੇ, ਉਸ ਦੇ ਖਿਆਲੀ ਪ੍ਰਗਟਾ ਲਟਕਾਏ ਜਾਂਦੇ ਨੇ। ਜਿਵੇਂ ਸਾਂਝੀ ਭੈਣੇ ਤੇਰੀ ਕਾਹਦੀ ਡੋਰ, ਅੰਮਾਂ ਦੇ ਜਾਏ ਦੀ ਡੋਰ, ਪੀੜੀ ਦੇ ਜਾਏ ਦੀ ਡੋਰ, ਗੋਦ ਵਿੱਚ ਖੜਾਏ ਦੀ ਡੋਰ, ਸਾਂਝੀ ਮਾਈ ਤੇਰੀ ਕਾਹਦੀ ਡੋਰ। ਇਸ ਤਰ੍ਹਾਂ ਇੱਕ ਹੋਰ ਟੱਪਾ ਜੋ ਸਾਂਝੀ ਭੈਣ ਨੂੰ ਭੇਟ ਕੀਤਾ ਜਾਂਦਾ ਕਿ ਡੋਲਾ ਡੋਲਤੀ ਆਵੇ ਡੋਲਾ ਭਰਿਆ ਸੰਧੂਰ, ਮੇਰੀ ਸਾਂਝੀ ਦੇ ਮੂੰਹ ਨਰ, ਮੇਰੀ ਸਾਂਝੀ ਦੇ ਮਨ ਧੀਰ, ਸਾਂਝੀ ਜੀਵਨ ਦੇ ਵੀਰ। ਇਸ ਸਾਂਝੀ ਨੂੰ ਭੈਣ ਵੀ ਕਿਹਾ ਜਾਂਦਾ ਸੀ ਕਿਉਂਕਿ ਸਾਂਝਾਂ ਜੋੜਨ ਵਾਲੀ ਡੋਰ ਨਾਲ ਬੱਝੇ ਹੋਣ ਕਰਕੇ ਹੋਰ ਸਕੇ ਸੰਬੰਧੀਆਂ ਸਭ ਸਮਿਆਂ ਦੀਆਂ ਰਸਮਾਂ ਸੁੰਦਰਤਾ ਦੇ ਝਲਕੇ ਧੀਰਜ ਜਿਹੇ ਗੁਣਾਂ ਨੂੰ ਵੇਰਵੇ ਦਰਸਾਉਣ ਦੀ ਲੋੜ ਨਹੀਂ ਹੁੰਦੀ। ਤੇ ਇਹ ਮਤਲਬ ਇਸ ਤਰ੍ਹਾਂ ਉਹਦੇ ਵਿੱਚ ਜਿਸ ਤਰ੍ਹਾਂ ਸਾਂਝੀ ਬਣਾਉਣ ਦੇ ਵਕਤ ਜਿਵੇਂ ਚੁੱਲ੍ਹਾ ਚੌਂਕਾ ਲਿਪਣ ਦੇ ਕੰਮ ਆਉਂਦਾ ਜਿਹੜਾ ਗੋਬਰ ਸੀ, ਮਿੱਟੀ ਸੀ, ਉਹਨਾਂ ਚੀਜ਼ਾਂ ਵੱਲ ਸੰਕੇਤ ਕਰਦਾ ਸੀ। ਜਿਵੇਂ ਆਲੇ ਦੁਆਲੇ ਚਲਾਈ, ਹਰਿਆਲੀ, ਜੌਂ, ਚਰੀ, ਬਾਜਰਾ, ਮੱਕੀ ਟਾਂਡੇ, ਇਹ ਜਿਹੜਾ ਸਾਰਾ ਇੱਕ ਕੁਦਰਤ ਨਾਲ ਜੋੜਨ ਦਾ ਵੀ ਕਨਸੈਪਟ ਸੀ। ਕਿਤੇ ਨਾ ਕਿਤੇ ਇਹ ਸੀ ਕਿ ਜੇ ਸਮਾਂ ਚੰਗਾ ਲੱਗੇ ਤਾਂ ਮੀਂਹ ਸੋਹਣੇ ਪੈ ਜਾਣ ਅੱਸੂ ਮਹੀਨੇ, ਤੇ ਸੌਣੀ ਦੀ ਫਸਲ ਅੱਛੀ ਲੱਗ ਜਾਂਦੀ ਹੈ ਅੱਸੂ ਮਹੀਨੇ 'ਚ, ਬਾਰਿਸ਼ ਕਦੀ ਹੋ ਜਾਂਦੀ ਹੈ। ਵੈਸੇ ਹੋਣੀ ਸੀ ਬਾਰਿਸ਼ ਇੰਨੀ ਦਿਨੀ ਪੰਜਾਬ ਦੇ ਵਿੱਚ ਵੀ ਅੱਜ ਭਲਕ ਹੋ ਸਕਦੀ ਹੈ। ਤੇ ਇਹਦੇ 'ਚ ਉਹ ਜਿਹੜੀ ਮੌਸਮ ਦੇ ਮੁਤਲਕ ਵੀ ਜਿਹੜੀ ਦੁਆ ਮੰਗੀ ਗਈ ਹੈ। ਸਾਂਝੀ ਤਾਂ ਮੰਗਦੀ ਘਿਓ ਪਰ ਦੀਵਾ, ਸਾਂਝੀ ਤਾਂ ਮੰਗਦੀ ਘਿਓ ਪਰ ਦੀਵਾ, ਕਿੱਥੋਂ ਨਹੀਂ ਸਾਂਝੀ ਘਿਓ ਭਰ ਦੀਵਾ, ਮੇਰੇ ਵੀਰਨ ਮੇਰੇ ਗਊਆਂ ਦਾ ਪਾਲੀ, ਉੱਥੋਂ ਨਹੀਂ ਸਾਂਝੀ ਘਿਓ ਭਰ ਦੀਵਾ। ਤੇ ਇਸੇ ਤਰ੍ਹਾਂ ਸਾਂਝੀ ਨੂੰ ਵਰਦੇ ਘਿਓ ਦੇ ਰੂਪ ਦੇ ਵਿੱਚ ਦੀਵੇ ਦੀ ਦਸ ਪਾਈ ਜਾਂਦੀ ਹੈ। ਜਿਵੇਂ ਸਾਂਝੀ ਭਰਜਾਈ ਨੂੰ ਆਪਣੇ ਭਰਾ ਨਾਲ ਮਿਲਣ ਦੀ ਟੋਹ ਦਿੱਤੀ ਜਾ ਰਹੀ। ਸਾਂਝੀ ਤਾਂ ਮੰਗਦੀ ਹਰਾ ਹਰਾ ਗੋਬਰ, ਜੀਵੇ ਤਾਂ ਮੇਰੇ ਗਊਆਂ ਦੇ ਪਾਲੀ, ਉੱਥੋਂ ਮੈਂ ਲਿਆਉਂ ਸਾਂਝੀ ਹਰਾ ਹਰਾ ਗੋਬਰ, ਸਾਂਝੀ ਤਾਂ ਮੇਰੇ ਮੰਗਦੀ ਚਿੱਟੇ ਚਿੱਟੇ ਚੌਲ, ਵੀਰਾ ਤਾਂ ਮੇਰਾ ਧਾਨਾਂ ਦਾ ਰਾਖਾ, ਨਹੀਂ ਮੈਂ ਉੱਥੋਂ ਲਿਆਉਂ ਚਿੱਟੇ ਚਿੱਟੇ ਚੌਲ, ਤੂੰ ਲੈ ਮੇਰੀ ਸਾਂਝੀ ਚਿੱਟੇ ਚਿੱਟੇ ਚੌਲ, ਸਾਂਝੀ ਤਾਂ ਮੰਗਦੀ ਸੂਈਆਂ ਚੁੰਨੀਆਂ, ਨਹੀਂ ਮੈਂ ਕਿੱਥੋਂ ਲਿਆਵਾਂ ਸੂਈਆਂ ਚੁੰਨੀਆਂ, ਸਾਂਝੀ ਤਾਂ ਮੰਗਦੀ ਮੱਥੇ ਨੂੰ ਕੌਂਡਾ, ਸਾਂਝੀ ਤਾਂ ਮੰਗਦੀ ਮੱਥੇ ਨੂੰ ਕੌਂਡਾ, ਕਿੱਥੋਂ ਲਿਆਵਾਂ ਨਹੀਂ ਮੈਂ ਮੱਥੇ ਨੂੰ ਕੌਂਡਾ, ਵੀਰਨ ਮੇਰਾ ਸੁਨਿਆਰਾਂ ਦੇ ਬੈਠਾ, ਉੱਥੋਂ ਲਿਆਵਾਂ ਨਹੀਂ ਮੈਂ ਸਾਂਝੀ ਨੂੰ ਮੱਥੇ ਨੂੰ ਕੌਂਡਾ। ਕੌਂਡਾ ਇੱਕ ਸ਼ਗਨ ਹੈ। ਸਾਂਝੀ ਤਾਂ ਮੰਗਦੀ ਮੱਥੇ ਨੂੰ ਬਿੰਦੀ, ਸਾਂਝੀ ਤਾਂ ਮੰਗਦੀ ਗਲੇ ਨੂੰ ਹਾਰ, ਸਾਂਝੀ ਤਾਂ ਮੰਗਦੀ ਪੈਰਾਂ ਨੂੰ ਬਾਂਕਾਂ, ਲਿਆਓ ਮੇਰੇ ਵੀਰੋ ਨੂੰ ਮਾਰੋ ਨਹੀਂ ਹਾਂਕਾ। ਸੋ ਇਸ ਤਰ੍ਹਾਂ ਇੱਕ ਬਰੋਟਾ ਲਾਉਣਾ ਜਗਤਾਰ ਬਾਈ ਜੀ ਹੋਰਾਂ ਨੇ, ਮੈਂ ਅਜੇ ਜ਼ਿਕਰ ਨਹੀਂ ਸੀ ਕੀਤਾ ਕਿ ਇਹਨੂੰ ਕਹਿੰਦੇ ਸੀ ਬਰੋਟਾ ਲਾਉਣਾ। ਇਹ ਵੀ ਕਹਿੰਦੇ ਸੀ ਜਗਤਾਰ ਕਿਹੜਾ ਇਲਾਕਾ ਜਗਤਾਰ ਜੀ ਤੁਹਾਡੇ, ਇਹ ਵੀ ਮੈਂ ਸੁਣਿਆ ਬਰੋਟੇ ਲਾਉਣਾ। ਤੇ ਇਸ ਤਰ੍ਹਾਂ ਤੁਸੀਂ ਦੱਸੋ, ਇਹਦੇ ਮੈਨੂੰ ਯਾਦ ਆ ਗਿਆ ਕਿ ਇਹਨੂੰ ਬਰੋਟਾ ਕਹਿੰਦੇ ਹੁੰਦੇ ਸੀ, ਬਰੋਟੇ ਲਾਉਣੇ। ਤੇ ਇਹ ਇਲਾਕਾ ਤੁਹਾਡਾ ਮਾਲਵੇ ਦਾ ਹੀ ਹੋਏਗਾ ਜਿੱਥੋਂ ਤੱਕ ਮੈਨੂੰ ਪਤਾ। ਤੇ ਵਿਰਾਸਤ ਪ੍ਰੋਗਰਾਮ ਕਰਦੇ ਰਿਹਾ ਕਰੋ, ਵਧੀਆ ਲੱਗਦਾ। ਮੌਸਮ ਦੇ ਵਿੱਚ ਤਬਦੀਲੀ, ਇੱਕ ਦਿਨ ਡਾਕਟਰ ਸਾਹਿਬ ਨੂੰ ਵੀ ਲੈ ਕੇ ਆਓ, ਸਰਦੀਆਂ ਦੇ ਮੌਸਮ ਦੇ ਖਾਣ ਪਾਣ ਤੇ ਜ਼ਰੂਰ ਕਰਿਆ ਕਰਾਂਗੇ ਜੀ, ਸ਼ਾਮਾਂ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਕਰਦੇ ਹਾਂ। ਸੋ ਇਸੇ ਤਰ੍ਹਾਂ ਸਾਂਝੀ ਦੀਆਂ ਲੋੜਾਂ, ਖਾਸ ਕਰਕੇ ਗਹਿਣਿਆਂ ਦੀ ਜਿਹੜੀ ਮੰਗ ਸੀ, ਉਹ ਇੱਕ ਦੁਆ ਮੰਗੀ ਜਾਂਦੀ ਸੀ ਦੇਵੀ ਤੋਂ ਸਾਂਝੀ ਦੀ ਆੜ ਦੇ ਵਿੱਚ, ਸਾਂਝੀ ਦੇ ਨਾਂ ਤੇ। ਸਾਂਝੀ ਮਾਈ ਆਰਤੀ, ਸਾਂਝੀ ਮਾਈ ਆਰਤੀ, ਆਰਸੀ ਦਾ ਫੁੱਲ ਚਗਿਆਨ ਸੇ ਡੈਂਡੀ, ਸੁਣੋ ਨੀ ਬਹੂਓ ਕੰਤ ਤੁਮਾਰੇ ਵੀਰ ਹਮਾਰੇ, ਭੈਣਾਂ ਕੁਆਰੀਆਂ ਪੱਕਣ ਖੋਲੀਆਂ, ਰੱਜੇ ਫਕੀਰ ਅਚੜਿਓ ਬਚੜਿਓ, ਚੁੱਪ ਕਰੋ ਭਾਈ, ਲੇਫ ਤਲਾਈ ਚ ਸਾਂਝੀ ਬੈਠੀ ਮਾਈ, ਲੇਫ ਤਲਾਈ ਚ
ਅਚੜਿਓ ਬਚੜਿਓ, ਹਾਂ ਮੈਨੂੰ ਇਹ ਵੀ ਯਾਦ ਆ ਕੇ ਕਹਿੰਦੇ ਹੁੰਦੇ ਸੀ, ਅਚੜਿਓ ਬਚੜਿਓ ਚੁੱਪ ਕਰੋ ਭਾਈ, ਲੇਖ ਤਲਾਈ 'ਚ ਬੈਠੀ ਸਾਂਝੀ ਮਾਈ। ਸੋ ਇਸ ਤਰ੍ਹਾਂ ਆਰਤੀ ਦਾ ਜਿਹੜਾ ਦੂਸਰਾ ਪਦ ਹੁੰਦਾ ਸੀਗਾ ਉਸ ਦੇ ਵਿੱਚ ਪ੍ਰੇਮ ਭਾਵਨਾ ਵੀ ਗਾਈ ਜਾਂਦੀ ਸੀ। ਪਹਿਲਾਂ ਕਰਾਂ ਆਰਤੀ, ਪਹਿਲਾਂ ਆਰਤੀ ਕਰਾਂ ਕਰਾਵਾਂ, ਜੀਵੇ ਮੇਰਾ ਵੀਰ ਪ੍ਰਾਹੁਣਾ ਅੜਿਓ, ਨੀ ਸ਼ਿਵ ਦੁਆਲੇ ਖੜਿਓ, ਮੈਂ ਤਾਂ ਹਰ ਕਾ ਦਰਸ਼ਨ ਪਾਇਆ, ਮੇਰਾ ਵੀਰ ਪ੍ਰਾਹੁਣਾ ਆਇਆ। ਆਰਤੀ ਦੇ ਦੂਸਰੇ ਪਹਿਰੇ ਦੇ ਵਿੱਚ ਇਹ ਭਜਨ ਮੰਡਲੀ ਦਾ ਇਹ ਗੀਤ ਹੁੰਦਾ ਸੀ ਕਿ ਪਹਿਲੀ ਆਰਤੀ ਕਰੇ ਕਸਾਰ, ਰਾਜ ਕਰੇ ਮੇਰਾ ਮਾਂ ਪਿਓ, ਦੋ ਅੜੀਆਂ ਦੋ ਲੜੀਆਂ, ਦੋਧੀ ਦੇ ਦੁਆਲੇ ਖੜੀਆਂ, ਤੂੰ ਖੋਲ ਨਰੈਣ ਹਟੜੀ, ਮੈਂ ਪੂਜਾਂ ਹਰ ਕੇ ਪੈਰ, ਨਰੈਣ ਸਾਡੇ ਆਇਆ, ਸੜੱਪੀ ਆਉਂਦੀ ਮਾਇਆ, ਮੈਂ ਖੋਲ ਮੋਲ ਕੇ ਆਇਆ, ਮੈਂ ਹਰੀ ਕਾ ਦਰਸ਼ਨ ਪਾਇਆ, ਕੀੜਿਓ ਮਕੌੜਿਓ ਅੰਨ ਦਿਓ, ਭਤੀਜਾ ਦਿਓ, ਰਹਿੰਦਾ ਖੂੰਦਾ ਜੀਜਾ ਦਿਓ, ਕੱਢਣ ਨੂੰ ਕਸੀਦਾ ਦਿਓ, ਹੋਰ ਨਾ ਕੁਛ ਲੋੜੀਏ। ਜਾਣੀ ਇਹ ਪੰਜਾਬ ਦੇ ਵਿੱਚ ਜਿਵੇਂ ਇਸ ਗੀਤ ਦੇ ਵਿੱਚ ਪੂਰੀ ਟਿਪੀਕਲ ਭਾਸ਼ਾ, ਜਿਵੇਂ ਕੀੜਿਓ ਮਕੌੜਿਓ ਅੰਨ ਦਿਓ, ਭਤੀਜਾ ਦਿਓ, ਰਹਿੰਦਾ ਖੂੰਦਾ ਜੀਜਾ ਦਿਓ, ਮਤਲਬ ਵਿਆਹ ਵੀ ਹੋ ਜਾਵੇ, ਕੱਢਣ ਨੂੰ ਕਸੀਦਾ ਦਿਓ, ਹੋਰ ਨਾ ਕੁਛ ਲੋੜੀਏ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਨਤਾਂ ਨੇ ਉਹ ਉਸ ਰੱਬ ਜਾਂ ਪਰਵਤਗਾਰ ਦੇ ਅੱਗੇ ਮੰਨੀਆਂ ਜਾਂਦੀਆਂ ਸੀ। ਇੱਕ ਇੱਛਾ ਵੇਦਨਾ ਪ੍ਰਗਟ ਕੀਤੀ ਜਾਂਦੀ ਸੀ। ਉਸ ਵਾਪਸ ਆਉਂਦੀਆਂ ਕੁੜੀਆਂ ਇਸ ਤਰ੍ਹਾਂ ਦੇ ਗੀਤ, ਧਾਰਮਿਕ ਗੀਤ ਗਾਉਂਦੀਆਂ ਜਾਂਦੀਆਂ। ਕਿੱਥੇ ਜੰਮੀ ਤੁਲਸਾਂ ਜੀ, ਕਿੱਥੇ ਜੰਮਿਆ ਰਾਮ, ਕਿੱਥੇ ਜੰਮਿਆ ਨੀ ਸਖੀਓ ਮੇਰਾ ਮੋਦਨ ਰਾਮ, ਗੰਗਾ ਜੰਮੀ ਤੁਲਸੀ, ਪਹੋਏ ਜੰਮਿਆ ਨੀ ਰਾਮ। ਇਹ ਦੇਖੋ ਹੁਣ ਸ਼੍ਰੀ ਰਾਮ ਦਾ ਭਾਵੇਂ ਵਿਰਾਸਤ ਦਾ ਰੌਲਾ ਪੈਂਦਾ ਕਿ ਸ਼੍ਰੀ ਰਾਮ ਦਾ ਜਨਮ ਅਯੁੱਧਿਆ ਦੇ ਵਿੱਚ ਹੋਇਆ, ਰਾਮ ਲੱਲਾ ਦਾ, ਪਰ ਜਿਸ ਤਰ੍ਹਾਂ ਉਹਦੇ ਕੜਾਮ ਦੇ ਵਿੱਚ ਪੁਰਾਣੇ ਇੱਕ ਥੇ ਮਿਲਦੇ ਆ, ਤੇ ਉਹ ਜਿਹੜਾ ਕੜਾਮ ਹੈ ਇਹ ਸ਼੍ਰੀ ਰਾਮ ਦਾ ਨਾਨਕਾ ਘਰ ਕਿਹਾ ਜਾਂਦਾ ਹੈ। ਕੜਾਮ ਉੱਥੇ ਵਜੂਦ ਹੈ ਕਿਉਂਕਿ ਇਹ ਜਿਸ ਤਰ੍ਹਾਂ ਅਯੁੱਧਿਆ ਆ, ਇਹ ਇਲਾਕਿਆਂ ਦਾ ਜ਼ਿਕਰ ਰਮਾਇਣ ਦੇ ਵਿੱਚ ਆਉਂਦਾ ਹੈ। ਹਾਲਾਂਕਿ 300-400 ਰਮਾਇਣਾਂ ਨੇ, ਉਹਦੇ ਸ਼੍ਰੀਲੰਕਾ ਜਾਂ ਇਹਨਾਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ। ਜੋ ਵੀ ਹੈ ਇਹ ਭਾਵੇਂ ਇਤਿਹਾਸ ਹੈ ਮਿਥਿਹਾਸ ਹੈ, ਉਹ ਬਾਅਦ ਦੀਆਂ ਗੱਲਾਂ ਨੇ, ਪਰ ਇਹਦੇ 'ਚ ਹੁਣ ਦੇਖੋ ਕਿ ਸ਼੍ਰੀ ਰਾਮ ਦੇ ਜਨਮ ਦੇ ਬਾਰੇ ਵੀ ਇਹ ਗੀਤ ਨੇ। ਹਾਲਾਂਕਿ ਜਿਹੜਾ ਹੁਣ ਤੱਕ ਜੋ ਕੇਸ ਲੜਿਆ ਗਿਆ ਅਯੁੱਧਿਆ ਬਾਬਰੀ ਮਸਜਿਦ ਦਾ, ਉਸ ਕੇਸ ਦੇ ਵਿੱਚ ਜਿਹੜਾ ਉਹ ਰਾਮ ਦੀ ਜਨਮ ਭੂਮੀ ਜਿਹੜੀ ਹੈ ਅਯੁੱਧਿਆ ਹੀ ਦਰਸਾਈ ਗਈ ਹੈ, ਕਿਉਂਕਿ ਉਦੋਂ ਪਹਿਲਾ ਬੱਚਾ ਨਾ ਜਿਹੜਾ ਹੁਣ ਤੱਕ ਵੀ ਅਸੀਂ ਵੀ ਨਾਨਕੇ ਘਰਾਂ 'ਚ ਜੰਮੇ ਆ, ਹੈ ਨਾ। ਇਹ ਤਾਂ ਹੁਣ ਟ੍ਰੈਂਡ ਹੋ ਗਿਆ ਨਾ ਸਹੁਰੀ ਜਵਾਕ ਜੰਮਣ ਦਾ। ਅੱਗੇ ਤਾਂ ਮਤਲਬ ਪੈਰਾਂ ਦੇ ਮਾਵਾਂ ਦੇ ਪੈਰ ਜਦੋਂ ਭਾਰੀ ਹੁੰਦੇ ਸੀ ਬੀਬੀਆਂ ਦੇ, ਤੇ ਉਦੋਂ ਹੀ ਉਹ ਪੇਕੇ ਪਿੰਡ ਚਲੀਆਂ ਜਾਂਦੀਆਂ ਸੀ ਜਨੇਪਾ ਕੱਟਣ, ਤੇ ਉਹਦੇ 'ਚ ਇੱਕ ਸੰਜੀਦਗੀ, ਸਾਦਗੀ ਤੇ ਇੱਕ ਸਲੀਕਾ ਵੀ ਰਹਿੰਦਾ ਸੀ। ਸਦਾਚਾਰਕ ਬੱਚੇ ਵੀ ਪੈਦਾ ਹੁੰਦੇ ਸੀਗੇ ਕਿਉਂਕਿ ਹਸਬੈਂਡ ਵਾਈਫ ਦਾ ਗੈਪ ਬਣ ਜਾਂਦਾ ਸੀ, ਤੇ ਜਿਹੜੀ ਜੱਚਾ ਸੀ ਔਰਤ ਆਪਣੇ ਭਰਾਵਾਂ, ਆਪਣੇ ਮਾਂ ਪਿਓ, ਆਪਣੀ ਮਾਂ ਭੈਣਾਂ ਦੇ ਵਿੱਚ ਰਹਿ ਕੇ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੀ ਸੀ। ਇਸ ਦੌਰਾਨ ਮਤਲਬ ਸ਼੍ਰੀ ਰਾਮ ਦਾ ਜਨਮ ਪਹੋਏ ਦਾ, ਭੇਵੇ ਦੇ ਇਲਾਕੇ ਦਾ ਦੱਸਿਆ, ਕੜਾਮ ਦੇ ਇਲਾਕੇ ਦਾ। ਕਿੱਥੇ ਤਾਂ ਜੰਮੀ ਤੁਲਸਾਂ ਜੀ, ਕਿੱਥੇ ਜੰਮਿਆ ਰਾਮ, ਕਿੱਥੇ ਜੰਮਿਓ ਨੀ ਸਖੀਓ ਮੇਰਾ ਮੋਦਨ ਰਾਮ, ਗੰਗਾ ਜੰਮੀ ਤੁਲਸੀ ਤੇ ਪਹੋਏ ਜੰਮਿਆ ਰਾਮ, ਹੈ ਨਾ। ਤੇ ਇਸ ਤਰ੍ਹਾਂ ਇਹ ਜਾਣੀ ਕਿ ਸ਼੍ਰੀ ਰਾਮ ਦੇ ਜਨਮ ਨਾਲ ਸੰਬੰਧਿਤ ਵੀ ਵਜੂਦ ਮਿਲਦੇ ਨੇ ਕਿ ਉਸ ਦਾ ਜਨਮ ਇਸ ਇਲਾਕੇ 'ਚ ਹੋਇਆ। ਇਹ ਲੋਕ ਗੀਤ ਨੇ, ਕੋਈ ਅੱਜ ਨਹੀਂ ਕਿਸੇ ਨੇ ਲਿਖਤੇ। ਤੇ ਇਸੇ ਤਰ੍ਹਾਂ ਗੀਤ ਗਾਉਂਦੀਆਂ ਕੁੜੀਆਂ ਹਰੇ ਜੌਂ ਲੈ ਕੇ ਘਰੋਂ ਘਰੀ ਟੁਰ ਜਾਂਦੀਆਂ। ਕਹਿੰਦੇ ਨੇ ਕਿ ਗੌਰਜਾਂ ਦੇ ਬਾਗ ਜੌਆਂ ਦੇ ਚੰਗੇ ਭਰੇ ਠੂਠੇ ਟੋਭੇ ਦੇ ਵਿੱਚ ਤਾਰੇ ਜਾਣ ਤਾਂ ਮੀਂਹ ਦੀ ਕੋਈ ਟੋਟ ਨਹੀਂ ਰਹਿੰਦੀ। ਇਹ ਵੀ ਇੱਕ ਮਿੱਥ ਸੀ ਕਿ ਜਿੰਨੇ ਹਰੇ ਕਚੂਰ ਜੌਂ ਹੋਣਗੇ ਉਹ ਗੌਰਜਾਂ ਦੇ ਬਾਗ ਸੀ ਜਿਹੜੇ ਇਹਨਾਂ ਨੂੰ ਕਿਹਾ ਜਾਂਦਾ ਸੀ, ਉਹ ਵਹਿੰਦੇ ਮੀਂਹ ਦੇ ਵਿੱਚ ਨਦੀਆਂ 'ਚ ਤਾਰੇ ਜਾਣ ਤੇ ਇਸ ਦੇ ਨਾਲ ਮੀਂਹ ਦੀ ਕੋਈ ਟੋਟ ਤੰਗੀ ਨਹੀਂ ਰਹੇਗੀ। ਇਹ ਵੀ ਮੰਨਿਆ ਜਾਂਦਾ ਸੀ ਕਿ ਜੇ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਚੰਗੀ ਤਰ੍ਹਾਂ ਸੜ ਜਾਵੇ ਤਾਂ ਫਿਰ ਸਮਝਿਆ ਜਾਂਦਾ ਕਿ ਇਹ ਵਾਰਾ ਚੰਗਾ ਲੱਗੇਗਾ, ਕੋਈ ਕਹਿਰੀ ਜਰੀ ਨਹੀਂ ਵਾਪਰੇਗੀ। ਜੇ ਕਿਤੇ ਰਾਵਣ ਦਾ ਪੁਤਲਾ ਪੂਰਾ ਨਾ ਸੜੇ, ਕਿਉਂਕਿ ਮੈਂ ਦੇਖਿਆ ਇੱਕ ਦੋ ਵਾਰੀ ਪਟਿਆਲੇ ਜਦੋਂ ਵੱਡਾ ਦੁਸਹਿਰਾ ਮਨਾਇਆ ਜਾਂਦਾ, ਜਿਸ ਜਗ੍ਹਾ ਤੇ ਇੱਥੇ ਮੋਦੀ ਮੰਦਿਰ ਹੁੰਦਾ ਜਾਂ ਦੁਸਹਿਰਾ ਗਰਾਊਂਡ 'ਚ ਹੁੰਦਾ, ਉੱਥੇ ਕਈ ਵਾਰੀ ਉਹ ਬਾਂਹ ਅਲੱਗ ਡਿੱਗ ਜਾਂਦੀ ਹੈ ਤੇ ਫਿਰ ਉਹ ਸੜਦੀ ਨਹੀਂ, ਫਿਰ ਉਹਨੂੰ ਸਾੜਨਗੇ ਲੋਕੀ। ਯਾਨੀ ਕਿ ਪੁਤਲਾ ਪੂਰਾ ਸਾੜਿਆ ਜਾਣਾ ਲੋਕ ਸ਼ੁਭ ਮੰਨਦੇ ਸੀ। ਜੇ ਪੁਤਲਾ ਰਹਿ ਜਾਵੇ ਕਹਿੰਦੇ ਸੀ ਬਦਸ਼ਗਨੀ ਦਾ ਮਤਲਬ ਰਾਵਣ ਜਿੰਦਾ ਰਹਿ ਗਿਆ। ਸੋ ਇਹ ਮਿੱਥ ਹੁੰਦੀ ਸੀ। ਸੋ ਅਗਰ ਉਸ ਤੋਂ ਬਾਅਦ ਮੀਂਹ ਪੈ ਜਾਵੇ ਤਾਂ ਫਿਰ ਕਿ ਜੇ ਰਾਵਣ ਦਾ ਪੁਤਲਾ ਸਾੜਨ ਦੇ ਵਿੱਚ ਵਿਘਨ ਪੈ ਜਾਵੇ ਤਾਂ ਫਿਰ ਪੂਰਾ ਵਰਾ ਤੌਖਲੇ ਲੱਗੇ ਰਹਿੰਦੇ ਸੀ, ਪਤਾ ਨਹੀਂ ਕੀ ਦਸੌਂਡੇ ਕੱਟਣੇ ਪੈਣੇ ਆ। ਸੋ ਇਹ ਸ਼ੰਕਾ ਰਹਿੰਦੀ ਸੀ।
ਤੋ ਸਾਂਝੀ ਮਾਈ ਦੇ ਗੀਤ ਅਤੇ ਆਰਤੀ ਉਤਾਰਨ ਪਿੱਛੋਂ 8ਵੇਂ ਦਿਨ ਵਰਤ ਰਖਾਇਆ ਜਾਂਦਾ ਸੀ ਤੇ 9ਵੇਂ ਦੁਸਹਿਰੇ ਵਾਲੇ ਦਿਨ ਉਸ ਨੂੰ ਘਰੋਂ ਚੁੱਕ ਕੇ ਟੋਭੇ ਜਾਂ ਉਸ ਦੇ ਵਿੱਚ ਪ੍ਰਵਾਹ ਕਰ ਦਿੱਤਾ ਜਾਂਦਾ ਸੀ ਜਿੱਥੇ ਵਗਦਾ ਪਾਣੀ ਹੋਵੇ। ਸੋ ਇਹ ਰਸਮ ਕੋਈ ਢਾਬ ਟੋਭੇ ਦੇ ਵਿੱਚ ਜਿਹੜੀ ਹੈ ਉਹ ਨਿਭਾਈ ਜਾਂਦੀ ਸੀ, ਉਸ ਨੂੰ ਤਾਰ ਦਿੱਤਾ ਜਾਂਦਾ ਸੀ। ਉਹ ਟਿੱਕੀਆਂ ਜਾਂ ਸਾਂਝੀ ਦਾ ਜੋ ਬੁੱਤ ਲਾਇਆ ਹੁੰਦਾ ਸੀਗਾ। ਸੋ ਇਹ ਲੋਕ ਧਰਮ ਹੈ। ਇਸ ਦੇ ਵਿੱਚ ਕਲਾਮਈ ਦੇਵੀ ਦੀ ਖੁਸ਼ਹਾਲੀ, ਸ਼ਾਂਤੀ ਦੀਆਂ ਮੁਰਾਦਾਂ ਦੀ ਪੂਰਤੀ ਤੇ ਭਾਵ ਮਨਾਂ ਦੀ ਸਾਂਝ ਰੱਖ ਕੇ ਸਾਂਝੀ ਦਾ ਜਿਹੜਾ ਚਿੱਤਰ ਹੈ ਜਾਂ ਪ੍ਰਸੰਗ ਹੈ ਉਸ ਦੀ ਪੂਜਾ ਪ੍ਰਕਿਰਿਆ ਜਿਹੜੀ ਹੈ ਉਹ ਸਮਾਪਤ ਹੁੰਦੀ ਸੀ। ਸੋ ਇਹ ਸੀ ਸਾਂਝੀ ਦਾ ਜਿਹੜਾ ਕਨਸੈਪਟ ਦੋਸਤੋ ਰਿਹਾ। ਸੋ ਬਾਈ ਜਗਤਾਰ ਹੋਰਾਂ ਨੇ ਜ਼ਿਕਰ ਕੀਤਾ ਕਿ ਸਾਡੇ ਇਸ ਨੂੰ ਭਾਈ ਬਰੋਟਾ ਕਹਿੰਦੇ ਸੀਗੇ। ਅੱਗੇ ਕਹਿੰਦੇ ਸੀ ਹੁਣ ਤਾਂ ਯਾਰ ਬਰੋਟਾ ਹੀ ਲਾ ਲਿਆ ਨਾ, ਬਾਹਰ 'ਚ ਬਰੋਟਾ ਹੀ ਲਾ ਲਿਆ। ਸੋ ਇਹ ਸੀ ਗੌਰਜਾਂ ਦੇ ਬਾਗ ਜਵਾਨ ਦੀ ਜਿਹੜਾ ਸਿਲਸਿਲਾ ਹੈ। ਤੇ ਇਸ ਦੌਰਾਨ ਇਦਾਂ ਦੇ ਪ੍ਰੋਗਰਾਮ ਤੁਹਾਨੂੰ ਕਿੱਦਾਂ ਦੇ ਲੱਗੇ ਨੇ ਦੱਸਿਆ ਕਰੋ, ਕਿਉਂਕਿ ਉਹ ਵਿਰਾਸਤ ਹੈ ਸਾਡੇ ਬਜ਼ੁਰਗਾਂ ਦੀ, ਇਹ ਕੋਈ ਕਿਸੇ ਧਰਮ ਦੀ ਪ੍ਰਮੋਸ਼ਨ ਨਹੀਂ ਤੇ ਇਸ ਕਰਕੇ ਇਹਨਾਂ ਵਰਤਾਰਿਆਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਤੇ ਇਸੇ ਦੌਰਾਨ ਹੁਣ ਥੋੜਾ ਪ੍ਰਸੰਗ ਤਾਂ ਵੈਸੇ ਇੱਕ ਦੋ ਹੋਰ ਮੇਰੀ ਇੱਛਾ ਸੀ ਤੁਹਾਡੇ ਨਾਲ ਸਾਂਝਾ ਕਰਾਂ, ਪਰ ਅੱਜ ਨਾ ਗਲਾ ਥੋੜੀ ਜਿਹੀ ਆਗਿਆ ਨਹੀਂ ਦਿੰਦਾ ਤੇ ਥੋੜਾ ਜਿਹਾ ਹਾਸ ਰਸ ਦਾ ਨਜ਼ਰੀਆ ਵੀ ਪੇਸ਼ ਕਰਦੇ ਹਾਂ ਤੁਹਾਡੇ ਨਾਲ। ਪਿਆਰਾ ਸਿੰਘ ਦਾਤਾ ਉੱਘੇ ਹਾਸ ਰਸ ਲੇਖਕ ਸੀਗੇ। ਉਹਨਾਂ ਨੇ ਇੱਕ ਲਿਖਿਆ ਲੂਣ ਦਾ ਪਹਾੜ, ਆਪਾਂ ਉਹ ਵੀ ਤੁਹਾਡੇ ਨਾਲ ਅੱਜ ਸਾਂਝਾ ਕਰ ਦਈਏ। ਵੀਕਐਂਡ ਹੈ, ਆਖਰੀ ਪ੍ਰੋਗਰਾਮ ਹੈ ਇਸ ਹਫ਼ਤੇ ਦਾ। ਤੇ ਇਸ ਦੌਰਾਨ ਜ਼ਿਕਰ ਸਾਡੇ ਸਪਾਂਸਰ ਸਾਹਿਬ ਦਾ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਇਸ ਤੋਂ ਇਲਾਵਾ ਇੱਥੇ ਤੁਸੀਂ ਟਰੱਕ ਪਾਰਕਿੰਗ ਫ੍ਰੀ ਲੈ ਸਕਦੇ ਹੋ। ਦੂਸਰੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਹੈ, ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਲ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਚਾਹ ਛਕੋ, ਸ਼ਾਵਰ ਲਓ, ਲਾਂਡਰੀ ਕਰ ਸਕਦੇ ਹੋ, ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਤੇ ਇਸ ਤੋਂ ਇਲਾਵਾ ਇੱਥੇ ਲਿਕਰ ਸ਼ਾਪ ਵੀ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ। ਇਸ ਤੋਂ ਇਲਾਵਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ, ਮਸਲਨ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਵੀਰ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹਿਬ ਹਰਜਾਪ ਸਿੰਘ ਹੋਰਾਂ ਦਾ ਨੰਬਰ ਹੈ 425 232 8413 4252328413। ਇਸੇ ਤਰ੍ਹਾਂ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤਾਂ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਦੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ, ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠਿਆਂ ਤੋਂ ਦਹੀਂ ਦੇ ਨਾਲ ਲੁਤਫ ਲਓ। ਇੱਥੇ ਟਰੱਕ ਤੋਂ ਆਓ, ਡੀਜ਼ਲ ਪਾਓ ਤੇ ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ। ਇਹ ਅਦਾਰੇ ਉਸੇ ਜਗ੍ਹਾ ਤੇ ਨੇ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਤੇ ਐਡਰੈਸ ਹੈ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਸੈਟਲ ਇਲਾਕੇ 'ਚ ਅਗਰ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਦਿੰਦੇ ਨੇ। ਤੁਸੀਂ ਅਨਆਪਰੇਟਡ ਡਰਾਈਵਰ ਹੋ, ਖੁੱਲੇ ਲੋਡ ਤੁਹਾਨੂੰ ਸੈਟਲ ਇਲਾਕੇ ਦੇ ਮਿਲਣਗੇ। ਜੇ ਤੁਹਾਨੂੰ ਡਰਾਈਵਿੰਗ ਦੀ ਵੀ ਜੌਬ ਚਾਹੀਦੀ ਹੈ ਤਾਂ ਵੀ ਸੰਪਰਕ ਕਰ ਸਕਦੇ ਹੋ ਜਗਦੇਵ ਸਿੰਘ ਸੰਧੂ ਹੋਰਾਂ ਨਾਲ, ਜਿਨ੍ਹਾਂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206354 4060। ਤੇ ਸੈਟਲ ਇਲਾਕੇ ਦੇ ਲੋਕਾਂ ਲੋਡ ਵਾਸਤੇ ਤੇ ਡਰਾਈਵਿੰਗ ਦੀ ਜੌਬ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫreight ਸਰਵਿਸ। ਡਰਾਈਵਿੰਗ ਦੀ ਜੌਬ ਦੇ ਤੁਹਾਨੂੰ ਬਹੁਤ ਅੱਛੇ ਵੇਜਸ ਪ੍ਰਤੀ ਘੰਟਾ ਆਵਰਲੀ ਪੇ ਕੀਤੇ ਜਾਂਦੇ ਨੇ ਵਾਸ਼ਿੰਗਟਨ ਫreight ਸਰਵਿਸ ਵੱਲੋਂ। ਇਸੇ ਤਰ੍ਹਾਂ ਆਪਣੇ ਜਿਹੜੇ ਦੂਸਰੇ ਸਪਾਂਸਰ ਨੇ ਉਹ ਨੇ ਤਰਸੇਮ ਸਿੰਘ ਗਿੱਲ, CPA ਨੇ, ਅਮਰੀਕਾ ਦੇ ਪੜ੍ਹੇ ਲਿਖੇ ਨੇ, ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਤੋਂ ਵੱਧ ਸਮਾਂ ਕੰਮ ਕੀਤਾ।
ਇਹਨਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਦੋਸਤ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਸਾਕ-ਸੰਬੰਧੀ ਨੂੰ ਕੋਈ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤਰਸੇਮ ਸਿੰਘ ਗਿੱਲ CPA ਦੇ ਨਾਲ। ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਨੇ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਨੰਬਰ ਹੈ 484 764 9861 484 764 9861 ਨੰਬਰ ਹੈ ਤਰਸੇਮ ਸਿੰਘ ਗਿੱਲ CPA ਦਾ। ਤੇ ਪ੍ਰੋਮੋ ਨੂੰ ਪਸੰਦ ਕਰਦੇ ਹੋ ਤੁਸੀਂ ਸਬਸਕ੍ਰਿਪਸ਼ਨ ਲੈ ਸਕਦੇ ਹੋ। $20 ਮੰਥਲੀ ਆਪਣੀ ਇੱਛਾ ਮੁਤਾਬਕ ਵੱਧ ਘੱਟ ਵੀ ਕੀਤੀ ਜਾ ਸਕਦੀ ਹੈ। ਆਪਣਾ WhatsApp ਤੇ ਸਾਡੀ ਵੈਬਸਾਈਟ tiwanaradio.com ਤੇ ਜਾ ਕੇ ਤੁਸੀਂ PayPal ਦੇ ਜ਼ਰੀਏ ਪੇ ਕਰ ਸਕਦੇ ਹੋ ਜਾਂ ਵੈਸਟਰਨ ਯੂਨੀਅਨ ਮਨੀਗ੍ਰਾਮ ਦੇ ਰਾਹੀਂ ਵੀ ਲੈ ਸਕਦੇ ਹੋ। ਸਾਡੇ ਪ੍ਰੋਗਰਾਮ ਨੂੰ ਸੁਣਨ ਵਾਸਤੇ tiwanaradio.com ਵੈਬਸਾਈਟ ਹੈ। ਜੇ ਕਿਤੇ YouTube ਦੇ ਵਿੱਚ ਜਾਂ ਦਿੱਕਤ ਆਉਂਦੀ ਹੈ ਤੁਹਾਨੂੰ Facebook YouTube ਲਿੰਕ ਤੇ ਤਾਂ ਜਾਂ ਐਪਸ ਵਧੀਆ ਜ਼ਰੀਏ ਐਪਸ ਤੇ ਸੁਣ ਸਕਦੇ ਹੋ। ਤੇ ਫਿਰ ਤੁਸੀਂ ਜਿਹੜਾ ਉੱਥੇ ਸੁਣ ਸਕਦੇ ਹੋ ਵੈਬਸਾਈਟ ਤੇ ਵੀ tiwanaradio.com ਤੇ। ਉੱਥੇ ਤੁਹਾਨੂੰ ਸਾਡੇ ਐਪਸ ਦੇ ਲਿੰਕ ਮਿਲਣਗੇ। ਆਈਫੋਨ ਦੇ ਐਂਡਰਾਇਡ ਐਪਸ ਤੇ ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ। ਲਾਈਕ ਤੇ ਸਬਸਕ੍ਰਾਈਬ ਜਿਹੜਾ ਸ਼ੇਅਰ ਕਰ ਸਕਦੇ ਹੋ ਤੁਸੀਂ ਤੇ ਬੈਲ ਆਈਕਨ ਦਬਾਵੋ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਤੁਹਾਨੂੰ ਸੂਚਨਾ ਮਿਲੇ। ਜੇ ਅਮਰੀਕਾ ਦੇ ਵਿੱਚੋਂ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਕਾਲ ਟੂ ਲਿਸਨ ਨੰਬਰ ਹੈ 667 930 9260 667 930 9260 ਨੰਬਰ ਤੇ ਵੀ ਡਾਇਲ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ। ਹਾਂ, ਰਾਵਣ ਦਾ ਵੈਸੇ ਜਿਸ ਤਰ੍ਹਾਂ ਦਾ ਉਹਦਾ ਕਿਰਦਾਰ ਹੈ ਇਸ ਤਰ੍ਹਾਂ ਦਾ ਉਹਦੇ ਵਿੱਚ ਕੋਈ ਨਹੀਂ ਸੀ। ਠੀਕ ਹੈ, ਸਰੂਪਨਖਾ ਦਾ ਨੱਕ ਕੱਟਿਆ ਗਿਆ ਸੀ ਜਿਸ ਕਰਕੇ ਉਸਨੇ ਫਿਰ ਅਦਲੇ ਦਾ ਬਦਲਾ, ਕਿਉਂਕਿ ਉਦੋਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਉਸ ਦੌਰਾਨ ਉਸਦੇ ਭਰਾ ਨੇ ਜੋ ਕੁਝ ਕੀਤਾ। ਜਾਂ ਇਹ ਬੜਾ ਇੰਟਰਸਟਿੰਗ ਚੀਜ਼ਾਂ ਨੇ ਵੈਸੇ ਧਰਮ ਕਰਮ ਦਾ ਮਸਲਾ, ਤੇ ਕਦੇ ਸਮਾਂ ਕੱਢ ਕੇ ਵੇਖਿਓ। ਸਾਰਾ ਕਨਸੈਪਟ ਵੀਡੀਓ ਦੇ ਵਿੱਚ ਵੀ ਹੈਗਾ, ਭਾਰਤ ਇੱਕ ਖੋਜ ਡਿਸਕਵਰੀ ਆਫ ਇੰਡੀਆ। ਖੈਰ, ਥੋੜਾ ਹਾਸ ਵਿਅੰਗ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਹਾਂ। ਲੂਣ ਦਾ ਪਹਾੜ। ਪਾਰਲੇ ਪਾਕਿਸਤਾਨ ਦੇ ਵਿੱਚ ਖਿਉੜੇ ਨਾਂ ਦੀ ਇੱਕ ਲੂਣ ਦੀ ਪਹਾੜੀ ਹੈ। ਉਹ ਭਾਵੇਂ ਕਿੰਨੀ ਪ੍ਰਸਿੱਧ ਪਹਾੜ ਕਿਉਂ ਨਾ ਹੋਵੇ ਪਰ ਸਾਡੇ ਲੂਣ ਦੇ ਪਹਾੜ ਨਾਲ ਉਹ ਟੱਕਰ ਨਹੀਂ ਖਾ ਸਕਦੀ। ਗੱਲ ਜਰਾ ਪਿੱਛੋਂ ਤੁਰਦੀ ਹੈ। ਸਾਡੇ ਸਵਰਗਵਾਸੀ ਚਾਚਾ ਕਾਹਨ ਸਿੰਘ ਹੋਰੀ ਆਪਣੇ ਦੋ ਭਰਾਵਾਂ ਬੇਲਾ ਸਿੰਘ ਤੇ ਬੁੱਧ ਸਿੰਘ ਨਾਲ ਰਾਵਲਪਿੰਡੀ ਗੰਜ ਮੰਡੀ ਰਹਿੰਦੇ ਸਨ। ਤਿੰਨੇ ਭਰਾਵਾਂ ਦਾ ਕਾਰੋਬਾਰ ਭਾਵੇਂ ਵਿਚਕਾਰਲਾ ਮੇਲ ਹੀ ਸੀ ਪਰ ਉਹ ਆਪਣੇ ਕੰਮ ਤੋਂ ਬੜੇ ਸੰਤੁਸ਼ਟ ਸੀ ਤੇ ਸੰਤੁਸ਼ਟ ਹੋਣ ਦੇ ਦੋ ਵੱਡੇ ਕਾਰਨ ਸਨ। ਇੱਕ ਤਾਂ ਇਹ ਸੀ ਕਿ ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਤਿਉ ਸੀ। ਘਰ ਵਿੱਚ ਜੇ ਇੱਕ ਭਰਾ ਕਹਿ ਦਵੇ ਕੀ ਮਜਾਲ ਹੈ ਕੋਈ ਦੂਜਾ ਲੰਘਣਾ ਕਰੇ ਤੇ ਦੂਜਾ ਉਸੇ ਵੇਲੇ ਸਵੇਰ ਸ਼ਾਮੀ ਨਿਤਨੇਮ ਵਾਂਗ ਝੱਖੜ ਝਾਂਗੀ ਮੀਂਹ ਵਰਸੇ ਮੇਰਾ ਨਾਲ ਪਿਆਰੇ ਨੇਹ ਦੇ ਵਾਕ ਅਨੁਸਾਰ ਗੁਰਦੁਆਰੇ ਇਕੱਠੇ ਜਾਂਦੇ, ਕੀਰਤਨ ਪਾਠ ਇਕੱਠੇ ਸਰਵਣ ਕਰਦੇ ਤੇ ਫਿਰ ਉਹ ਤੋਂ ਇਕੱਠਿਆਂ ਹੀ ਘਰ ਵਾਪਸ ਭਰਦੇ। ਉਹ ਕਦੇ ਆਪਸ 'ਚ ਨਹੀਂ ਸੀ ਝਗੜਦੇ ਸੁਣੇ। ਕੋਈ ਲੈਣ ਦੇਣ, ਕੋਈ ਵਿਆਹ ਸ਼ਾਦੀ, ਕੋਈ ਮਰਨਾ ਪਰਨਾ ਤੇ ਕੁਝ ਵੀ ਅਜਿਹਾ ਨਹੀਂ ਸੀ ਜਿਹੜਾ ਉਹਨਾਂ ਦੇ ਦਰਮਿਆਨ ਬਖੇੜਾ ਖੜਾ ਕਰਦਾ। ਸੋ ਇਸੇ ਤਰ੍ਹਾਂ ਉਹ ਤਿੰਨੋਂ ਭਰਾ ਬੜੇ ਸ਼ਾਂਤਮਈ ਜੀਵਨ ਬਤੀਤ ਕਰਦੇ ਸਨ। ਇੱਕ ਸਾਡੇ ਚਾਚਾ ਕਾਹਨ ਸਿੰਘ, ਉਸਦੇ ਦੋ ਭਰਾ ਸੀ ਬਿਰਲਾ ਸਿੰਘ ਤੇ ਬੁੱਧ ਸਿੰਘ। ਤੇ ਇੱਕ ਦਿਨ ਸ਼ਾਮ ਨੂੰ ਥੋੜੇ ਜਿਹੇ ਹਨੇਰੇ ਪਏ ਜਦੋਂ ਤਿੰਨੇ ਭਰਾ ਪਾਕਿਸਤਾਨ ਦੀ ਗੰਜ ਮੰਡੀੋਂ ਲੰਘਦੇ ਗੁਰਦੁਆਰੇ ਜਾ ਰਹੇ ਸਨ ਤਾਂ ਇੱਕ ਦੀ ਨਿਗਾਹ ਇੱਕ ਭਾਰੇ ਜਿਹੇ ਪੱਥਰ ਤੇ ਪਈ। ਉਹ ਬੋਲਿਆ, ਭਾਈ ਜੀ ਆਹ ਵੇਖੋ ਵੱਡਾ ਸਾਰਾ ਢੇਲਾ ਲੂਣ ਹੈ, ਨਾ ਵਿਖਾਈ ਦੇਣਾ ਹੈ। ਭਾਈਆਂ ਦਾ ਤਾਂ ਜਿਵੇਂ ਤਰਾਹ ਹੀ ਨਿਕਲ ਗਿਆ, ਲੂਣਾ ਨਾ ਢੇਲਾ। ਉਹਨੇ ਆਪਣੀ ਕਮਜ਼ੋਰ ਅੱਖਾਂ ਨੂੰ ਟੱਡ ਕੇ ਦੂਰ ਤੱਕ ਨਿਗਾਹ ਦੜਾਉਂਦੇ ਆਖਿਆ, ਹਾਂ ਨਜ਼ਰ ਤਾਂ ਲੂਣ ਹੀ ਆਨਾ, ਇਹ ਉਧਰ ਦੀ ਭਾਸ਼ਾ ਨੇ, ਪਰ ਇਤਨਾ ਭਾਰਾ ਢੇਲਾ ਇੱਥੇ ਕਿਸ ਤਰ੍ਹਾਂ ਪਿਆ ਰਹਿ ਗਿਆ। ਉਹ ਭੋਲੇ ਪਾਤਸ਼ਾਹ ਛੋਟਾ ਭਰਾ ਬੁੱਧ ਸਿੰਘ ਬੋਲਿਆ, ਇੱਥੇ ਸੈਂਕੜੇ ਕਰਾਚੀਆਂ ਜਾਣੀ ਕਿ ਬੈਲ ਗੱਡੀਆਂ ਰੋਜ਼ਾਨੀ ਲੂਣ ਲੈ ਆਉਂਦੀਆਂ ਨੇ ਤੇ ਲੂਣ ਤੁਲ ਕੇ ਖਸਮਾਂ ਖਾਣੀਆਂ ਸਾਈਆਂ ਨੇ ਘਰ ਚਲੇ ਜਾਣਾ, ਇੱਥੇ ਭੁੱਲ ਕੇ ਇੱਥੇ ਰਹਿ ਜਾਣਾ ਹੋਣਾ। ਭਲਾ ਬੁੱਧ ਸਿੰਘਾ ਕਿੰਨਾ ਕੁ ਲੂਣ ਹੋਣਾ ਹੈ? ਚਾਚਾ ਕਾਹਨ ਸਿੰਘ ਨੇ ਜੀਭ ਬੁੱਲਾਂ ਤੇ ਫੇਰਦਿਆਂ ਪੁੱਛਿਆ। ਹੁਣ ਤੀਕ ਤਿੰਨੇ ਭਰਾ ਗੱਲਾਂ ਕਰਦੇ ਕਰਦੇ ਉਸ ਲੂਣ ਦੇ ਢੇਲੇ ਦੇ ਕੋਲ ਪੁੱਜ ਗਏ। ਹੋਣਾ ਭਾਈਆ ਕੋਈ 1.5 ਕੁ ਮਣ, ਪਰ ਦਿਸਣਾ ਬੜਾ ਸ਼ੁੱਧ ਲੂਣ ਹੈ। ਚਾਚਾ ਬੁੱਧ ਸਿੰਘ ਨੇ ਉਂਗਲ ਢੇਲੇ ਨੂੰ ਲਾ ਕੇ ਚੱਟਦਿਆਂ ਤੇ ਚਟਖਾਰੇ ਲੈਂਦੇ ਆਖਿਆ, ਹੋਵੇ ਨਾ ਇਸ ਘਰ ਲੈ ਚੱਲੀਏ, ਸਾਰੀ ਉਮਰੇ ਲੂਣ ਨੇ ਵਕਤਾਂ ਤੋਂ ਛੁੱਟ ਜਾਸਾਂ,
ਚਾਚੇ ਕਾਹਨ ਸਿੰਘ ਹੋਰਾਂ ਨੇ ਆਪਣੀ ਰਾਏ ਦਿੱਤੀ। ਇਹ ਥੋੜਾ ਜਿਹਾ ਲਹਿੰਦੀ ਭਾਸ਼ਾ ਦਾ ਜਿਹੜਾ ਹੈਗਾ ਸ਼ਬਦ ਵਰਤਦੇ ਨੇ। ਤੇ ਗੱਲ ਤਾਂ ਠੀਕ ਆ ਸੀ ਕਾਹਨ ਸਿੰਘਾ, ਚਾਚਾ ਬੇਲਾ ਸਿੰਘ ਬੋਲੇ। ਵਿੱਚੋਂ ਆਖਣ ਲੱਗੇ, ਹੇ ਮਹਾਰਾਜ, ਜੇ ਕਦੇ ਇਹ ਲੂਣਾ ਮਹਿੰਗੀ ਘੱਲਿਆ ਮਿਲ ਜਾਣਾ ਤਾਂ ਕਿੰਨਾ ਚੰਗਾ ਹੋਣਾ। ਹੱਛਾ ਤੁਹਾਡੀ ਮਰਜ਼ੀ। ਅਖੀਰ ਸਰਬਸੰਮਤੀ ਨਾਲੇ ਫੈਸਲਾ ਉਹਨਾਂ ਤਿੰਨਾਂ ਭਰਾਵਾਂ 'ਚ ਹੋਇਆ ਕਿ ਗੁਰਦੁਆਰਿਓਂ ਵਾਪਸੀ ਤੇ ਇਸ ਢੇਲੇ ਨੂੰ ਚੁੱਕ ਕੇ ਘਰੇ ਪਹੁੰਚਾਇਆ ਜਾਵੇ ਤੇ ਉੱਥੇ ਜਾ ਕੇ ਇਸ ਲੂਣ ਦੀਆਂ ਵੰਡੀਆਂ ਪਾਈਆਂ ਜਾਣ। ਦੂਰ ਪਈ ਇੱਕ ਟੁੱਟੀ ਚਟਾਈ ਬੁੱਧ ਸਿੰਘ ਚੁੱਕ ਲਿਆਇਆ ਤੇ ਉਸ ਨੇ ਲੂਣ ਦੇ ਪਹਾੜ ਨੂੰ ਚੰਗੀ ਤਰ੍ਹਾਂ ਬਾਰਿਸ਼, ਹਨੇਰੀ ਤੇ ਚੋਰ ਅੱਖਾਂ ਤੋਂ ਬਚਾਉਣ ਦੇ ਲਈ ਲਪੇਟ ਦਿੱਤਾ ਤੇ ਆਪ ਗੁਰਦੁਆਰੇ ਚਲੇ ਗਏ। ਅਜੇ ਤਿੰਨਾਂ ਭਰਾਵਾਂ ਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਸੀ ਹੋਈ ਜੋ ਹਰ ਰੋਜ਼ ਹੁੰਦੀ ਸੀ। ਅੱਜ ਉਹਨਾਂ ਦੇ ਮਨ ਅਸ਼ਾਂਤ ਸੀ। ਪਾਠ ਦੇ ਵਿੱਚ ਵੀ ਜੀ ਨਾ ਲੱਗਾ। ਵੱਡਾ ਭਰਾ ਚਾਚਾ ਬੇਲਾ ਸਿੰਘ ਦੇ ਇਸ਼ਾਰੇ ਤੇ ਤਿੰਨੋਂ ਭਰਾ ਪਹਿਲਾਂ ਹੀ ਵਕਤ ਤੋਂ ਪਹਿਲਾਂ ਗੁਰਦੁਆਰੇ ਨਿਕਲ ਆਏ, ਕਿਉਂਕਿ ਉਹਨਾਂ ਦੇ ਦਿਮਾਗਾਂ 'ਚ ਅੱਜ ਲੂਣ ਦਾ ਢੇਲਾ ਅੜਿਆ ਸੀ। ਰਾਹ ਵਿੱਚ ਉਹਨਾਂ ਤਿੰਨਾਂ ਆਪੋ ਕੋਈ ਗੱਲ ਨਾ ਕੀਤੀ ਤੇ ਤੇਜ਼ ਕਦਮੀ ਉਹ ਕਾਲੇ ਪੈ ਸਨ ਕਿ ਹੋਵੇ ਨਾ ਕਿ ਉਹਨਾਂ ਤੋਂ ਪਹਿਲਾਂ ਕੋਈ ਲੂਣ ਹੋਰ ਲੈ ਜੇ। ਸੋ ਤਿੰਨਾਂ ਨੇ ਇਕੱਠਿਆਂ ਹੀ ਜ਼ਰੂਰੀ ਮਹਿਮ ਸਰਨ ਕਰਨ ਜਿਵੇਂ ਜਾਣਾ ਹੋਵੇ ਵਾਹੋ ਦਾ ਹੀ ਤੁਰਦੇ ਉਹ ਢੇਲੇ ਦੇ ਨੇੜੇ ਭੱਜੇ ਤੇ ਹਨੇਰੇ ਦੇ ਵਿੱਚ ਉਹਨਾਂ ਨੂੰ ਦੂਰੋਂ ਚਟਾਈ ਨਜ਼ਰ ਨਾ ਆਈ ਤੇ ਤਿੰਨਾਂ ਦੇ ਦਿਲ ਧੜਕਣ ਲੱਗੇ। ਪਰ ਨੇੜੇ ਆ ਕੇ ਉਹਨਾਂ ਵੇਖਿਆ ਕਿ ਸਭ ਕੁਝ ਠੀਕ ਸੀ ਤੇ ਉਹਨਾਂ ਦੇ ਸਾਹ ਦੇ ਵਿੱਚ ਸਾਹ ਆਇਆ। ਬੁੱਧ ਸਿੰਘਾ, ਤੂੰ ਇਸ ਐਂ ਚਾਹ ਕੇ ਜਲਦੀ ਘਰ ਲੈ ਜੁਲ। ਆਖਦਿਆਂ ਚਾਚਾ ਬੇਲਾ ਸਿੰਘ ਤੇ ਕਾਹਨ ਸਿੰਘ ਨੇ ਚਟਾਈ ਪਰੇ ਕਰਦਿਆਂ ਹੱਥ ਪਵਾਇਆ। ਮਸਾਂ ਦੋਹਾਂ ਦੀ ਮਦਦ ਨਾਲ ਚਾਚਾ ਬੁੱਧ ਸਿੰਘ ਨੇ ਉਸ ਨੂੰ ਆਪਣੇ ਸਿਰ ਤੇ ਚੁੱਕਿਆ ਤੇ ਵਾਹੋ ਦਾਹੀ ਤਿੰਨੇ ਭਰਾ ਇੱਕ ਅੱਗੇ ਇੱਕ ਪਿੱਛੇ ਲੂਣ ਦੇ ਪਹਾੜ ਤੇ ਪਹਿਰਾ ਦਿੰਦੇ ਘਰਾਂ ਨੂੰ ਨੱਸੇ। ਭਾਵੇਂ ਮੰਡੀਓਂ ਫਰਲਾਂਗ ਦੂਰ ਹੀ ਘਰ ਸੀ, ਪਰ ਬੁੱਧ ਸਿੰਘ ਭਾਰ ਚੁੱਕੀ ਪਸੀਨਾ ਹੋਇਆ ਸੀ ਉਸ ਲੂਣ ਦੇ ਢੇਲੇ ਦਾ ਤੇ ਦੂਜੇ ਦੋ ਭਰਾ ਖਾਲੀ ਹੱਥੀ ਪਾਸਿਓਂ ਕੱਪੜੇ ਗੜੁੱਚ ਹੋ ਰਹੇ ਸਨ ਤੇ ਹਾਲੀ ਘਰ ਉਹਨਾਂ ਦਾ ਡਿਉਢਿਓਂ ਲੰਘ ਕੇ ਪੌੜੀਆਂ ਤੇ ਚੜ੍ਹ ਕੇ ਉੱਪਰਲੀ ਛੱਤੇ ਆਉਣਾ ਸੀ। ਬੜੇ ਹਾੜਿਆਂ ਨਾਲ ਚਾਚਾ ਬੁੱਧ ਸਿੰਘ ਨੇ ਢੇਲੇ ਨੂੰ ਕੋਠੇ ਤੇ ਪਹੁੰਚਾਇਆ ਤੇ ਜਾਂਦਿਆਂ ਸਾਰੀ ਉਸਨੇ ਗਵਾ ਕੇ ਉਸ ਨੂੰ ਵਿਹੜੇ 'ਚ ਸੁੱਟਿਆ। ਤੜਾ ਕਰਕੇ ਜ਼ੋਰ ਦੀ ਆਵਾਜ਼ ਆਈ, ਮਾਨੋ ਕੋਈ ਭੁਚਾਲ ਆ ਗਿਆ ਹੋਵੇ। ਤੇ ਉਹਨਾਂ ਤਿੰਨੋਂ ਦੇ ਪਰਿਵਾਰ ਆਮੋ ਸਾਹਮਣੇ ਮਕਾਨਾਂ ਦੇ ਵਿੱਚ ਇੱਕੋ ਵਿਹੜੇ ਦੇ ਵਿੱਚ ਰਹਿੰਦੇ ਸਨ ਤੇ ਲੂਣ ਦੇ ਢੇਲੇ ਦੀ ਆਵਾਜ਼ ਸੁਣ ਕੇ ਖੜਕੇ ਦੇ ਨਾਲ ਚਾਚੀਆਂ, ਤਾਈਆਂ, 15 ਕੁ ਭੈਣ ਭਰਾ ਆਣ ਇਕੱਠੇ ਹੋਏ। ਹੈਂ ਕੀ ਹੋਇਆ ਭਾਈ? ਕਾਵਾਂ ਰੌਲੀ ਪਾਉਣ ਲੱਗੇ। ਤਿੰਨਾਂ ਭਰਾਵਾਂ ਨੇ ਸਾਰਿਆਂ ਨੂੰ ਇਸ਼ਾਰੇ ਨਾਲ ਚੁੱਪ ਹੋਣ ਲਈ ਕਿਹਾ ਤੇ ਸਾਰਿਆਂ ਦੇ ਆਪਣੇ ਬੁੱਲਾਂ ਤੇ ਉਂਗਲਾਂ ਰੱਖ ਲਈਆਂ। ਸਾਰਿਆਂ ਦੇ ਚੁੱਪ ਹੋ ਜਾਣ ਤੇ ਭਾਇਆ ਬੇਲਾ ਸਿੰਘ ਨੇ ਬੜੇ ਰਾਜਦਾਰਨਾ ਅੰਦਾਜ਼ ਦੇ ਵਿੱਚ ਕਿਹਾ, ਕਿਸੇ ਦੱਸਣਾ ਨਹੀਂ, ਇਹ ਲੂਣ ਹੈ ਲੂਣ, ਬੱਚੂ ਬਸ ਸਾਰੀ ਉਮਰ ਖਾਣੇ ਰਹੋ ਤਾਂ ਮੁੱਕਣਾ ਨਹੀਂ। ਉਧਰ ਚਾਚਾ ਬੁੱਧ ਸਿੰਘ ਕਦੇ ਆਪਣਾ ਪਸੀਨਾ ਪੂੰਝਦਾ ਤੇ ਆਪਣੇ ਗਰਦਨ ਨੂੰ ਮਲਦਾ ਜਿਹੜੀ ਬੇਸੁੱਧ ਕਰ ਦਿੱਤੀ ਸੀ ਉਸ ਲੂਣ ਦੇ ਢੇਲੇ ਨੇ। ਖੈਰ, ਇਸ ਮੁਹਿੰਮ ਤੋਂ ਵਿਹਲਿਆਂ ਹੋ ਕੇ ਸਾਰਿਆਂ ਪ੍ਰਸ਼ਾਦਾ ਛਕਿਆ। ਅੱਜ ਸਾਰੇ ਅੱਗੇ ਤੋਂ ਹੌਲੀ ਆਪਸ 'ਚ ਘੁਸਰ-ਮੁਸਰ ਕਰ ਰਹੇ ਸਨ, ਜਿਵੇਂ ਸਾਰਿਆਂ ਦੀ ਦਿਲੀ ਖਾਸ਼ ਇਹੀ ਸੀ। ਕਦੀ ਇਹ ਪਹਾੜ ਕੱਲਿਆਂ ਲੱਭਿਆ ਹੁੰਦਾ, ਪਰ ਕਿਸਮਤ ਵਿੱਚ ਅਜਿਹਾ ਨਹੀਂ ਸੀ ਲਿਖਿਆ। ਸੋ ਸਾਰੇ ਮਾਲਕ ਦੇ ਅੱਗੇ ਸਿਰ ਨਵਾ ਕੇ ਤੇ ਸਬਰ ਸ਼ੁਕਰ ਦਾ ਘੁੱਟ ਪੀ ਕੇ ਰਹਿ ਗਏ। ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਢੇਰ ਚਿਰ ਗੱਲਾਂ ਹੁੰਦੀਆਂ ਰਹੀਆਂ। ਅਖੀਰ ਸਾਰੇ ਸੌਂ ਗਏ, ਪਰ ਇੰਨੇ ਵੱਡੇ ਪਹਾੜ ਦੇ ਤਿੰਨੇ ਮਾਲਕਾਂ ਨੂੰ ਨੀਂਦ ਕਿੱਥੇ? ਉਹਨਾਂ ਅੱਜ ਸਾਰੀ ਰਾਤ ਲੂਣ ਦੇ ਪਹਾੜਾਂ ਦੇ ਸੁਪਨਿਆਂ 'ਚ ਹੀ ਗੁਜ਼ਾਰ ਦਿੱਤੀ। ਚਾਚਾ ਬੁੱਧ ਸਿੰਘ ਨੂੰ ਸੁਪਨਾ ਆਇਆ ਕਿ ਉਹ ਇੱਕ ਲੂਣ ਦੀ ਵੱਡੀ ਚਟਾਨ ਦੇ ਉਸ ਕੋਲ ਖਲੋਤਾ ਹੈ ਤੇ ਉਸ ਨੂੰ ਹੁਣੇ ਉਹ ਚਟਾਨ ਲੂਣ ਦੀ ਅਲਾਟ ਹੋਈ ਹੈ ਤੇ ਉਸਨੇ ਲੂਣ ਦੀ ਇਸ ਵੱਡੀ ਚਟਾਨ ਨੂੰ ਉਂਗਲ ਨਾਲ ਰਗੜ ਕੇ ਚੱਟਿਆ। ਕਿੱਡਾ ਮਜ਼ੇਦਾਰ ਲੂਣ ਸੀ ਉਹ। ਇਸ ਪਿੱਛੋਂ ਉਸਨੇ ਵੇਖਿਆ ਕਿ ਉਸਦੇ ਵੇਖਦਿਆਂ ਕੋਈ ਬੰਦਾ ਆ ਕੇ ਉਸਦੀ ਚਟਾਨ ਨੂੰ ਹਨੂਮਾਨ ਵਾਂਗ ਸਿਰ ਤੇ ਚੁੱਕ ਕੇ ਨੱਠ ਗਿਆ। ਇੱਕਦਮ ਉਸਦੀ ਜਾਗ ਖੁੱਲ੍ਹ ਗਈ ਤੇ ਉਸਨੇ ਆਪਣੀ ਧਰਮ ਪਤਨੀ ਦਮੋਦਰੀ ਨੂੰ ਜਗਾਇਆ, ਉਹ ਬਾਹਰ ਜਾ ਕੇ ਵੇਖ ਕਿਤੇ ਕੋਈ ਹੋਰ ਚੋਰ ਸਾਡਾ ਲੂਣ ਨਾ ਲੈ ਗਿਆ ਹੋਵੇ। ਤੇ ਚਾਚੀ ਦਮੋਦਰੀ ਨੇ ਦਰਵਾਜ਼ਿਓਂ ਬਾਹਰ ਝਾਤੀ ਮਾਰੀ ਤੇ ਵੇਖਿਆ ਤੇ ਡਾਢੀ ਘਾਬਰੀ ਹੋਈ ਵਾਪਸ ਪਰਤੀ ਤੇ ਥੜਕਦੀ ਆਵਾਜ਼ ਵਿੱਚ ਕਹਿਣ ਲੱਗੀ, ਮੈਂ ਕਿਹਾ ਬਾਹਰ ਕੋਈ ਖੜੋਤਾ ਹੈ। ਤੇ ਕਹਿ ਕੇ ਇੱਕਦਮ ਡਾਂਗ ਹੱਥ ਵਿੱਚ ਲੈ ਕੇ ਚਾਚਾ ਬੁੱਧ ਸਿੰਘ ਵਿਹੜੇ ਦੇ ਵਿੱਚ ਆ ਕੇ ਜ਼ੋਰ ਨਾਲ ਚੀਕਿਆ, ਕੌਣ ਹੈ ਓਏ? ਆਪਾਂ ਹੀ ਆ ਬੁੱਧ ਸਿੰਘਾ, ਅਸਾਂ ਦੋਹਾਂ ਆਖਿਆ ਤੇ ਵੇਖ ਆਈਏ ਬੂਹਾ ਲੱਦਾ ਕਿਧਰੇ ਕੋਈ ਚੋਰ ਲੂਣ ਨਾ ਲੈ ਜਾਵੇ। ਜਾਣੀ ਉਹਦੇ ਜਿਹੜੇ ਭਰਾ ਸੀ ਉਹ ਲੂਣ ਦੀ ਰਾਖੀ ਖੜੇ।
लूण दे ढेले पास खड़ोते चाचा बेला सिंह ते कान सिंह दोवें एक वारगी बोल उठे। चाचा बुद्ध सिंह दी उलरी हुई डांग हेठां आ गई। मते उसने जड़ ना दती ते उस नूं भी तसली हो गई कि बाहरों कोई चोर नहीं आए, सगों उसदे भाई ने जिहड़े उस वांग ही इस लूण दी पहाड़ी दा फिकर करदे सन। सो तिन्नों भरा लूण दे पहाड़ दे पास बैठ गए ते कुछ चिर मगरों तिन्नां दीयां पत्नियां भी सन्मानयोग तिन्नां श्रीमानां दे विच बराज गईयां। घर दियां बाहर दियां देश प्रदेश दियां बरादरी दियां कौम दियां जिहड़े तिन्ने पति पत्नी गल्लां करदे रहे, पर अज जो भी गल चलदी वो आके लूण ते खत्म हो जांदी। विच विच जदों कोई पत्नी बोल उठदी तां उस नूं घूर कप के जां झाड़ झंब के चुप करा दिता जांदा। अज दा दिन तां ਉਹ ਕਿਸੇ ਵੀ ਹਾਲਤ ਦੇ ਵਿੱਚ ਔਰਤ ਜਾਤ ਦੀ ਟੋਕਾ ਟਾਕੀ ਜਾਂ ਟੀਕਾ ਟਿੱਪਣੀ ਵੀ ਸੁਣਨ ਲਈ ਤਿਆਰ ਨਹੀਂ ਸੀ। ਜਿਵੇਂ ਅੱਜ ਉਹ ਕੋਈ ਵੱਡੀ ਮੱਲ ਮਾਰ ਕੇ ਆਏ ਹੋਣ, ਲੂਣ ਦਾ ਪਹਾੜ ਲੈ ਕੇ ਆਏ ਹੋਣ। ਸੋ ਜਿਸ ਤਰ੍ਹਾਂ ਫਰਹਾਦ ਨੇ ਪਹਾੜ ਦੇ ਵਿੱਚੋਂ ਨਹਿਰ ਕੱਢ ਕੇ ਲੈਂਦੀ ਸੀ, ਉਸੇ ਤਰ੍ਹਾਂ ਆਪਣੇ ਆਪ ਨੂੰ ਫਰਹਾਦ ਦੀ ਤਰ੍ਹਾਂ ਫੀਲ ਕਰ ਰਹੇ ਸਨ। ਸੋ 2 ਵਜੇ ਦਾ ਵੇਲਾ ਸੀ ਰਾਤ ਦਾ। ਥੋੜਾ ਥੋੜਾ ਚੰਨ ਦਾ ਚਾਨਣਾ ਵਿਹੜੇ ਦੇ ਵਿੱਚ ਪੈਣ ਲੱਗਾ ਤੇ ਹੌਲੀ ਹੌਲੀ ਚਾਨਣਾ ਵੱਧਦਾ ਗਿਆ। ਚਿੱਟੀ ਦੁੱਧ ਚਾਨਣੀ ਦੇ ਵਿੱਚ ਲੂਣ ਦਾ ਪਹਾੜ ਦੀ ਚਮਕ ਹੋਰ ਵੀ ਤੇਜ਼ੀ ਨਾਲ ਡਲਕਾਂ ਮਾਰਨ ਲੱਗ ਪਈ। ਪਤਨੀਆਂ ਨੂੰ ਪੈਰ ਪੈਰ ਤੇ ਝਾੜ ਝੰਬ ਪੈ ਰਹੇ ਸੀ ਕਿ ਅੱਜ ਦੇ ਸੁਭਾਗੇ ਦਿਨ ਉਹ ਚੁੱਪ ਚਪੀਤੇ ਬੈਠਣਾ ਉਹਨਾਂ ਦਾ ਮੁਸ਼ਕਿਲ ਸੀ। ਉਹਨਾਂ ਦੇ ਵਿੱਚ ਇੱਕ ਬੋਲੀ, ਜਰਾ ਚੰਗੀ ਤਰ੍ਹਾਂ ਵੇਖ ਤਾਂ ਲੈਣਾ ਕਿਧਰੇ ਇਹ ਸੜਨੇ ਜੋਗਾ ਪੱਥਰ ਹੀ ਨਾ ਹੋਵੇ। ਉਹਨਾਂ ਚੋਂ ਇੱਕ ਬੋਲੀ। ਉਸ ਦੀ ਇਸ ਨਵੀਂ ਥਿਊਰੀ ਨੂੰ ਸੁਣ ਕੇ ਇੱਕਦਮ ਸਾਰਿਆਂ ਦੇ ਗੁੱਸੇ ਦਾ ਪਾਰਾ 100 ਦਰਜੇ ਤੱਕ ਪਹੁੰਚ ਗਿਆ। ਚਾਚਾ ਬਘੇਲ ਸਿੰਘ ਬੋਲਿਆ, ਕਮਜਾਤੇ, ਤੈਨੂੰ 20 ਵਾਰੀ ਸਮਝਾਇਆ ਤੂੰ ਮਰਦਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰ। ਫਿਰ ਪਤਾ ਨਹੀਂ ਕਿਉਂ ਤੈਡੀ ਜ਼ੁਬਾਨ ਲੁੱਤਰ ਕਰੀ ਜਾਂਦੀ ਹੈ। ਕੋਈ ਚੱਜ ਦੀ ਗੱਲ ਨਹੀਂ ਆਖਣੀ ਤੂੰ। ਮੁਰਦਾ ਬੋਲੂ ਕਫਨ ਪਾੜੂ, ਉਹ ਕੰਮ ਹੈ ਤੇਰਾ। ਤੇ ਚਾਚਾ ਬੇਲਾ ਉਹਨੂੰ ਪੈ ਨਿਕਲਿਆ। ਪਰ ਪੱਥਰ ਵਾਲੀ ਗੱਲ ਪਤਾ ਨਹੀਂ ਕਿਉਂ ਸਾਰਿਆਂ ਦਾ ਤਰਾਹ ਕੱਢ ਗਈ। ਚਾਚੇ ਬੁੱਧ ਸਿੰਘ ਨੂੰ ਵੀ ਕੋਈ ਸ਼ੱਕ ਪੈ ਗਿਆ। ਸੋ ਚੰਨ ਦੀ ਚਾਨਣੀ ਹੁਣ ਨਿਖਰ ਆਈ ਸੀ ਤੇ ਉਹ ਉੱਠ ਕੇ ਫਿਰ ਲੂਣ ਦੇ ਢੇਲੇ ਕੋਲ ਜਾ ਕੇ ਵੇਖਣ ਲੱਗੇ ਤੇ ਫਿਰ ਉਸਨੇ ਢੇਲੇ ਤੇ ਅੰਗੂਠਾ ਲਾ ਕੇ ਚੰਗੀ ਤਰ੍ਹਾਂ ਘਸਾ ਕੇ ਚੱਟਿਆ ਤੇ ਹੁਣ ਸਵਾਦ ਦੇ ਵਿੱਚ ਰਾਤ ਨਾਲੋਂ ਕੁਝ ਫਰਕ ਸੀ। ਭਾਈਆ ਜਰਾ ਵੇਖੇ ਨਾ, ਮੈਨੂੰ ਕੁਝ ਸ਼ੱਕ ਜਿਹਾ ਪੈਣਾ ਕਿਤੇ ਇਹ ਸਾਰਾ ਇਹ ਕਹਿ ਕੇ ਚੁੱਪ ਕਰ ਗਿਆ ਕਿਉਂਕਿ ਦੂਜੇ ਦੀਆਂ ਗਾਲਾਂ ਤੋਂ ਡਰਦਾ ਸੀ। ਇਸ ਤੋਂ ਅੱਗੇ ਚੱਲ ਕੇ ਗੱਲ ਉਸਦੇ ਮੂੰਹ ਦੇ ਵਿੱਚ ਹੀ ਅਟ ਗਈ। ਅੱਛਾ ਕਹਿ ਕੇ ਚਾਚਾ ਬੇਲਾ ਨੇ ਕਿਹਾ ਤੇ ਉਹ ਵੀ ਉੱਠ ਕੇ ਉਸ ਲੂਣ ਦੇ ਢੇਲੇ ਦੇ ਪਾਸ ਆ ਗਏ। ਆਪਣਾ ਸਾਰਾ ਜ਼ੋਰ ਲਾ ਕੇ ਉਸਨੇ ਲੂਣ ਦੇ ਪਹਾੜ ਨੂੰ ਉਲਟਾਇਆ ਤੇ ਫਿਰ ਉਂਗਲੀ ਰਗੜ ਕੇ ਚੱਟਿਆ ਤੇ ਉਸ ਨੂੰ ਵੀ ਕੁਝ ਸ਼ੱਕ ਜਿਹਾ ਪੈ ਗਿਆ ਤੇ ਸਾਰਿਆਂ ਨੇ ਦੇ ਹਿਰਦੇ ਧੱਕ ਧੱਕ ਕਰਨ ਲੱਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਅਰਦਾਸ ਸੀ ਕਿ ਇਹ ਰੱਬਾ ਆਪਾਂ ਤਾਂ ਸਾਰਾ ਤਰਾਣ ਲਾ ਕੇ ਸਟੇਸ਼ਨ ਨੂੰ ਲੂਣ ਸਮਝ ਕੇ ਲੈ ਕੇ ਆਏ, ਮਤੇ ਕਿਤੇ ਪੱਥਰ ਨਾ ਹੋਵੇ। ਤੇ ਜਿਵੇਂ ਪ੍ਰਹਲਾਦ ਭਗਤ ਦੀ ਅਗਨੀ ਦੇ ਵਿੱਚ ਰੱਖਿਆ ਕੀਤੀ ਸੀ ਉਸੇ ਤਰ੍ਹਾਂ ਅੱਜ ਸਾਡੇ ਲੂਣ ਦੀ ਰੱਖ ਰੱਖੀ। ਉਧਰ ਚਾਚਾ ਬੇਲਾ ਸਿੰਘ ਨੇ ਪਹਾੜ ਨੂੰ ਉਲਟਾਇਆ ਤੇ ਧਰਤੀ ਤੇ ਗੋਡੇ ਟੇਕ ਕੇ ਢੇਲੇ ਨੂੰ ਜੀਭ ਨਾਲ ਚੱਟਿਆ। ਹੁਣ ਜਾਣੀ ਅੰਗੂਠੇ ਤੇ ਵੀ ਸ਼ੱਕ ਹੋ ਗਿਆ ਕਿ ਮਤੇ ਅੰਗੂਠੇ ਦਾ ਟੇਸਟ ਨਾ ਆਵੇ। ਮਤਲਬ ਉਹਨੇ ਗੋਡਿਆਂ ਭਾਰ ਹੋ ਕੇ ਸਿੱਧਾ ਹੀ ਉਸ ਡਲੇ ਨੂੰ ਜੀਭ ਮਾਰੀ, ਪਰ ਉਹ ਬੋਲਿਆ ਕੁਝ ਨਾ, ਚੁੱਪਚਾਪ ਖੜੋਤਾ ਰਿਹਾ। ਕੁਝ ਪਲਾਂ ਦੇ ਵਿੱਚ ਖਮੋਸ਼ੀ ਪਿੱਛੋਂ ਤੀਜੇ ਭਾਈਵਾਲ ਨੂੰ ਉਹਨਾਂ ਨੇ ਬੁਲਾਇਆ। ਓਏ ਕਾਨ ਸਿੰਘਾ, ਆ ਵੇਖੀ ਜਰਾ, ਇਹ ਤਾਂ ਮਾਂ ਜਾਂ ਗਾਲ ਕੱਢ ਕੇ ਕੁਝ ਸ਼ੱਕੀ ਜਿਹਾ ਦਿਸਦਾ। ਚਾਚਾ ਕਾਨ ਸਿੰਘ ਵਾਗਰੂ ਆ ਕੇ ਉੱਠਿਆ ਤੇ ਉਸਨੇ ਪਹਿਲਾਂ ਢੇਲੇ ਨੂੰ ਚੌਵੇਂ ਪਾਸੇ ਉਂਗਲਾਂ ਨਾਲ ਰਗੜ ਕੇ ਚੱਟਿਆ ਤੇ ਫਿਰ ਆਪਣੇ ਵੱਡੇ ਭਾਈਆਂ ਵਾਂਗ ਗੋਡੇ ਟੇਕ ਕੇ ਜੀਭ ਲਾ ਕੇ ਚੱਖਿਆ, ਪਰ ਉਹ ਰੋਲ ਲੂਣ ਦੀ ਖਾਣ ਨਹੀਂ ਸੀ। ਅਖੀਰ ਉਸਨੇ ਝਿਜਕਦਿਆਂ ਆਪਣੀ ਰਾਏ ਦਿੱਤੀ, ਭਾਈਆ ਇਹ ਮਦਰ, ਜਿਵੇਂ ਆਪਾਂ ਕਈ ਗਾਲ ਕੱਢਦੇ ਨਾ, ਤੇ ਮਦਰ ਕਹਿ ਕੇ ਉਸਨੇ ਨਾ ਢੇਲੇ ਜਿੰਨੀ ਵੱਡੀ ਗਾਲ ਕੱਢੀ, ਇਹ ਲੂਣ ਨਹੀਂ ਦਿਸਦਾ। ਤੇ ਚਾਚਾ ਬੁੱਧ ਸਿੰਘ ਦੀ ਗਰਦਨ ਦੇ ਵਿੱਚ ਹਾਲੀ ਵੀ ਉਸ ਰਾਤ ਦੇ ਚੱਕੇ ਹੋਏ ਇਸ ਲੂਣ ਦੇ ਪਹਾੜ ਦਾ ਦਰਦ ਸੀ। ਤੇ ਚਾਚਾ ਬੁੱਧ ਸਿੰਘ ਦੀ ਬੁੱਧੀ ਹੋਰ ਭ੍ਰਿਸ਼ਟ ਹੋ ਗਈ, ਉਹ ਹੋਰ ਤਪਿਆ। ਉਸਨੇ ਆਪਣੀ ਗਰਦਨ ਨੂੰ ਥਪਥਪਾਉਂਦਿਆਂ ਆਖਿਆ, ਇਸ ਭੈਣ ਦੇ ਤੇ ਉਸਨੇ 2-3 ਵੱਡੀਆਂ ਗਾਲਾਂ, ਢੇਲੇ ਤੋਂ ਵੀ ਵੱਡੀਆਂ ਗਾਲਾਂ ਕੱਢੀਆਂ। ਕਹਿੰਦਾ, ਮੇਰੀ ਤੇ ਰਾਤੀ ਗਰਦਨ ਹੀ ਤੋੜ ਦਿੱਤੀ ਸਾਲੇ ਮੇਰੇ ਨੇ। ਸੋ ਮਾਰੋ ਛਿੱਤਰ ਤੇ ਸੁੱਟੋ ਇਸ ਨੂੰ ਘਰੋਂ ਬਾਹਰ ਤੇ ਹੁਣ ਕੱਢੋ ਇਸ ਸੂਰੇ ਨੂੰ ਬਾਹਰ। ਇਹ ਆ ਕੇ ਉਸਨੇ ਖਿੱਚ ਕੇ ਉਸ ਪਹਾੜ ਨੂੰ ਲੱਤ ਮਾਰੀ
ते कहन लग्या चलो भाईया सौंवी चल के इस मां सारी राती नींदर नहीं पैण दित्ती। ओ माय गॉड, कई बारी ना बंदा इदां ठग्या जांदा ते जलील बहुत हुंदा। तिन्ने सियाणे कारोबारी पिछे घर वालियां 15-20 न्याणे ते घर दे लाणेदारां दी जदों हालत इदां पतली पैंदी होवे। बहुत सोहना लिखिया पैरा सिंह दाता होरां ने हास व्यंग। ते हालांकि मैनू पेश करना नहीं आउंदा, हालांकि कोई आर्टिस्ट इस नूं पेश करदा ना ते उहने क्या बात होनी सी, क्योंकि असी ड्रामे दे आर्टिस्ट नहीं है ना, ब्रॉडकास्टर। खैर मैं तो जो पाठक पढ़ते होंगे ना उस तरह की फीलिंग लेना, उम्मीद है ते तुसी भी इसनूं इंजॉय करते होवोगे। खैर ओ माय गॉड, अखां पूंजणियां पैणियां मैनूं, इन्ने हंझू निकले हासदे हासदे। हालांकि मैं कोशिश की है कि नकली हासा ना उपजे, अजीब लगता। सो खैर संझ दा वक्त है। सो ये लूण ने भी हरामखोरी की बुद्ध सिंह होरां दे नाल। सो चाचा बुद्ध सिंह अपनी पत्नी नूं इशारा करके तपिया होया कमरे वल नूं चल पिया। ਉਹ भी नहीं सी चाहुंदा कि ਉਹਦੀ पत्नी भी इन्हां दे सामने जलील होवे। चाचा बुद्ध सिंह दे चले जाण पिछों अपना संसा दूर करने लई चाचा बेला सिंह ते चाचा कान सिंह ने फिर उस पहाड़ नूं कई बारी रगड़ रगड़ के चुम्मिया ते चट्टिया, पर ਉਹ मां ही दा पत्थर ही रहा। सॉरी। सो दूजे दिन सवेरे जदों तिन्ने भरा गुरुद्वारे चुपचाप घरे परत रहे सन ते मंडी दे विच उन्हां भीड़ खलोती वेखी। गंज मंडी दे विच ਉਹ तिन्ने भी उत्थे खड़ गए। पुछण लग ते पता लगा कि लूण तोलण वाला 2.5 मन दा वट्टा कोई चुक के लै गया। हुण सारे परेशान सी कि लूण तोलिया किस नाल जावे। ਉਹ असल लूण जोखण वाला वट्टा सी ते ਉਹਨੂੰ जोखदियां लूण मंडी चों किते लूण ਉਹਨੂੰ ਲੱਗਿਆ होना ते ਇਹ ਸੀ लूण मंडी ਦੇ ਵਿੱਚ ਡਿੱਗੇ ਹੋਏ ਉਸ ਢੇਲੇ ਦੀ कहानी कि पैरा सिंह दाता होरां दा ਇਹ कमाल दा हास व्यंग सी। चाचा चंडीगढ़िया बहुत सोहना हुंदा सी, मैनूं याद है इस तरह की एक स्टोरी पढ़दे हुंदे सी, आउंदा हुंदा सी चाचा चंडीगढ़िया, है ना। सो गुरनाम सिंह तीर, बब्बू तीर अपने फेसबुक पे भी ने वधिया संजीदा ने, भैन राणी उन्हां दे फादर सन गुरनाम सिंह तीर चाचा चंडीगढ़िया। हुण ते वैसे हास रस जां हास व्यंग लिखण दा जिहड़ा रुझान नहीं रहा। KL गर्ग जां होर कई लोग बहुत सोहना हास व्यंग लिखते ने। सो मेरे को कई किताबां पईयां, मैं जदों किते विहला हुंदा ना सारे इन्हां नूं फिर जदों किते टेंशन दूर करनी होवे ते पढ़ीदा। सो ये जरूर दस्सिओ कि इदां दे वाकियात भी तुहानूं अच्छे लगदे ने, क्योंकि जिंदगी चों हासे मनफी हो गए, है ना। वो कहंदे आ ना कि मिस्र दा दरिया आ दजला, ਉਹਦੇ ਚ मैं कोट पढ़िया सीगा, गोलिस्तान बोस्तां दुनिया की पुरातन किताब है गोलिस्तान बोस्तां। ਉਹਦੇ ਚ एक प्रसंग आउंदा ਉਹ है ਤਾਂ कि जे पहाड़ां च मींह ना वरे ते दजला वर्गा दरिया भी दिनां च मुक जाना है। ते ਉਹ मैं उस तो फिर गल बनाई कि पहाड़ां च मींह ना वरे ते दजला वर्गा दरिया भी दिनां च मुक जावेगा, ते जे जिंदगी चों हासा मनफी कर दईए ते चंगा भला बंदा भी भलां च सुक जाएगा। सो जिंदगी दे विच हासे ठट्ठे जरूरी ने, गुरवाक है हसंदियां खलंदियां खवंदियां पहनांदियां विचे होवे मुक्त। सो दलवीर सिंह रंधावा कहते मेरा भी हासा नहीं रुकदा, हर चमकती चीज़ सोना नहीं हुंदी। सो दोस्तों आप फेसबुक अपने जी टिवाना रेडियो की वैबसाइट आ, उम्मीद करते हैं अगले हफ्ते तक आप शुरू कर देंगे वैबसाइट ते खबरां। सो बहुत सारियां हसाउणियां हुंदियां ने ते बहुत सारियां कुछ स्किटां हुंदियां ने ते इस करके जिहड़ा तुहानूं बेनती है कि तुसी कोई भी हसाउणी लिखी है जां तुहाडे कोल आउंदी है तां जरूर वो भेजिया करो, क्योंकि हसाउणियां जिहड़ियां हसण वालियां कहानियां सी जिन्हां च कोई सिੱਖਿਆ हुंदी सी। जिवें जुकामिया पत्रकार अजकल बहुत ने, मैं देखिया कि इस निहंग सिंघां दी घटना दे दौरान कई जुकामिया पत्रकार जिहड़े बड़ी वड्डी TRP है जिन्हां दी, मतलब ना उधर दी गल ना उधर दी गल, टोबे चिट सटी जांदे ने। यार इन्ना की डांगां दा डर है, सही नूं सही ते गलत नूं गलत ते कह दिओ
मैनूं हैरानी हुंदी है उन्हां नूं सुणन वालियां ते, हैरानी हुंदी है उन्हां नूं फॉलो करन वालियां विचों निकलदा कि हाँ जी ऐ होया, ਉਹ जी लोग ऐ कहंदे तुसीं अपने व्यूज़ दो कि ये नहीं होना चाहिए। निहंग ਸਿੰਘਾਂ ਦਾ जो किरदार सी, चढ़दी कला वाला किरदार सी, उस मुताबक सोच समझ के फैसले लेने चाहिए ने। तत्त नहीं घुटना चाहिए, तत्त पड़ती किसी भी मौके नहीं करनी चाहिए। सरकारां ਦੀਆਂ तिकड़मबाजियां ने निहंग ਸਿੰਘਾਂ ਨੂੰ इस केस ਨੂੰ होर संजीदगी नाल सुलझाउण दी जरूरत सी। ਜਿਹੜੇ 19 ਇਹ ਕਹਿੰਦੇ ਨੇ ना होर ने ਉਹ भी फड़े ਜਾਂਦੇ। ਜਿਹੜਾ संधू इस नूं कॉल करदा सी ਜਾਂ ਜਿਹੜਾ ਨਿਹੰਗ ਸਿੰਘ इस नूं लैके आया सी लखवीर टीटे नूं, ਉਹ भी ਲੱਭਣਾ ਚਾਹੀਦਾ ਸੀ। ਜਿਹੜਾ ਸਾਰਾ ਨੈਕਸਸ ਸੰਬੰਧ ਤੁਸੀਂ ਤੋੜ ਦਿੱਤਾ। खैर सो इस करके ਜਿਹੜੀਆਂ ਇਸ ਤਰ੍ਹਾਂ ਦੀਆਂ ਹਸਾਉਣੀਆਂ ਜੋ ਕਹਾਣੀਆਂ ਜੋ ਬਹੁਤ ਸਿੱਖਿਆ ਮਿਲਦੀ ਹੈ, ਸੋ ਉਹ ਭੇਜਦੇ ਜਾ ਕਰੋ ਮੈਨੂੰ ਤੇ ਗਾਏ ਬਗਾਏ ਫਿਰ ਤੁਹਾਡੀ ਉੱਥੇ ਐਂਟਰੀ ਲੱਗਦੀ ਰਹਿ ਕਰੇਗੀ। ਬਲਵਿੰਦਰ ਦਿਓਲ ਜੀ ਬਹੁਤ ਧੰਨਵਾਦ। ਸੋ ਸਰਵਲੋਕ ਦਾ ਕਹਿੰਦੇ ਕੱਲੇ ਭਾਂਡੇ ਦਾ ਨਹੀਂ, ਸਰਵਲੋਕ ਗ੍ਰੰਥ ਵੀ ਹੈਗਾ, ਮੈਨੂੰ ਕੱਲ ਪਤਾ ਲੱਗਾ। ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਾਣਕਾਰੀਆਂ, ਕਿਉਂਕਿ ਦੇਖੋ ਤੁਸੀਂ ਨੈਸ਼ਨਲ ਚੈਨਲਾਂ ਤੇ ਇਹੀ ਆਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ। ਇਹ ਇਸ ਤਰ੍ਹਾਂ ਇਹ ਸਿੱਖਾਂ ਦੇ ਕਈ ਸਾਰੇ ਜਿਹੜੇ ਨੇ ਗ੍ਰੰਥ ਨੇ, ਹਾਂ ਠੀਕ ਹੈ ਸਤਿਕਾਰਤ ਨੇ, ਪਰ ਉਹਨਾਂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਵਾਲਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ, ਉਹਦਾ ਦਰਜਾ ਵਿਸ਼ੇਸ਼ ਹੈ। ਤੇ ਇਸ ਕਰਕੇ ਉਹਦੇ ਬਾਰੇ ਕਿਉਂਕਿ ਵਿਦਵਾਨਾਂ ਦੇ ਜੋ ਮਤਭੇਦ ਨੇ ਉਹ ਮੈਂ ਪਿਛਲੇ ਪ੍ਰੋਗਰਾਮ ਸਾਂਝੇ ਕੀਤੇ ਸੀਗੇ। ਤੇ ਲਓ ਦੋਸਤੋ ਹੁਣ ਮੈਂ ਹੱਸ ਕੇ ਮੇਰਾ ਵੀ ਗਲਾ ਦੁਖਣ ਲੱਗ ਪਿਆ ਤੇ ਹੋਰ ਜ਼ਿਆਦਾ ਦੁਖਣ ਲੱਗ ਪਿਆ। ਧੰਨਵਾਦ। ਤੇ ਇੱਕ ਦੋ ਦਿਨ ਕਰਾਂਗੇ ਰੈਸਟ ਤੇ ਸੋਮਵਾਰ ਨੂੰ ਫਿਰ ਤੁਹਾਡੇ ਨਾਲ ਹੋਵੇਗੀ ਮੁਲਾਕਾਤ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਨੇ ਜਿਹੜੇ ਸੱਜਣ, ਉਹਨਾਂ ਦਾ ਧੰਨਵਾਦ। ਸਾਹਿਬ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ, ਅਮਰੀਕਾ ਦੇ ਵਿੱਚ ਇਹਨਾਂ ਦੇ ਕਈ ਸਾਰੇ ਨੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਭਾਰਨਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਤੇ ਇੱਥੇ ਤੁਸੀਂ ਟਰੱਕਾਂ ਦਾ ਸਮਾਨ ਸਮੱਗਰੀ ਵੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਲੌਸਡੇਲ ਟਰੈਵਲ ਸੈਂਟਰ, ਕੈਲੀਫੋਰਨੀਆ ਦੇ ਵਿੱਚ ਹੈ, 1414 ਲੋਮਾ ਸਟਰੀਟ, ਲੌਸਡੇਲ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ ਚਾਹ, ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਾਦਾ ਉਪਯੋਗ ਕਰੋ। ਇਸ ਤੋਂ ਇਲਾਵਾ ਬਲਬੀਰ ਸਿੰਘ ਸੁਪਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਬੀਰ ਸਿੰਘ ਸੁਪਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਹੈ 425 232 84 13 425 232 8413। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 8:30 ਵਜੇ ਤੋਂ ਲੈ ਕੇ ਸ਼ਾਮ ਨੂੰ 6:30 ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਜੀ ਤੁਹਾਡੇ ਨਾਲ ਜੁੜਦੇ ਹਾਂ। ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਤੇ ਲਾਈਵ ਸੁਣ ਸਕਦੇ ਹੋ। ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ, ਇੰਸਟਾਲ ਕਰੋ। ਕੁਆਲਿਟੀ ਉਹਨਾਂ ਤੇ ਬਹੁਤ ਅੱਛੀ ਆਉਂਦੀ ਹੈ। ਟਿਵਾਣਾ ਰੇਡੀਓ ਦਾ YouTube ਪੇਜ ਤੇ ਫੇਸਬੁੱਕ ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਵੋ। ਤੇ ਜੇ ਅਮਰੀਕਾ ਦੇ ਵਿੱਚੋਂ ਤਾਂ ਕਾਲ ਟੂ ਲਿਸਨ ਨੰਬਰ ਹੈ 667 930 9260, ਯਾਨੀ ਕਾਲ ਟੂ ਲਿਸਨ ਨੰਬਰ 667 930 9260 ਤੇ ਕਾਲ ਕਰਕੇ ਵੀ ਇਹਨਾਂ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਇਸ ਤੋਂ ਇਲਾਵਾ ਜੇ ਪ੍ਰੋਗਰਾਮਾਂ ਨੂੰ WhatsApp ਦੇ ਜ਼ਰੀਏ ਮੰਗਵਾਉਣਾ, ਕੋਈ ਸੁੱਖ ਸੁਨੇਹਾ ਰੇਡੀਓ ਦੇ ਪ੍ਰੋਗਰਾਮ ਦੇ ਮੁਤਲਕ ਉਹਦੇ ਨਾਲ ਉਸ ਗਰੁੱਪ ਦੇ ਵਿੱਚ ਪਾ ਦਿੱਤਾ ਜਾਂਦਾ ਜੇ ਪ੍ਰੋਗਰਾਮ ਕੋਈ ਲੇਟ ਹੈ ਜਾਂ ਖਾਸ ਸੂਚਨਾ। ਤੇ ਇਸ ਕਰਕੇ ਉਸ ਟਿਵਾਣਾ ਰੇਡੀਓ ਦਾ ਜਿਹੜਾ ਗਰੁੱਪ ਹੈ, WhatsApp ਗਰੁੱਪ ਹੈ 9876 09655 9876309655, ਉਸ ਗਰੁੱਪ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ। ਤੇ ਹੋਰ ਕੋਈ ਫालतू ਮੈਸੇਜ ਨਹੀਂ ਭੇਜੇ ਜਾਂਦੇ। ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ਾਮਲ ਕਰੋ ਤੇ ਉੱਥੇ ਫਿਰ YouTube ਤੇ ਲੱਭਣ ਦੀ ਜ਼ਰੂਰਤ ਨਹੀਂ ਹੈ। ਤੇ YouTube ਲਿੰਕ ਕਈ ਵਾਰੀ ਚੇਂਜ ਹੋ ਜਾਂਦਾ, ਸਰਕਾਰਾਂ ਦੇ ਹਾਲਾਤ ਤੁਹਾਨੂੰ ਪਤਾ ਹੀ ਨੇ। ਤੇ ਇਸੇ ਕਰਕੇ ਇਹ ਗਰੁੱਪ ਆਪਾਂ ਬਣਾਇਆ ਜਿਸ ਦਾ ਐਡਮਿਨ ਮੈਂ ਹੀ ਹਾਂ। ਹਰਵਿੰਦਰ ਸਿੰਘ ਜੀ ਜੁੜੇ ਨੇ, ਧੰਨਵਾਦ ਇਹਨਾਂ ਦਾ ਵੀ। ਤੇ ਸਾਡੇ ਨਾਲ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਸੁੱਖੀ ਘੁੰਮਣ ਹੋਰਾਂ ਨੇ, ਜਿਨ੍ਹਾਂ ਦਾ ਬੇਕਰਸਫੀਲਡ ਦੇ ਵਿੱਚ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ, ਜਿੱਥੇ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਬਹੁਤ ਸਵਾਦਲੇ ਛਕਾਏ ਜਾਂਦੇ ਨੇ। ਇੱਥੇ ਤੁਸੀਂ ਟਰੱਕ ਤੋਂ ਆ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ ਤੇ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਵੀ ਆਨੰਦ ਲੈ ਸਕਦੇ ਹੋ।
ਇਸ ਤੋਂ ਇਲਾਵਾ ਇਹ ਉਸੇ ਜਗ੍ਹਾ ਤੇ ਅਦਾਰਾ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। 2201 ਸੌ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਅਦਾਰਾ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਇਸੇ ਤਰ੍ਹਾਂ ਸਾਡਾ ਇਲਾਕੇ ਦੇ ਲੋਕਾਂ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ ਤੇ ਸ਼ਾਮਾਂ ਨੂੰ ਘਰ ਆਓ, ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ। ਜੇ ਤੁਸੀਂ ਆਨਰ ਪੈਟਰੋਲ ਡਰਾਈਵਰ ਹੋ ਤਾਂ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਦਿੱਤੀ ਜਾਂਦੀ ਹੈ। ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤੇ ਉਸ ਦੌਰਾਨ ਤੁਹਾਨੂੰ ਜਿਹੜੇ ਵੇਜ਼ਸ ਨੇ ਆਵਰਲੀ ਪ੍ਰਤੀ ਘੰਟਾ ਬਹੁਤ ਅੱਛੇ ਵੇਜ਼ਸ ਪੇ ਕੀਤੇ ਜਾਂਦੇ ਨੇ। ਤੁਸੀਂ ਸਾਂਝ ਬਣਾਓ। ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਹੈ ਤੇ ਗੈਰੀ ਧਾਲੀਵਾਲ ਹੋਰਾਂ ਦਾ ਵੀ ਨੰਬਰ ਮੈਂ ਦੇਵਾਂਗਾ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 2666924 ਤੇ ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206354 4060। ਸੈਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਯਾਦ ਰੱਖੋ ਵਾਸ਼ਿੰਗਟਨ ਫੀਲਡ ਸਰਵਿਸ। ਔਜਲਾ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟੋਣਾ ਬਾਈ ਜੀ ਤੇ ਸਤਿਕਾਰਯੋਗ ਸਰੋਤਿਆਂ ਨੂੰ। ਕਹਾਣੀ ਵੀ ਵਧੀਆ ਸੀ, ਤੁਹਾਡਾ ਸਾਂਝੀ ਵਾਲਾ ਪ੍ਰੋਗਰਾਮ ਵਧੀਆ ਸੀ। ਚਾਚਾ ਚੰਡੀਗੜ੍ਹ ਵਾਲੀ ਗੱਲ ਮੇਰੇ ਯਾਦ ਆ ਗਈ ਜੀ। ਤੇ ਉਹ ਪੰਜਾਬੀ ਟ੍ਰਿਬਿਊਨ ਚ ਲਿਖਦੇ ਹੁੰਦੇ ਸੀਗੇ, ਪੰਜਾਬੀ ਟ੍ਰਿਬਿਊਨ ਚ ਲਿਖਦੇ ਹੁੰਦੇ ਸੀ ਮੋਸਟਲੀ। ਤੇ ਉਹ ਜਦੋਂ ਬਰਨਾਲਾ ਸਰਕਾਰ ਵੇਲੇ ਸ੍ਰੀ ਸਿੰਘ ਬਰਨਾਲਾ ਦੇ ਮੈਂ ਕਹਿੰਦਾ ਸਲਾਹਕਾਰ ਸੀਗੇ, ਹਨਾ ਜੀ? ਹਾਂ, ਥੋੜਾ ਰਾਜਨੀਤਿਕ ਹੈਗਾ ਸੀ ਉਹਨਾਂ ਦਾ। ਹਾਂ, ਹੈਗੇ ਸੀ ਜਾਂ ਸਲਾਹਕਾਰ ਸੀ ਜਾਂ ਉਹ ਸੀਗੇ ਜੀ ਆਹ ਜਿਹੜਾ ਰੌਲਾ ਪੈਂਦਾ ਐਡਵੋਕੇਟ ਜਨਰਲ ਵੀ ਵਕੀਲ ਸੀ ਨਾ ਵੈਸੇ ਉਹ। ਹਾਂ ਹਾਂ ਮੈਂ ਕਹਿੰਦਾ ਐਡਵੋਕੇਟ ਜਨਰਲ, ਚਲੋ ਜੋ ਵੀ ਸੀ। ਉਹਨਾਂ ਨੇ ਇੱਕ ਦੂਜੇ ਦਿਨ, ਹਾਂਜੀ ਸੀਗੇ ਜੀ ਸਮਥਿੰਗ, ਉਹਨਾਂ ਦੇ ਨਾਲੇ ਰਹਿੰਦੇ ਸੀ। ਉਹ ਕਹਿੰਦੇ ਅਸੀਂ ਚੰਡੀਗੜ੍ਹੋਂ ਨਾ ਬਰਨਾਲੇ ਕੰਨੀ ਕਿਸੇ ਫੰਕਸ਼ਨ ਤੇ ਜਾਣਾ ਸੀ ਜ਼ਰੂਰੀ, ਚੰਡੀਗੜ੍ਹੋਂ ਅਸੀਂ ਲੇਟ ਹੋ ਗਏ। ਕਹਿੰਦਾ ਮੈਂ ਕਿਹਾ ਜੀ ਬਰਨਾਲਾ ਸਾਹਿਬ ਸਰਹੰਦ ਵਾਲਾ ਫਾਟਕ ਦਾ ਲੈਣ ਦੀ ਲੋੜ ਨਹੀਂ, ਇੱਧਰ ਨੂੰ ਤਾਂ ਪੰਗਾ ਲਓ ਹੀ ਨਾ। ਉਹ ਕਹਿੰਦਾ ਬਰਨਾਲੇ ਵਾਲੇ ਫਾਟਕ ਦਾ ਵੀ ਉਹੀ ਹਾਲ ਹੈ ਖੰਨੇ ਵਾਲੇ ਦਾ, ਵੀ ਐ ਕਰੋ ਬੀਜੇ ਵਾਲੇ ਕੰਨੀ ਨੂੰ ਚੱਲਦੇ ਆ। ਉਹ ਕਹਿੰਦਾ ਵੀ ਬੀਜੇ ਵਾਲਾ ਚੱਲਿਆ, ਕਹਾ ਬੀਜੇ ਵਾਲਾ ਵੀ ਲਾਈਨ ਤਾਂ ਉਹੀ ਹੈ ਨਾ ਸਾਰੀ ਇੱਕੋ। ਤੇ ਉਹ ਕਹਿੰਦਾ ਇੱਕ ਅੱਗੇ ਲੇਟ ਗਾਹਾਂ ਫਾਟਕ ਲੱਗ ਗਿਆ ਤੇ ਫਾਟਕ ਲੱਗਿਆ, ਮਤਲਬ ਮੁੱਖ ਮੰਤਰੀ ਕਹੇ ਖੋਲੋ, ਕਹਿੰਦਾ ਜੀ ਮੈਂ ਖੋਲ ਨਹੀਂ ਸਕਦਾ। ਕਹਿੰਦਾ ਬਰਨਾਲਾ ਸਾਹਿਬ ਉਕਸਰ ਬੱਟੀਆਂ ਲਈ ਜਾਣ ਗੱਡੀ 'ਚ ਬੈਠੇ। ਕਹਿੰਦਾ ਮੈਂ ਉਹਨਾਂ ਨੂੰ ਜੋਕ ਕਰਿਆ ਵੀ ਬਰਨਾਲਾ ਸਾਹਿਬ 2.5 ਸਾਲ ਹੋ ਚੱਲੇ ਸਰਕਾਰ ਬਣੀ ਨੂੰ, ਪੁਲ ਤਾਂ 6 ਮਹੀਨੇ 'ਚ ਬਣ ਜਾਂਦਾ। ਕਹਿੰਦਾ ਨਾ ਤਾਂ ਬਰਨਾਲਾ ਸਾਹਿਬ ਮੈਨੂੰ ਕੁਛ ਕਹਿਣ ਜੋਗੇ। ਉਹਨਾਂ ਦੂਜੇ ਰਹਿ ਜਿਹੜੀ ਯਾਦ ਆਈ ਦੂਜੇ ਦਿਨ, ਉਹ ਜੋ ਹਮੇਸ਼ਾ ਪੜ੍ਹਦੇ ਹੁੰਦੇ ਸੀ, ਉਹਨਾਂ ਦੇ ਬਹੁਤ ਵਧੀਆ ਜੋਕ ਹੁੰਦੇ ਸੀਗੇ। ਉਹ ਕਹਿੰਦੇ ਮੈਂ ਉਹਨਾਂ ਨੂੰ ਜੋਕ ਕਰਿਆ ਵੀ ਬਰਨਾਲਾ ਸਾਹਿਬ ਸਰਕਾਰ ਬਣੀ ਤਾਂ 2.5 ਸਾਲ ਹੋ ਗਏ, ਕੰਮ ਤਾਂ 6 ਮਹੀਨੇ 'ਚ ਵੀ ਹੋ ਜਾਂਦਾ ਜੇ ਕਰਨਾ ਹੋਵੇ ਮੁੱਖ ਮੰਤਰੀ ਨੇ। ਤੇ ਉਹ ਕਈ ਗੱਲਾਂ ਉਹਨਾਂ ਦੀਆਂ ਜੋਕ ਦੇ ਵਿੱਚ, ਮਤਲਬ ਕਹਿਣ ਵਾਲੀਆਂ ਗੱਲਾਂ ਜੋਕ 'ਚ ਕਈ ਵਾਰੀ ਇਹੋ ਜਿਹੀਆਂ ਕਹੀ ਜਾਂਦੀਆਂ ਨੇ ਬਹੁਤ ਜ਼ਿਆਦਾ। ਸਾਂਝੀ ਦਾ ਤਾਂ ਸਾਂਝੀ ਵਾਲਾ ਕੰਮ ਤਾਂ ਐਂ ਦੇਖੋ, ਕੁੜੀਆਂ ਨੇ ਜਦੋਂ ਬਣਾਉਣੀਆਂ ਉਹਨੂੰ ਰੰਗ ਰੁੰਗ ਲਾਉਣਾ, ਫਿਰ ਇੱਕ ਦੂਜੇ ਦੇ ਦੇਖਣ ਆਉਂਦੀਆਂ ਹੁੰਦੀਆਂ ਸੀ। ਸਾਰੇ ਜਵਾਕ ਵੀ ਉਹੋ ਜਿਹੇ ਨਾਲ ਇਕੱਠੇ, ਉਹਨਾਂ ਨੇ ਦੇਖਣਾ ਵੀ ਕਿਹਦੀ ਸੋਹਣੀ ਹੈ, ਕਿਹਨੇ ਵਧੀਆ ਬਣਾਈ ਹੈ। ਹਾਂਜੀ, ਉਹ ਇੱਕ ਬੱਚਿਆਂ ਦੀ ਵੀ ਆਪਸ ਚ ਨੇੜਤਾ ਹੁੰਦੀ ਸੀ ਜੀ। ਦੇਖੋ ਕਿਵੇਂ ਸ਼ਾਮ ਨੂੰ ਉਡੀਕਦੇ, ਉਹ 7 ਦਿਨ 6 ਦਿਨ ਕਿੰਨਾ ਵਧੀਆ ਮਾਹੌਲ ਹੁੰਦਾ ਸੀ ਘਰਾਂ 'ਚ, ਇੱਕ ਦੂਜੇ ਦੇ ਜਾਣਾ ਹੈ ਨਾ। ਉਹਨਾਂ ਨੇ ਕੁਛ ਬਣਾ ਕੇ ਰੱਖਣਾ ਪਤਾ ਹੁੰਦਾ ਸੀ, ਤੇ ਜਿਹਨੇ ਕਦੇ ਕਿਸੇ ਦੇ ਕੋਈ ਵਧੀਆ ਵੀ ਚੀਜ਼ ਬਣੀ ਹੁੰਦੀ ਬੰਦਾ ਉਹਦੇ ਤਾਂ ਲਾਜ਼ਮੀ ਜਾਂਦਾ ਹੁੰਦਾ ਸੀ ਵੀ ਇਹਨਾਂ ਦੇ ਪੰਜੀਰੀ ਬਣੀ ਹੁੰਦੀ ਹੈ, ਕੋਈ ਪੰਜੀਰੀ ਵੀ ਬਣਾ ਲੈਂਦੇ ਸੀਗੇ। ਇਹ ਇੱਕ ਸਹਿਚਾਰ ਵੀ ਸੀਗਾ ਪਟਵਾਣਾ ਸਾਹਿਬ। ਇੱਕ ਇਸੇ ਗੱਲਾਂ ਕਰਕੇ ਆਪਾਂ ਅੱਜ ਆਪਣੇ ਨਾਲਦਿਆਂ ਨੂੰ, ਜੋ ਕੁੜੀਆਂ ਪੜ੍ਹਦੀਆਂ ਰਹੀਆਂ 10ਵੀਂ ਤੱਕ ਆਪਣੇ ਨਾਲ, ਆਪਾਂ ਉਹਨਾਂ ਨੂੰ ਅੱਜ ਯਾਦ ਵੀ ਕਰਦੇ ਹਾਂ ਵਿਚਾਰੀਆਂ ਨੂੰ। ਬਿਲਕੁਲ, ਉਦੋਂ ਬੜਾ ਰਿਸ਼ਤੇ ਬਹੁਤ ਵਧੀਆ ਸੀਗੇ। ਇਸ ਤਰ੍ਹਾਂ ਦਾ ਸਮਾਜ ਜਿਸ ਤਰ੍ਹਾਂ ਹੁਣ ਹੋ ਗਿਆ ਨਾ ਕੋਰਾ, ਇਹ ਚੀਜ਼ਾਂ ਨਹੀਂ ਸੀ, ਸਾਂਝਾਂ ਬਹੁਤ ਹੁੰਦੀਆਂ ਸੀ। ਹਾਂਜੀ, ਬਹੁਤ ਫਰਕ ਸੀ। ਮੈਂ ਇੱਕ ਵਾਰੀ 2014 ਦੀ ਗੱਲ ਆ, ਵੈਸੇ ਮੇਰੇ ਸਾਡੇ ਘਰਾਂ ਜੋ ਮੁੰਡਾ, ਮੈਂ ਉਹਨੂੰ ਕਿਹਾ ਮੈਂ ਯਾਰ ਉਹ ਗੁੱਡੀ ਨੂੰ ਕਹੀਂ ਕਦੇ ਆਈ ਤਾਂ ਮਿਲੇ। ਮੈਂ ਕਿਹਾ ਉਹ ਵਿਚਾਰੀ 10ਵੀਂ ਚੋਂ ਮੈਂ 11ਵੀਂ ਕਰਨੇ ਲੱਗ ਗਿਆ, ਉਹਦਾ ਵਿਆਹ ਹੋ ਗਿਆ। ਮੈਂ ਕਈ ਵਾਰੀ ਸੋਚ ਰਿਹਾ ਵੀ ਕੁੜੀਆਂ ਦੀ ਵਿਚਾਰੀ ਕੋਈ ਸੁਣਦਾ ਹੀ ਨਹੀਂ ਸੀ ਹੁੰਦਾ, ਕੋਈ 16-17 ਸਾਲ ਦੇ ਨੂੰ ਵਿਆਹ ਹੋ ਦਿੰਦੇ ਸੀ ਨਾ। ਤੇ ਮੈਂ ਬੜਾ, ਮੈਨੂੰ ਜਦੋਂ ਯਾਦ ਆਈਆਂ 2 ਕੁੜੀਆਂ, ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮਿਲ ਕੇ ਜਾਣ। ਚਲੋ ਮਿਲੀਆਂ ਵਿਚਾਰੀਆਂ, ਪੋਤੇ ਪੋਤੇ ਵਾਲੀਆਂ ਹੋ ਗਏ, ਸਮੇਂ ਨਾਲ ਬਦਲੇ। ਮਤਲਬ ਜਾਨੀ ਉਹ ਸਹਿਚਾਰ ਸੀਗਾ, ਤਾਂ ਹੀ ਆਪਣਾ ਉਹ ਹੁੰਦਾ। ਹੁਣ ਅੱਜ ਕੱਲ੍ਹ ਤਾਂ ਸ਼ਹਿਰੀਕਰਨ ਹੋ ਗਿਆ ਜੀ, ਨਾ ਪਿਆਰ ਰਿਹਾ, ਨਾ ਵੱਡਿਆਂ ਦਾ ਨਾ ਛੋਟਿਆਂ ਦਾ। ਆਪਸ ਚ ਬੱਚਿਆਂ ਦਾ ਵੀ ਪਿਆਰ ਨਹੀਂ ਰਿਹਾ, ਵੱਡਿਆਂ ਨੂੰ ਵੀ ਬੱਚਿਆਂ ਨਾਲ ਪਿਆਰ ਨਹੀਂ ਰਿਹਾ, ਕਿਉਂਕਿ ਬੱਚੇ ਨਾ ਕਿਸੇ ਕੋਲ ਜਾਂਦੇ ਨੇ ਨਾ ਆਉਂਦੇ ਨੇ ਜੀ, ਸਾਰਾ ਖਤਮ ਹੋ ਗਿਆ ਜੀ। ਉਹ ਬੜਾ ਕਈ ਚੀਜ਼ਾਂ ਇਹੋ ਜਿਹੀਆਂ ਸਾਂਝੀਆਂ ਸੀਗੀਆਂ, ਜਿਵੇਂ ਪਾਥੀਆਂ ਕੁੜੀਆਂ ਇਕੱਠੀਆਂ ਪੱਥ ਲੈਂਦੀਆਂ ਸੀ, ਦਰੀਆਂ ਬੁਣ ਲੈਂਦੀਆਂ ਸੀ, ਚਾਦਰਾਂ ਕੱਢ ਲੈਂਦੀਆਂ ਸੀ, ਸਵੈਟਰ ਕੋਟੀਆਂ ਬੁਣ ਲੈਂਦੀਆਂ ਸੀ,
ਹਾਂਜੀ, ਜਾਂ ਕੋਈ ਵਿਆਹ ਕਿਸੇ ਦਾ ਹੋਣਾ ਉਹਦੇ ਲਈ ਉਹਨਾਂ ਨੇ ਕੰਮ ਕਰਨਾ, ਆਪਦੀਆਂ ਵਿੱਚ ਵਿਚਾਰੀਆਂ ਗੱਲਾਂ ਕਰ ਲੈਂਦੀਆਂ ਸੀ। ਇਹ ਸਾਰਾ ਸਾਡਾ ਖਤਮ ਹੋ ਗਿਆ ਜੀ ਸਾਡੇ ਸਮਾਜ ਦੇ ਵਿੱਚ। ਆਵਤ ਸੀ ਨਾ, ਜਿਵੇਂ ਆਵਤ ਪੈਂਦੀ ਸੀ ਉਹਦੇ ਚ ਰਲ ਕੇ ਜਦੋਂ ਇਕੱਠਾ ਕੰਮ ਕਰਦੇ ਆ ਨਾ ਉਹ ਜ਼ਿਆਦਾ ਰੌਣਕ ਹੋ ਜਾਂਦੀ ਸੀ। ਆਵਤਾਂ ਪੈਂਦੀਆਂ ਹੁੰਦੀਆਂ ਸੀਗੀਆਂ, ਜਦੋਂ ਬੀੜੀ ਕਹਿੰਦੇ ਹੁੰਦੇ ਸੀ, ਹਾੜੀ ਦੀਆਂ ਵਾਢੀਆਂ ਵੇਲੇ ਰਲ ਕੇ ਇਕੱਠਾ ਕੰਮ ਬਹੁਤ ਨਿਬੜਦਾ ਸੀਗਾ। ਹਾਂਜੀ, ਥੈਂਕ ਯੂ ਔਜਲਾ ਸਾਹਿਬ। ਆਉਣ ਵਾਲੇ ਕਦੀ ਸ਼ਾਮ ਦੀ ਕੱਢੀ ਬੋਤਲ ਦੇ ਵਿਚਾਰੇ ਸਾਰੇ ਇਕੱਠੇ ਇੱਕ ਗਲਾਸ ਮੈਂ ਪੀਂਦੇ ਦੇਖ ਲੈਣੇ ਜੀ, ਬਹਿ ਕੇ ਮੋਟਰ ਦੇ ਨਾਲੇ ਫਟਾਫਟ ਪੀ ਕੇ ਨਾਲੇ ਖਾ ਕੇ ਰੋਟੀ, ਚਲੋ ਵੀ ਸਵੇਰੇ ਮਿਲਦੇ ਆ। ਇਹ ਸਾਂਝਾਂ ਸੀਗੀਆਂ, ਖਤਮ ਹੋ ਗਏ ਜੀ ਪਿੰਡਾਂ 'ਚ। ਵੈਸੇ ਸਾਡੇ ਅਜੇ ਵੀ ਯਾਦ ਨੇ, ਆਪਾਂ ਤਾਂ ਹੀ ਯਾਦ ਕਰਦੇ ਆ ਜੀ ਇੱਕ ਦੂਜੇ ਨੂੰ, ਇਹ ਬਣੀਆਂ ਹੋ ਰਹੀਆਂ ਨਾ ਸਾਡੇ ਦਿਲਾਂ 'ਚ ਨਹੀਂ ਜੀ। ਧੰਨਵਾਦ ਰਾਣਾ ਸਾਹਿਬ। ਥੈਂਕ ਯੂ ਔਜਲਾ ਸਾਹਿਬ, ਮਿਹਰਬਾਨੀ ਮਿਹਰਬਾਨੀ। ਇੱਕ ਦੋ ਕਾਲਰ ਹੋਰ ਨੇ ਤੇ ਇਸ ਤੋਂ ਬਾਅਦ ਫਿਰ ਦੋਸਤੋ ਸਮਾਪਤੀਆਂ ਕਰਾਂਗੇ। ਵੀਕਐਂਡ ਹੈਪੀ ਰਹੇ ਤੁਹਾਡੇ ਸਾਰਿਆਂ ਦੇ ਵਾਸਤੇ, ਪਰ ਧਾਰਮਿਕ ਲੋਕਾਂ ਦੇ ਵਾਸਤੇ ਹੈਪੀ ਨਹੀਂ ਹੈ। ਜਿਸ ਤਰ੍ਹਾਂ ਉਹਨਾਂ ਦਾ ਇੱਕ ਪ੍ਰਸੰਗ ਵੀ ਸੀ, ਪਟਨਾ ਸਾਹਿਬ ਗੁਰਦੁਆਰੇ ਦੇ ਵਿੱਚ ਫਿਰ ਸਿੰਘਾਂ ਨੇ ਲੜਾਈ ਲੜ ਲਈ ਹੈ। ਸਵਾਗਤ ਹੈ 35 ਨੰਬਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਲਦੇਵ ਸਿੰਘ ਬਰਿਆਰ ਬੋਲ ਰਹੇ। ਅੱਛਾ ਬਰਿਆਰ ਸਾਹਿਬ, ਸਵਾਗਤ ਹੈ ਤੁਹਾਡਾ ਜੀ। ਟੋਣਾ ਜੀ ਕਹਾਣੀ ਵੀ ਬਹੁਤ ਵਧੀਆ ਲੱਗੀ। ਇਹ ਸਰੈਕੀ ਜ਼ਬਾਨ ਸੀ ਜਿਹੜੀ ਤੁਸੀਂ ਪੜ੍ਹ ਰਹੇ ਸਰੈਕੀ ਸੀ ਲਹਿੰਦੇ ਦੀ। ਹਾਂਜੀ, ਤੇ ਚੰਡੀਗੜ੍ਹ ਦੀ ਜਿਹੜੀ ਗੱਲ ਸੁਣਾਈ ਤੁਸੀਂ, ਉਹ ਵੀ ਮੈਂ 77 ਵਿੱਚ ਚਾਚਾ ਚੰਡੀਗੜ੍ਹ ਜੱਟਾਂ ਦੇ ਵਿਆਹ ਗਿਆ, ਉਹ ਕਹਾਣੀ ਮੈਨੂੰ ਅਜੇ ਵੀ ਯਾਦ ਹੈ ਜੀ। ਬਹੁਤ ਬਹੁਤ ਹਾਸਾ ਪਾਉਂਦਾ ਸੀ ਉਹ। ਹਾਂਜੀ ਹਾਂਜੀ, ਚਾਚਾ ਚੰਡੀਗੜ੍ਹ ਜੱਟਾਂ ਦੇ ਵਿਆਹ ਗਿਆ, ਉਹ ਮੈਨੂੰ ਅਜੇ ਤੱਕ ਯਾਦ ਹੈ ਜੀ। ਮੈਂ ਨਵੀਂ 10ਵੀਂ ਚ ਪੜ੍ਹਦਾ ਹੋਇਆ ਜੀ। ਹਾਂ, ਨਹੀਂ ਉਹ ਸੁਣਾਇਆ ਕਰਾਂਗੇ ਹਾਸ ਵਿਅੰਗ ਨਾ, ਬਹੁਤ ਦਿਲਚਸਪ ਨੇ ਉਹ ਚੀਜ਼ਾਂ। ਹਾਂਜੀ ਹਾਂਜੀ, ਜਿਹੜੀ ਤੁਸੀਂ ਆ ਕਹਾਣੀ ਜਿਹੜੀ ਆਪਾਂ ਲੂਣ ਵਾਲੀ ਸੁਣਾਈ ਹੈ ਸਰੈਕੀ ਜ਼ਬਾਨ ਚ ਹੈ ਜੀ। ਹਾਂ, ਸਰੈਕੀ ਭਾਸ਼ਾ ਦਾ ਦੇਖੋ ਇਦਾਂ ਵੀ ਕਈ ਵਾਰੀ ਭੁਲੇਖੇ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਸਾਹਿਬ। 51 ਨੰਬਰ ਆਪਣਾ ਬਾਈ ਰਾਏਕੋਟ ਵਾਲੇ ਉਹਦਾ ਫੋਨ ਆਇਆ ਸੀ, ਜਗਰਾਵਾਂ ਵਾਲੇ ਦਾ। ਚਲੋ ਮੈਂ ਖਬਰ ਦੇ ਦਿਆਂ ਕਿ ਦੇਖੋ ਰਾਸ਼ਟਰਪਤੀ ਦਾ ਦੌਰਾ ਸੀ ਗੁਰਦੁਆਰਾ ਪਟਨਾ ਸਾਹਿਬ ਦੇ ਵਿੱਚ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਪਸ ਦੇ ਵਿੱਚ ਹੀ ਭਿੜ ਗਏ ਰਾਸ਼ਟਰਪਤੀ ਦੇ ਦੌਰੇ ਤੋਂ ਪਹਿਲਾਂ। ਸੋ ਵਿਸ਼ਵ ਭਰ ਦਾ ਸਿੱਖਾਂ ਦਾ ਜਿਹੜਾ ਵੱਡਾ ਤਖਤ ਹੈ ਹਰਿਮੰਦਰ ਸਾਹਿਬ, ਜਿੱਥੇ ਅੱਜ ਜਿਹੜੇ ਨੇ ਪ੍ਰਧਾਨ ਸਣੇ ਹੋਰ ਕਈ ਸੇਵਾ ਮੁਕਤੀ ਦੇ ਐਲਾਨ ਤੋਂ ਬਾਅਦ ਹੰਗਾਮਾ ਹੋਇਆ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਹੱਥੋਂ ਮਾਈਕ ਖੋਲਿਆ, ਧੱਕਾ ਮੁੱਕੀ ਹੋਈ, ਮੰਚ ਤੇ ਡਿੱਗੇ, ਮੰਚ ਤੇ ਇੱਕ ਸਮਾਨ ਪਿਆ, ਕੁੱਟ ਕਟਾਪਾ ਹੋਇਆ। ਕਥਾ ਸੁਣਦੇ ਸ਼ਰਧਾਲੂਆਂ 'ਚ ਵੀ ਭੱਜ ਨੱਠ ਮਚ ਗਈ। ਧੱਕਾ ਮੁੱਕੀ ਦੇ ਵਿੱਚ ਪ੍ਰਧਾਨ ਦੇ ਸੱਜੇ ਹੱਥ ਤੇ ਵੀ ਸੱਟ ਲੱਗੀ ਹੈ। ਇਹਨਾਂ ਪ੍ਰਬੰਧਕਾਂ ਦੇ ਪਟਨਾ ਸਾਹਿਬ ਗੁਰਦੁਆਰਾ ਦੇ ਵਿੱਚ ਇਸ ਝਗੜੇ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਸਥਿਤੀ ਨੂੰ ਸ਼ਾਂਤ ਕੀਤਾ, ਪਰ FIR ਨਹੀਂ ਹੋਈ ਕਿਉਂਕਿ 15 ਅਕਤੂਬਰ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਗੁਰੂ ਘਰ ਪਟਨਾ ਸਾਹਿਬ ਦੇ ਵਿੱਚ ਆਉਣਾ। ਸੋ ਉਸ ਨੂੰ ਲੈ ਕੇ ਕਾਫੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਆਪਣੀ ਹੈਂਕੜ ਹੈ। ਜਿਸ ਤਰ੍ਹਾਂ ਵਾਪਰਿਆ ਇਹ ਕਿ ਸ਼ੁੱਕਰਵਾਰ ਅੱਜ ਤਕਰੀਬਨ ਹੁਣ ਤੋਂ ਥੋੜੀ ਦੇਰ ਪਹਿਲਾਂ 6:45 ਵਜੇ ਗਿਆਨੀ ਰਣਜੀਤ ਸਿੰਘ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਬਾਰ ਹਾਲ ਦੇ ਵਿੱਚ ਗੌਰ ਮਸਕੀਨ ਨੇ ਜਿਹੜੇ ਸੰਗਤ ਨੂੰ ਕਥਾ ਸੁਣਾ ਰਹੇ ਸਨ। ਉਸ ਵਕਤ ਅਵਤਾਰ ਸਿੰਘ ਹਿੱਤ ਦਿੱਲੀ ਵਾਲੇ ਨੇ ਚੇਅਰਮੈਨ ਨੇ ਕਮੇਟੀ ਦੇ ਤੇ ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਦਰਬਾਰ ਸਾਹਿਬ ਦੇ ਵਿੱਚ ਆਏ ਤੇ ਮੰਚ ਦੇ ਪਿੱਛੇ ਬੈਠ ਗਏ ਉਹਨਾਂ ਦੇ ਕਥਾ ਸੁਣਾਉਂਦਿਆਂ ਦੇ। ਤਕਰੀਬਨ 5 ਮਿੰਟ ਬਾਅਦ ਪ੍ਰਬੰਧਕ ਕਮੇਟੀ ਦਾ ਮੈਂਬਰ ਸਰਦਾਰ ਰਾਜਾ ਸਿੰਘ ਸਥਾਨਕ ਸੰਗਤ ਦੇ ਵਿੱਚੋਂ ਦਾਇਆ ਸਿੰਘ ਤੇ ਇੰਦਰਜੀਤ ਸਿੰਘ ਬੱਗਾ ਵੀ ਆ ਕੇ ਸਟੇਜ ਦੇ ਪਿੱਛੇ ਬੈਠ ਗਏ ਤੈਨੇ। ਉਸ ਦੌਰਾਨ ਮੈਂਬਰ ਰਾਜਾ ਸਿੰਘ ਨੇ ਜਨਰਲ ਸਕੱਤਰ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਤੇ ਕਹਾਣੀ ਦੀ ਕਥਾ ਦੀ ਸਮਾਪਤੀ ਤੋਂ ਬਾਅਦ ਜਦੋਂ ਅਵਤਾਰ ਸਿੰਘ ਹਿੱਤ ਨੇ ਸਟੇਜ ਤੇ ਹਿੱਟ ਕੀਤਾ ਤੇ ਸਾਥੀਆਂ ਨੂੰ ਵਿਜੇ ਦਸ਼ਮੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਸੁਪਰਡੈਂਟ ਸੀ ਜਿਹੜਾ ਉਸ ਦੇ ਸੇਵਾ ਮੁਕਤ ਹੋਣ ਦਾ ਐਲਾਨ ਕੀਤਾ ਤੇ ਉਸ ਨੂੰ ਸਰੋਪਾ ਪ੍ਰਦਾਨ ਕੀਤਾ ਜਾਵੇ, ਇਹ ਕਿਹਾ ਗਿਆ। ਤੇ ਦੂਜੇ ਪਾਸੇ ਸਟੇਜ ਤੇ ਬੈਠੇ ਜਿਹੜੇ ਮੈਂਬਰ ਸੀ ਰਾਜਾ ਸਿੰਘ, ਉਸਨੇ ਆਖਿਆ ਕਿ ਗੁਰਦੁਆਰੇ ਦੇ ਕਰਮਚਾਰੀ ਨੂੰ ਸੇਵਾ ਮੁਕਤ ਕਰਨਾ ਸੰਵਿਧਾਨ ਦਾ ਕੋਈ ਨਿਯਮ ਨਹੀਂ ਹੈ। ਸੰਵਿਧਾਨ ਦੇ ਨਿਯਮਾਂ ਮੁਤਾਬਕ ਇੱਕ ਸਰਵਿਸਮੈਨ ਨੂੰ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਹੁਕਮ ਪਾਸ ਹੋਣ ਤੋਂ ਬਾਅਦ ਸੇਵਾ ਮੁਕਤ ਕੀਤਾ ਜਾ ਸਕਦਾ ਹੈ। ਤੇ ਸਟੇਜ ਤੇ ਬੈਠੇ ਰਾਜਾ ਸਿੰਘ ਹੋਰੀ ਕਹਿੰਦੇ ਗੁਰਦੁਆਰੇ ਦੇ ਕਰਮਚਾਰੀ ਨੂੰ ਸੇਵਾ ਮੁਕਤ ਕਰਨਾ ਸੰਵਿਧਾਨ ਦਾ ਨਿਯਮ ਨਹੀਂ ਹੈ। ਇਸ ਅਨੁਸਾਰ ਇਹ ਝਗੜਾ ਹੋਇਆ ਜਿਸ ਨੂੰ ਲੈ ਕੇ ਇੱਕ ਦੂਸਰੇ ਦੀਆਂ ਪੱਗਾਂ ਨੂੰ ਆ ਪਏ। ਹਾਲਾਂਕਿ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸਟੇਜ ਤੇ ਗੁਰਦੁਆਰਾ ਜਿਹੜੇ ਮੈਂਬਰ ਸੀਗੇ ਉਹਨਾਂ ਦੀ ਸਜਾਵਟ ਨੂੰ ਤੋੜਨ ਦੀ ਗੱਲ ਕੀਤੀ ਤੇ ਫਿਰ ਉਹਨਾਂ ਨੂੰ ਵਾਪਸ ਵੀ ਕੀਤਾ ਗਿਆ। ਸੋ ਇਹ ਜਿਹੜਾ ਸਾਰਾ ਵਰਤਾਰਾ ਸੀ ਅੱਜ ਪਟਨਾ ਸਾਹਿਬ ਗੁਰੂ ਘਰ ਦੀ ਸਟੇਜ ਤੋਂ ਹੋਇਆ। ਮੈਨੂੰ ਯਾਦ ਹੈ ਗੁਰਨਾਮ ਸਿੰਘ ਪੀਰ ਨੇ ਇੱਕ ਲਿਖਿਆ ਸੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਕਾਲੀ ਦਲ ਦੇ ਆਗੂ ਘਸਾਨ ਮੁਖੀ ਹੋਈ ਜਾਣ,
उन्होंने व्यंग घड़िया सी उत्थे। ਉਹ अंदर कहता भी की रौला पैंदा, कोई वेख लीए? कहता नहीं, कहता जथेदारां दी एकता कमेटी की मीटिंग हो रही है। सो पहला भी एक बड़े चर्चित जथेदार सन, उत्थे भी कई ना अंदर पेश नहीं सी हुंदे अकाल तख्त ते। अंदर ना कहते कि जथेदारी डांगा रखिया हुई, उन्होंने जथेदारी डांग कहते हैं, छोटिया छोटिया जिवें पुलिस वालियां कोल नहीं हुंदियां, फौरन वालियां कोल 1.5-2 फुट दी, उहदे नाल बंदा कुੱਟਿਆ बहुत जांदा क्योंकि वड्डी डांग नाल कुੱਟਣਾ औखा है। सो फिर कमरे के अंदर जे किसी नूं कुੱਟਣਾ होवे ना तो छोटी डांग वध चलदी है, डंडोरका, उहनूं डंडोरका कहंदे ने। ते उत्थे फिर तां ही फिर 1-2 बंदे उत्थे जिहड़े पेश होए सी अकाल तख्त ते, उन्हां दा कटापा बहुत होया सी अंदर वड़ के, ते फिर बाहर आके ना बंदा दस सके कि मेरा कटापा होया। ते इस करके वो डंडोरका डांग हुंदी सीगी जथेदारां वाली। ते उस तो बाद 1-2 बंदे पेश नहीं होए, कहते मैं तो खुले दरबार दे विच संगत के सामने पेश होवांगा, जथेदार दे अगे अंदर नहीं पेश होवांगा, क्योंकि अंदर बाड़ के फिर कटापा भी हुंदा। ते 51 नंबर स्वागत है जी, वेलकम, सत श्री अकाल। हैप्पी हो रहे उब्बेवाल तो? हाँ जी हैप्पी उब्बेवाल तो, की हाल है हैप्पी जी, ठीक ठाक हो? हाँ जी, अज सवेरे एक वीर दस रहे सी ना भी अगे भी कुड़ियां किकरां दे फुੱਲ ਕੰਨਾਂ ਦੇ ਵਿੱਚ ਟੰਗ ਲੈਂਦੀਆਂ ਸੀ। ਤੇ ਇੱਕ ਵਾਰ ਮੇਰੀ ਭੈਣ ਨੇ ਨਾ ਕੀ ਕੀਤਾ, ਦੇਖਦੀ ਨੋਈ ਨਾਲ ਮਲਕ ਆਪਣੇ ਨੱਕ 'ਚ ਕੋਕਾ ਪਾਉਣ ਲੱਗ ਗਈ, ਉਹਦੇ ਨੱਕ ਦੇ ਵਿੱਚ ਹੀ ਅੰਦਰ ਚੜ ਗਈ ਉਹ ਨੋਈ। ਅੱਛਾ ਨੋਈ ਬਹੁਤ ਕੇ ਕੱਢੀ, ਅਸੀਂ ਨਿੱਕੇ ਜਿਹੇ ਹੁੰਦੇ ਸੀਗੇ ਜੀ। ਅੱਛਾ ਹਫ਼ਤੇ ਵਾਲੀ ਗੱਲ ਵਿਚਾਰ ਆ ਗਈ। ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਸਾਰਾ ਕੁਝ ਦੱਸ ਪਤਾ ਲੱਗ ਜਾਂਦਾ ਜੀ, ਨਾ ਦਿਖਦੇ ਹੋਏ ਵੀ ਸਾਰਾ ਕੁਝ ਦੱਸਦਾ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ, ਮਿਹਰਬਾਨੀ ਹਰਪ੍ਰੀਤ। ਹੋਰ ਸਿਹਤ ਵਧੀਆ ਤੁਹਾਡੀ? ਸਿਹਤ ਵਧੀਆ, ਕਿਰਪਾ ਤੁਹਾਡੀ ਦਾ ਜੀ, ਬਹੁਤ ਵਧੀਆ ਕਿਰਪਾ। ਫਰਕ ਪਿਆ ਨਿਗਾਹ ਦੇ ਵਿੱਚ, ਕੁਛ ਬਣੀ ਗੱਲ? ਡਾਕਟਰ ਸਾਹਿਬ ਇਹ ਕਹਿੰਦੇ ਵੀ ਨਸਾਂ 'ਚ ਥੋੜੀ ਜ਼ਿਆਦਾ ਵੀਕਨੈਸ ਆ ਜੀ। ਅੱਛਾ ਹਾਂਜੀ, ਵੀਕਨੈਸ ਜ਼ਿਆਦਾ ਵੀ, ਕਮਜ਼ੋਰੀ ਆ, 1-2 ਨਸਾਂ ਥੋੜੀਆਂ ਸੁੱਕ ਗਈਆਂ ਜੀ। ਓਹੋ ਹਾਂਜੀ ਜਲਦੀ ਵਾਹਿਗੁਰੂ ਦੇ ਹੱਥ ਆ ਜੀ। ਹੋਈ ਸੀ ਗੱਲਬਾਤ ਵੀਰੇ, ਮੈਂ ਤੇਰਾ ਬਹੁਤ ਬਹੁਤ ਧੰਨਵਾਦ ਕਰਦਾ, ਤੇਰੀ ਬਦੌਲਤੀ ਮੈਂ ਦਵਾਈ ਖਾ ਰਿਹਾ। ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਫਿਰ ਉਹਨਾਂ ਨਾਲ, ਆਪਣਾ ਕਨੇਚ ਵਾਲੇ ਭਾਈ ਸਾਹਿਬ ਜਾਂ ਆਪਣਾ ਸਿੱਧੂ ਸਾਹਿਬ ਹੋਰਾਂ ਨਾਲ ਹੋਇਆ ਸੀ ਮੇਰੇ ਨਾਲ ਸੰਪਰਕ ਉਹਨਾਂ ਦਾ ਵੀ। ਠੀਕ ਹੈ ਠੀਕ ਹੈ ਜੀ, ਥੈਂਕ ਯੂ ਹਰਪ੍ਰੀਤ, ਟੇਕ ਕੇਅਰ, ਧਿਆਨ ਰੱਖੋ ਆਪਣਾ ਬੱਚਿਆਂ ਦਾ, ਠੀਕ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਉੱਬੇਵਾਲ ਤੋਂ ਹਰਪ੍ਰੀਤ ਸਿੰਘ ਬਾਈ ਜੀ ਜੁੜੇ ਸਨ। ਸੋ ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਿਦਾਇਗੀ ਦਾ, ਹੈਪੀ ਵੀਕਐਂਡ। ਸੋ ਸੋਮਵਾਰ ਸਵੇਰੇ 6 ਵਜੇ ਮੁਲਾਕਾਤ ਤੁਹਾਡੇ ਨਾਲ ਹੋਵੇਗੀ, ਤੇ ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰੱਖਾ। ਉਮੀਦ ਕਰੀਏ ਸੁਖੀ ਵਸੇ ਸੰਸਾਰ। ਸਭ ਦਾ ਧੰਨਵਾਦ। ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਇਹ ਬੇਨਤੀ ਹੈ। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ 9876309655 ਨੰਬਰ ਹੈ ਮੇਰਾ। ਪ੍ਰੋਗਰਾਮ ਨੂੰ ਪਸੰਦ ਕਰਦੇ, ਸ਼ੇਅਰ ਜ਼ਰੂਰ ਕਰਿਆ ਕਰੋ, ਬੇਨਤੀ ਹੈ। ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਰੋ ਇਸ ਪ੍ਰੋਗਰਾਮ ਬਾਰੇ, ਇਹ ਗੁਜ਼ਾਰਿਸ਼ਾਂ ਨੇ। ਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਸ਼ਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ। ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਓ, ਸਾਡੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਬੀਰ ਸਿੰਘ ਉਸਮਾਨ ਪਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਆਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਵਾਸ਼ਿੰਗਟਨ ਸਟੇਟ ਦੇ ਵਿੱਚ ਆਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208। ਦੂਜੀ ਲੋਕੇਸ਼ਨ ਆ ਦੋਸਤੋ ਇਹਨਾਂ ਦੀ ਹੈ ਕੈਲੀਫੋਰਨੀਆ ਦੇ ਵਿੱਚ, ਉਹ ਹੈ ਲੌਸਟੇਲ ਟਰੈਵਲ ਸੈਂਟਰ, 1414 ਅਲੋਮਾ ਸਟਰੀਟ, ਲੌਸਟੇਲ ਐਗਜ਼ਿਟ 278 ਪੈਂਦਾ ਹੈ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਦੀਆਂ ਸਹੂਲਤਾਂ ਫ੍ਰੀ ਨੇ। ਇਸ ਤੋਂ ਇਲਾਵਾ ਉੱਥੇ ਲਿਕਰ ਸ਼ਾਪ ਵੀ ਹੈ, ਮੁਫਤ ਨਹੀਂ ਹੈ, ਸਦ ਉਪਯੋਗ ਕਰੋ। ਤੇ ਇਸ ਤੋਂ ਇਲਾਵਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ, ਮਸਲਨ ਡੈਲਟਾ ਫਿਊਲ ਕੰਪਨੀ, ਮੋਬਾਈਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ, ਸਾਹ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 8413 425 232 8413 ਨੰਬਰ ਹੈ ਸਾਹ ਹਰਜਾਪ ਸਿੰਘ ਹੋਰਾਂ।